ਵਾਹਿਗੁਰੂ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ ਜੀ ਸਾਹਿਬ, ਸ਼ੁਰੂ ਕਰੋ ਤੁਸੀਂ। ਤੱਤਾ ਅਤਰ ਤਰਿਓ ਨਾ ਜਾਈ ਨਹਿ ਜਾਈ, ਤਨ ਤਿਰ ਭਵਨ में रहो समाई। कबीर जी कह रहे कि ये अतर है, अतर तरिया नहीं जाता संसार समुंदर। तत्ते अखर तो ज्ञान दे रहे, क्यों नहीं तरिया जाता? कहते तन तिर भवन में रहो समाई। तन ਜਿਹੜਾ ਹੈਗਾ ਧਰਤ ਪਤਾਲ ਆਕਾਸ਼ ਤਿਰ ਭਵਨ ਦੇ ਵਿੱਚ ਸਮਾਇਆ ਹੋਇਆ। ਤਨ ਤਾਂ ਸਾਰਿਆਂ ਦੇ ਹੀ ਤਿਰ ਭਵਨ ਦੇ ਵਿੱਚ ਸਮਾਏ ਹੋਏ, ਜਿਹੜੇ ਪਾਰ ਨਿਕਲ ਗਏ ਉਹਨਾਂ ਦੇ ਵੀ। ਫਿਰ ਇੱਥੇ ਜਿਹੜਾ ਹੈਗਾ ਇਹ ਭੇਦ ਕੀ ਹੈਗਾ? ਇਹ ਤਾਂ ਬਾਉਂਸਰ ਹੈਗਾ ਭਾਈ, ਉੱਪਰ ਦੀ ਜਾ ਰਿਹਾ ਹੈ। ਤੱਤਾ ਅਥਰ ਤਰਿਓ ਨਹਿ ਜਾਈ, ਤਨ ਤਿਰ ਭਵਨ ਮੇ ਰਹੋ ਸਮਾਈ। ਕਬੀਰ ਜੀ ਕਹਿੰਦੇ ਕਿ ਭਾਈ ਦੇਖ, ਇਹ ਸੰਸਾਰ ਸਮੁੰਦਰ ਜਿਹੜਾ ਹੈਗਾ ਨਹੀਂ ਤਰਿਆ ਜਾਣਾ ਜਦ ਤੱਕ ਕਿ ਤੇਰਾ ਤਨ ਜਿਹੜਾ ਹੈਗਾ ਤਿਰ ਭਵਨ ਦੇ ਵਿੱਚ ਸਮਾਇਆ ਹੋਇਆ ਹੈ। ਤਿਰ ਭਵਨ ਕੀ ਹੈਗਾ? ਤਿਰ ਭਵਨ ਜੋ ਦਿਖ ਰਿਹਾ ਹੈ ਆਪਾਂ ਨੂੰ, ਜੋ ਸ੍ਰਿਸ਼ਟੀ ਦਿਖ ਰਹੀ ਹੈ, ਜੋ ਸੰਸਾਰ ਦਿਖ ਰਿਹਾ ਹੈ, ਜੋ ਪਦਾਰਥ ਦਿਖ ਰਹੇ ਹੈ, ਜੋ ਰੂਪ ਦਿਖ ਰਿਹਾ ਹੈ, ਜੋ ਰੰਗ ਦਿਖ ਰਿਹਾ ਹੈ, ਜੋ ਸਵਾਦ ਦਿਖ ਰਹੇ ਹੈ। ਕਹਿੰਦੇ ਜਦ ਤੱਕ ਤੇਰਾ ਤਨ ਇਹਦੇ ਵਿੱਚ ਸਮਾਇਆ ਹੋਇਆ ਹੈ ਤੇ ਤਦ ਤੱਕ ਤਾਂ ਇਹ ਤਰਿਆ ਨਹੀਂ ਜਾਣਾ ਭਾਈ। ਤੱਤਾ ਆਤਰ ਤਰਿਓ ਨਹਿ ਜਾਈ, ਤਨ ਤਿਰ ਭਵਨ ਮੇ ਰਹੋ ਸਮਾਈ। ਆਹ ਪ੍ਰੋਬਲਮ ਹੈਗੀ ਆ। ਤੂੰ ਸਰੀਰ ਦੇ ਵਾਸਤੇ, ਤੇਰਾ ਸਰੀਰ ਸਰੀਰਿਕ ਸੁੱਖਾਂ ਦੇ ਵਾਸਤੇ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਗਤੀ ਕਰ ਰਿਹਾ ਹੈ। 24 ਘੰਟੇ ਰਾਤ ਦਿਨ ਜਿਹੜੇ ਹੈਗੇ ਤੇਰਾ ਇਸੇ ਕੰਮ ਦੇ ਵਿੱਚ ਰਹਿੰਦਾ ਹੈ। ਤੇਰਾ ਤਨ ਤਿਰ ਭਵਨ ਦੇ ਵਿੱਚ ਸਮਾਇਆ ਰਹਿੰਦਾ ਹੈ। ਇਸ ਤਰ੍ਹਾਂ ਤਾਂ ਤਰਿਆ ਨਹੀਂ ਜਾਣਾ ਭਾਈ। ਜੋ ਤਿਰ ਭਵਨ ਤਨ ਮਾਹੇ ਸਮਾਵਾ, ਤਾਉ ਤਤੈ ਤਤ ਮਿਲਿਆ ਸੱਚ ਪਾਵਾਂ। ਕਹਿੰਦੇ ਦੇਖ, ਇਹ ਤਿਰ ਭਵਨ ਜਿਹੜਾ ਹੈਗਾ ਇਹ ਤੇਰੇ ਤਨ ਦੇ ਵਿੱਚ ਸਮਾਉਣਾ ਹੈ। ਹੁਣ ਇੰਨਾ ਵੱਡਾ, ਇੰਨੀ ਸ੍ਰਿਸ਼ਟੀ ਤੇਰੀ ਤਨ ਦੇ ਵਿੱਚ ਕਿਵੇਂ ਸਮਾ ਜਾਏਗੀ? ਹਾਂ, ਕਹਿੰਦੇ ਦੇਖ, ਤੇਰੀਆਂ ਗਿਆਨ ਇੰਦਰੀਆਂ, ਤੇਰੀਆਂ ਕਰਮ ਇੰਦਰੀਆਂ, ਤੇਰਾ ਸਰੀਰ ਜਿਹੜਾ ਹੈਗਾ ਆਹੀ ਸਾਰੇ ਸੁੱਖ ਚਾਹੁੰਦਾ ਹੈ। ਜੇ ਸੁੱਖ ਜਿਹੜੇ ਹੈਗੇ ਤਿਰ ਭਵਨ ਦੇ ਸੁੱਖ ਜਿਹੜੇ ਹੈਗੇ ਤੈਨੂੰ ਜਿਹੜੇ ਹੈਗੇ ਇਹਨਾਂ ਤੇ ਤੂੰ ਜਿਹੜਾ ਹੈਗਾ ਵਰਕਆਊਟ ਕਰੇ, ਧਿਆਨ ਸਿਮਰਨ ਕਰਕੇ ਜਿਹੜੇ ਹੈਗੇ ਇਹ ਸੁੱਖਾਂ ਤੋਂ ਆਪਣੇ ਆਪ ਨੂੰ ਜਿਹੜਾ ਹੈਗਾ ਇਹ ਸੁੱਖਾਂ ਨੂੰ ਆਪਣੇ ਅੰਦਰ ਸਮੇਟ ਲੈ। ਤੇਰੇ ਅੰਦਰ ਸੁੱਖ, ਇਹਨਾਂ ਦੇ ਪਦਾਰਥਾਂ ਦੀ ਖਿੱਚ ਹੀ ਨਾ ਹੋਏ, ਉਹ ਖਿੱਚ ਖਤਮ ਹੋ ਜਾਏ ਤੇਰੇ ਅੰਦਰ। ਤਾਉ ਤਤੈ ਤਤ ਮਿਲਿਆ ਸੱਚ ਪਾਵਾਂ। ਤਾਂ ਤਤ ਦੇ ਵਿੱਚ ਤਤ ਮਿਲ ਜਾਏਗਾ ਭਾਈ। ਸੱਚ, ਸੱਚ ਦੇ ਵਿੱਚ ਉਸ ਮਾਲਕ ਪਰਮਾਤਮਾ ਦੇ ਵਿੱਚ ਜਿਹੜਾ ਹੈਗਾ ਉਹ ਮਾਲਕ ਤੇਰੇ ਅੰਦਰ ਪ੍ਰਗਟ ਹੋ ਜਾਏਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਪਹਿਲੀ ਤੁਕ ਬੋਲੋ। ਤੱਤਾ ਅਤਰ ਤਰਿਓ ਨਹਿ ਜਾਈ, ਤਨ ਤਿਰ ਭਵਨ ਮੈਂ ਰਹੋ ਸਮਾਈ। ਬਸ ਇਸ ਲਈ ਨਹੀਂ ਤਰਿਆ ਜਾਂਦਾ ਭਾਈ। ਬਾਹਰ ਤੇਰਾ ਸਰੀਰ ਜਿਹੜਾ ਹੈਗਾ, ਤੇਰਾ ਤਨ ਮਨ ਸਭ ਤਿਰ ਭਵਨ ਦੇ ਵਿੱਚ ਸਮਾਇਆ ਹੋਇਆ ਹੈ, ਬਾਹਰ ਦੇ ਪਦਾਰਥਾਂ ਦੇ ਵਿੱਚ ਸਮਾਇਆ ਹੋਇਆ। ਇਹੀ ਕਿੱਚਾਂ ਹੈਗੀਆਂ ਤੇਰੇ ਅੰਦਰ। ਜਗ੍ਹਾ ਹੀ ਨਹੀਂ ਹੈ ਮਾਲਕ ਪਰਮਾਤਮਾ ਦੇ ਉਹਦੀ ਧਿਆਨ ਸਿਮਰਨ ਦੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਇੱਥੇ ਆਪਾਂ ਨੂੰ ਕਬੀਰ ਜੀ ਜੋ ਸਮਝਾ ਰਹੇ ਨੇ, ਕਹਿੰਦੇ ਕਿ ਇਹ ਤੱਤਾ ਅਤਰ, ਅਤਰ ਜਿੱਥੇ ਤਰ ਹੁੰਦਾ ਨਾ, ਇਹ ਬੰਦਾ ਅਤਰ ਤੇ ਇਹ ਤਰਿਆ ਨਹੀਂ ਜਾਂਦਾ। ਬਿਲਕੁਲ। ਕਿਉਂ ਨਹੀਂ ਤਰਿਆ ਜਾ ਰਿਹਾ? ਕਿਉਂ ਉਹ ਪੂਰਾਂ ਦੇ ਪੂਰ ਕਹਿੰਦੇ ਡੁੱਬ ਰਹੇ? ਉਹਦਾ ਕਾਰਨ ਕੀ ਹੈ? ਕਿਉਂਕਿ ਤਨ ਤ੍ਰਿਬਨ ਮਹਿ ਰਹਿਓ ਸਮਾਈ। ਕਿਉਂਕਿ ਸਾਡਾ ਮਨ ਹੈ ਨਾ ਜਿਹੜਾ ਜੜ ਦੇ ਵਿੱਚ ਫਸਿਆ ਹੈ। ਬਿਲਕੁਲ। ਹੁਣ ਸਾਡਾ ਮਨ ਤੇ ਚਿੰਤਨ ਵੇਖੋ ਤੁਹਾਡੇ ਅੰਦਰ ਕੀ ਹੈ। ਗੁਰਕੀ ਸਾਹਿਬ ਆਵਾਜ਼ ਬੰਦ ਹੋ ਗਈ। ਹਾਂ, ਉਹ ਵਿੱਚ ਫੋਨ ਆ ਗਿਆ। ਹੁਣ ਇਹਦੇ ਵਿੱਚ ਕਾਮ ਦੇ ਆ, ਕ੍ਰੋਧ ਦੇ ਆ, ਲੋਭ ਦੇ ਆ, ਮੋਹ ਦੇ ਆ, ਹੰਕਾਰ ਦੇ ਆ, ਇਹ ਜਿੰਨੇ ਵੀ ਵਿਚਾਰ ਹਨ, ਰਾਗ ਦੇ ਹਨ, ਦਵੈਸ਼ ਦੇ ਹਨ। ਕਿਸੇ ਨੂੰ ਆਪਾਂ ਈਰਖਾ ਕਰਦੇ ਹਾਂ ਜਾਂ ਕਿਸੇ ਦੇ ਨਾਲ ਰਾਗ ਕਰਦੇ ਹਾਂ, ਲੋਕ ਤੋਂ ਜ਼ਿਆਦਾ ਉਹਦੇ ਨਾਲ ਪਿਆਰ ਪੈ ਗਿਆ, ਉਹਦੇ ਦੋਸ਼ ਵੀ ਨਹੀਂ ਸਾਨੂੰ ਦਿਖਾਈ ਦੇ ਰਹੇ। ਇਹ ਜਿੰਨਾ ਵੀ ਚਿੰਤਨ ਹੈ, ਇਹ ਸਾਨੂੰ ਤਿੰਨਾਂ, ਆ ਜਿਹੜੇ ਤਿੰਨ ਤੱਤ ਹੈਗੇ ਨਾ, ਰਜੋ ਤਮੋ ਤੇ ਸਤੋ, ਇਹਨਾਂ ਤਿੰਨਾਂ ਦੇ ਵਿੱਚ ਹੀ ਸਮਾਏ ਹੋਏ ਆ। ਹੁਣ ਵੈਸੇ ਤੇ ਇਹ ਵੀ ਕਿਹਾ ਜਾਂਦਾ ਵਾ, ਵੈਸੇ ਉਹ ਇੱਕ ਨੂੰ ਆਕਾਸ਼ ਕਹਿ ਦਿੰਦੇ ਆ, ਇਹਨੂੰ ਧਰਤੀ ਕਹਿ ਦਿੰਦੇ, ਇਹਨੂੰ ਪਤਾਲ ਲੋਕ ਕਹਿੰਦੇ। ਇਹ ਵੀ ਤਿੰਨ ਹੀ ਹੈ। ਬਸ ਇਹ ਤ੍ਰਿਗੁਣੀ ਮਾਇਆ ਹੀ ਆ, ਤਿੰਨਾਂ ਗੁਣਾਂ ਦੀ ਹੈ। ਬਸ ਇਹਨਾਂ ਦੀ ਪੰਜਾਂ ਤੱਤਾਂ ਦੀ ਰਚਨਾ ਹੈ ਸਾਰੀ ਦੀ ਸਾਰੀ। ਹਾਂ, ਇਹਦੇ ਵਿੱਚ ਅਸੀਂ ਸਮਾਏ ਰਹਿੰਦੇ ਹਾਂ। ਹੁਣ ਸਾਡੇ ਅੰਦਰ ਚਿੰਤਨ ਕਾਹਦਾ? ਹੁਣ ਤੁਸੀਂ ਵੇਖ ਲਓ, ਸਾਰਾ ਦਿਨ ਤੁਹਾਡੇ ਅੰਦਰ ਚਿੰਤਨ ਕਾਹਦਾ ਚੱਲਦਾ? ਬਸ ਜੀਵਨ ਦੇ ਬਾਰੇ ਹੀ। ਸਾਰਾ ਦਿਨ ਆਪਾਂ ਜੇ ਕੋਈ ਕੰਮ ਕਰਦੇ ਪਏ ਆ ਤੇ ਸਾਡਾ ਧਿਆਨ ਹੀ ਉਧਰ ਕੰਮ ਕੀ ਹੈ।
ਹੁਣ ਜੇ ਅਸੀਂ ਸੁੱਤਿਆਂ ਵੀ ਸਾਨੂੰ ਜਿਹੜਾ ਵਾ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਸਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਉਹੀ ਤਾਂ ਪਰੇਸ਼ਾਨ ਕਰਦੀਆਂ ਨੇ, ਜਿਹੜੀਆਂ ਸਾਡੇ ਜੀਵਨ ਦੇ ਵਿੱਚ ਚੱਲ ਰਹੀਆਂ। ਹੋਰ ਸਾਨੂੰ ਚਿੰਤਨ ਕਾਹਦਾ ਹੋਣਾ? ਰੱਬ ਦਾ ਚਿੰਤਨ ਤਾਂ ਆਉਂਦਾ ਨਹੀਂ, ਕਿਉਂਕਿ ਉਹ ਤੇ ਨਿਰਾਕਾਰ ਹੈਗਾ। ਉਹਦਾ ਮਤਲਬ ਤੇ ਇਹੋ ਹੀ ਆ ਕਿ ਇਹਨਾਂ ਤੱਤਾਂ ਦੇ ਵਿੱਚ ਜਦ ਤੱਕ ਅਸੀਂ ਬੈਠੇ ਆ ਉਹਨਾਂ ਚਿਰ ਤੱਕ ਸਾਨੂੰ ਜਿਹੜਾ ਵਾ ਉਸ ਨਿਰਾਕਾਰ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੋਣੇ, ਕਿਉਂਕਿ ਇਹ ਤੇ ਚਿੰਤਨ ਦਾ ਵਿਸ਼ਾ ਹੈ, ਜੜ ਹੈ। ਪਰ ਜਦ ਤੱਕ ਅਸੀਂ ਜੜ 'ਚ ਬੈਠੇ ਆ ਤੇ ਚੇਤਨ 'ਚ ਕਿੱਦਾਂ ਪਹੁੰਚਾਂਗੇ? ਹੁਣ ਅਗਲੀ ਤੁਕ 'ਚ ਵੇਨੇ ਭਲਾ ਕੀ ਜੀ ਸਮਝਾ ਰਹੇ ਨੇ, ਕੀ ਕਬੀਰ ਜੀ ਸਾਨੂੰ ਸਮਝਾ ਰਹੇ ਨੇ। ਜੋ ਤਿਰ ਭਵਨ ਤਨ ਮਾਹੇ ਸਮਾਵਾ, ਕਹਿੰਦੇ ਹੁਣ ਤਿਰ ਭਵਨ ਜਿਹੜਾ ਹੈਗਾ ਇਹਨੂੰ ਤਨ ਦੇ ਵਿੱਚ ਸਮੇਟ ਲਾ ਬਸ। ਇਹਦੀ ਤੇਰੇ ਅੰਦਰ ਖਿੱਚ ਨਹੀਂ ਆਉਣੀ ਚਾਹੀਦੀ, ਤਿਰ ਭਵਨ ਦੀ ਤੇਰੇ ਅੰਦਰ ਖਿੱਚ ਨਹੀਂ ਆਉਣੀ ਚਾਹੀਦੀ। ਕਹਿੰਦੇ ਇਹਨੂੰ ਜਿਹੜਾ ਹੈਗਾ ਸਮੇਟ ਆਪਣੇ ਅੰਦਰ। ਤਿਰ ਭਵਨ ਆਪਣੀ ਇੱਛਾਵਾਂ ਜਿਹੜੀਆਂ ਹੈਗੀਆਂ ਤੇਰੇ ਅੰਦਰ ਸਮੇਟੀਆਂ ਜਾਣ। ਤੋ ਤੱਤੈ ਤੱਤ ਮਿਲਿਆ ਸੱਚ ਪਾਵਾਂ, ਤਾਂ ਕਹਿੰਦੇ ਤੱਤ ਦੇ ਵਿੱਚ ਤੱਤ ਮਿਲ ਜਾਏਗਾ ਔਰ ਸੱਚ ਨੂੰ ਪਾ ਲਏਗਾ। ਹਾਂਜੀ ਵੀਰ ਜੀ। ਹਾਂਜੀ, ਹੁਣ ਇੱਥੇ ਉਹਨਾਂ ਨੇ ਗਹਿਰੀ ਗੱਲ ਕੀਤੀ ਹੈ। ਹੁਣ ਕਹਿੰਦੇ ਆ ਕਿ ਜਦੋਂ ਇਹ ਜਿਹੜਾ ਸੰਸਾਰ ਆ, ਇਹਦੇ 3 ਤੱਤਾਂ ਦਾ ਬਣਿਆ, ਇਹ ਤੇਰੇ ਅੰਦਰ ਸਮਾ ਜਾਏਗਾ ਤੇ ਫਿਰ ਤੂੰ ਬ੍ਰਹਮ ਦੇ ਵਿੱਚ ਸਮਾ ਜਾਣਾ। ਬਿਲਕੁਲ। ਹੁਣ ਇਹ ਸੰਸਾਰ ਨੂੰ ਸਮਾਉਣ ਦੀ ਕੋਈ ਲੋੜ ਨਹੀਂ ਹੁੰਦੀ। ਸੰਸਾਰ ਜਿਹੜਾ ਹੈਗਾ ਨਾ ਉਹ ਕੇਵਲ ਸਾਡੇ ਵਿਚਾਰ ਹੀ ਨੇ, ਸੰਸਾਰ ਦੀ ਕੋਈ ਹੋਂਦ ਥੋੜੀ ਹੈਗੀ ਹੈ। ਬਿਲਕੁਲ ਸਹੀ ਗੱਲ ਹੈ। ਵਿਚਾਰ ਮਾਰ ਕੇ ਤਾਂ ਸੰਸਾਰ ਵੀ ਨਹੀਂ ਹੈਗਾ। ਵਿਚਾਰ ਹੈਗੇ ਤੇ ਆ 3 ਤੱਤ ਵੀ ਹੈਗੇ ਆ। ਇਹ ਕੋਈ ਬਹੁਤੀ ਔਖਾ ਕੰਮ ਨਹੀਂ ਹੈਗਾ ਜੇ ਤੁਸੀਂ ਪ੍ਰੋਪਰ ਸਾਧਨਾ ਕਰਦੇ ਜੋ, ਸਹੀ ਤਰੀਕੇ ਨਾਲ ਨਾਮ ਅਭਿਆਸ ਕਰਦੇ ਜੋ। ਜਿਹੜੀ ਕਬੀਰ ਜੀ ਅਵਸਥਾ ਦੀ ਗੱਲ ਕਰਦੇ ਨਾ, ਇਹ 2-2.5 ਮਹੀਨੇ 'ਚ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਬੰਦੇ ਪ੍ਰਾਪਤ ਹੋ ਜਾਂਦੀ ਆ, ਮਤਲਬ ਉਹਦਾ ਅਨੁਭਵ ਹੋ ਜਾਂਦਾ ਹੈ, ਪ੍ਰਾਪਤ ਨਹੀਂ ਹੁੰਦੀ। ਪ੍ਰਾਪਤ ਕਰਨ ਦੇ ਲਈ ਜਟਿਲ ਸਾਧਨਾ ਕਰਨੀ ਪੈਂਦੀ ਆ ਲਗਾਤਾਰ। ਦੇਖੋ, ਪ੍ਰਮਾਤਮਾ ਇੱਕ ਝੀਲ ਹੈ, ਕੋਈ ਆਮ ਸਮੁੰਦਰ ਦੀ ਗਹਿਰਾਈ ਨਾਪਣੀ ਹੋਵੇ ਨਾ ਤੇ ਕਾਫੀ ਦਮ ਚਾਹੀਦਾ। ਔਰ ਪ੍ਰਮਾਤਮਾ ਰੂਪੀ ਝੀਲ ਦੇ ਵਿੱਚ ਜਾਣ ਦੇ ਲਈ ਤੁਹਾਨੂੰ ਚੰਗੀ ਸੰਗਤ ਮਿਲਣੀ ਬੜੀ ਜ਼ਰੂਰੀ ਹੈ, ਕਿਉਂਕਿ ਸੰਗਤ ਤੋਂ ਬਿਨਾਂ ਕੰਮ ਨਹੀਂ ਜੇ ਬਣਨਾ। ਹੁਣ ਇਕੱਲਿਆਂ ਦਾ ਕੰਮ ਨਹੀਂ ਹੈਗਾ। ਤੁਹਾਨੂੰ ਤੇ ਸੰਸਾਰ ਨੇ 1 ਮਿੰਟ 'ਚ ਲਪੇਟ ਲੈਣਾ। ਕੋਈ ਔਖਾ ਕੰਮ ਥੋੜੀ ਹੈ ਤੁਹਾਨੂੰ ਖਿੱਚਣਾ। ਤੁਹਾਡੇ ਅੰਦਰ ਤੁਸੀਂ ਮਾੜਾ ਮੋਟਾ ਇੱਥੇ ਤੁਹਾਡੇ ਜਿੱਥੇ ਵੀ ਘੁੰਮਣਾ ਹੈ, ਆਲਾ ਦੁਆਲਾ ਵੇਖਣਾ, ਸਾਰਾ ਸੰਸਾਰ ਬੈਠਾ ਹੈ, ਮਾਇਆ ਧਾਰੀ ਹੈ, ਤੇ ਉਹਦੇ ਵਿੱਚ ਜਦੋਂ ਤੁਸੀਂ ਗਏ ਥੋੜੀ ਬਹੁਤੀ ਮਿੱਟੀ ਤੁਹਾਡੇ ਤੇ ਲੱਗਣੀ। ਹੁਣ ਘਰ ਆ, ਬੇਸ਼ੱਕ ਸਾਡੇ ਘਰ ਕੋਈ ਨਹੀਂ ਆਉਂਦਾ, ਕੋਈ ਨਹੀਂ ਜਾਂਦਾ, ਅਸੀਂ ਬੈਠੇ ਆ, ਇਹਦੇ ਬਾਵਜੂਦ ਵੀ ਬਾਰੀਆਂ ਰਾਹੀਂ, ਬੂਹੇ ਦੇ ਰਾਹੀਂ, ਝਰਨਿਆਂ ਦੇ ਰਾਹੀਂ ਧੂਲ ਮਿੱਟੀ ਆਪਣੇ ਆਪ ਹੀ ਆ ਜਾਣੀ ਆ। ਇਸ ਕਰਕੇ ਬੇਸ਼ੱਕ ਤੁਹਾਨੂੰ ਆਤਮ ਤੱਤ ਦਾ ਅਨੁਭਵ ਹੋ ਗਿਆ ਹੈ, ਇਹਦੇ ਬਾਵਜੂਦ ਵੀ ਤੁਹਾਨੂੰ ਸਾਧਨਾ ਕਰਨੀ ਪੈਣੀ, ਕਿਉਂਕਿ ਇਹ 9 ਦਰਵਾਜ਼ੇ ਹੈਗੇ, ਇੱਥੋਂ ਕੁਛ ਨਾ ਕੁਛ ਤੁਰਿਆ ਹੀ ਆਉਣਾ ਵਾ। ਉਹ ਤੁਸੀਂ ਬੰਦ ਥੋੜੀ ਕਰ ਸਕਦੇ ਇਹਨਾਂ ਨੂੰ। ਪਰ ਇਹ ਆ ਕਿ ਜਿੱਦਾਂ ਹੁਣ ਮੈਂ ਹੁਣ ਹਰ ਦਿਨ ਨਹਾਉਣਾ ਵਾ, ਆਪਾਂ ਨਹਾਈਦਾ ਵਾ, ਤੁਸੀਂ ਵੀ ਨਹਾਉਂਦੇ, ਕਈ ਵਾਰੀ 2 ਵਾਰੀ 3 ਵਾਰੀ ਵੀ ਨਹਾਉਣਾ ਪੈਂਦਾ। ਹੁਣ ਡਿਪੈਂਡ ਹੈ ਕਿ ਆਪਾਂ ਕਿੱਦਾਂ ਦਾ ਕੰਮ ਕਰਦੇ ਹਾਂ। ਇਸੇ ਹੀ ਤਰ੍ਹਾਂ ਇਸ ਸੰਸਾਰ ਦੇ ਵਿੱਚ ਜਦ ਤੱਕ ਆਪਾਂ ਹੈਗੇ ਆ, ਜਿਉਂਦੇ ਆ, ਕਹਿਣ ਤੋਂ ਭਾਵ ਸਾਨੂੰ ਲਗਾਤਾਰ ਇੱਕ ਤੇ ਸੰਗਤ ਕਰਨੀ ਚਾਹੀਦੀ ਹੈ, ਕੋਸ਼ਿਸ਼ ਇਹ ਹੈ, ਤੇ ਦੂਸਰਾ ਜਿਹੜਾ ਧਿਆਨ ਸਿਮਰਨ ਕਰਨਾ ਚਾਹੀਦਾ, ਔਰ ਕਥਾ ਏਦਾਂ ਦੀ ਸੁਣਨੀ ਚਾਹੀਦੀ ਹੈ ਜਿਹੜੀ ਸਾਡੇ ਅੰਦਰ ਉਚਾਈ ਲਿਆਵੇ, ਸਾਨੂੰ ਜੜ ਦੇ ਨਾਲ ਨਾ ਜੋੜੇ। ਨਿਜਰ ਸਾਹਿਬ ਬਹੁਤ ਵਧੀਆ, ਬਹੁਤ ਵਧੀਆ। ਦੋਨੋਂ ਹੀ ਚੀਜ਼ਾਂ ਛੱਡ ਨਹੀਂ ਸਕਦੇ, ਦੋਨੋਂ ਹੀ ਕੰਪਲਸਰੀ ਹੈਗੀਆਂ। ਹਾਂ, ਕੋਈ ਸੰਗਤ ਨਹੀਂ ਛੱਡ ਸਕਦੀ, ਇਹ ਪੱਕਾ ਵਾ। ਜੇ ਕੋਈ ਕਹੇ ਨਾ ਕਿ ਮੈਂ ਬੜਾ ਵੱਡਾ ਬਣ ਗਿਆ ਸੰਤ, ਉਹਦਾ ਉੱਥੇ ਕੰਮ ਸਟਾਪ ਹੋ ਜਾਣਾ, ਕਿਉਂਕਿ ਇਹ ਸੰਗਤ ਹੀ ਇੱਕ ਪ੍ਰਮਾਤਮਾ ਨੇ ਇੱਕ ਐਸਾ ਇੱਕ ਵਿਧਾਨ ਬਣਾਇਆ ਹੈ। ਉੱਥੇ ਕੁਛ ਵੀ ਨਹੀਂ ਆ, ਉੱਥੇ ਨਿਰਮਲ ਧਾਰਾ ਹੈ। ਹੁਣ ਪਾਣੀ ਦੀ ਧਾਰਾ ਹੈ, ਤੁਸੀਂ ਉੱਥੇ ਕੋਈ ਵੀ ਗੰਦਾ ਮੰਦਾ ਬਰਤਨ ਰੱਖ ਦੋ, ਉਹ ਧਾਰਾ ਨੇ ਆਪੇ ਸਾਫ਼ ਕਰ ਦੇਣਾ, ਟਾਈਮ ਲੱਗ ਜਾਊਗਾ, ਪਰ ਪਾਣੀ ਦੀ ਧਾਰਾ ਆਪਣਾ ਕੰਮ ਕਰ ਰਹੀ ਹੈ, ਸਾਨੂੰ ਨਹੀਂ ਦਿਖਦੀ। ਇਸੇ ਹੀ ਤਰ੍ਹਾਂ ਸੰਗਤ ਆ। ਸੰਗਤ ਕੀ ਕਰਦੀ ਆ? ਥੋੜਾ ਥੋੜਾ ਸਾਡੇ ਅੰਦਰ ਪ੍ਰੋਸੈਸ ਕਰਦੀ ਆ, ਪਰ ਸਾਨੂੰ ਪਤਾ ਥੋੜੀ ਲੱਗਦਾ, ਪਰ ਅੰਦਰੋਂ ਸਾਡੇ ਕੰਮ ਹੋ ਰਿਹਾ। ਕਈ ਨਕਲੀ ਚੀਜ਼ਾਂ ਸਾਡੇ ਤੋਂ ਖੋਹ ਲੈਂਦੀ ਹੈ ਸੰਗਤ, ਔਰ ਚੰਗੀਆਂ ਚੀਜ਼ਾਂ ਨਾਲ ਭਰ ਦਿੰਦੀ ਹੈ। ਹੁਣ ਅੱਜ ਇੱਕ ਮੈਨੂੰ ਨਾ ਵੀਰ ਦਾ ਫੋਨ ਆਇਆ, ਤੇ ਉਹ ਮਤਲਬ ਏਦਾਂ ਹੀ ਆ, ਉਹਨਾਂ ਦਾ ਮੁੰਡਾ ਬਾਹਰ ਆਸਟ੍ਰੇਲੀਆ ਪੜ੍ਹਦਾ ਵਾ, ਤੇ ਮੈਂ ਕਹਿੰਦੇ ਕਿ ਉਹਨਾਂ ਨੂੰ ਜੋਬ ਮਿਲ ਗਈ ਹੈ। ਤੇ ਮੈਂ ਕਾਹਦਾ ਜੋਬ ਮਿਲੀ? ਕਹਿੰਦੇ ਉਹਨਾਂ ਨੂੰ ਡਿਸ਼ ਵਾਸ਼ਰ ਦਾ ਕੰਮ ਮਿਲਿਆ ਨੀਚੇ ਸਾਹਿਬ, ਮੁੰਡਾ ਪੜ੍ਹਨ ਗਿਆ। ਤੇ ਮੈਂ ਕਿਹਾ ਕੋਈ ਗੱਲ ਨੀ, ਮੈਂ ਕਿਹਾ ਕਰੋ ਸੇਵਾ। ਤੇ ਮੈਂ ਸ਼ੁਰੂ ਚ ਮੁਸ਼ਕਲ ਜ਼ਰੂਰ ਆਉਂਦੀ ਹੈ। ਮੈਂ ਆਪਾਂ ਜਦੋਂ ਗੁਰਦੁਆਰੇ ਕੰਮ ਕਰਦੇ ਹਾਂ, ਉੱਥੇ ਵੀ ਤੇ ਨੀਚੇ ਸਾਹਿਬ ਆਪਾਂ ਬਰਤਨ ਮਾਂਜਦੇ ਹੀ ਆ। ਬਿਲਕੁਲ। ਤੇ ਉੱਥੇ ਕਿਉਂ ਨਹੀਂ ਆਪਣੇ ਮਨ ਚ ਹੀਨ ਭਾਵਨਾ ਆਉਂਦੀ? ਕਿਉਂਕਿ ਇੱਥੇ ਸ਼ਰਧਾ ਹੁੰਦੀ ਆ।
ਉੱਥੇ ਬੜੀ ਸ਼ਰਧਾ ਹੁੰਦੀ ਹੈ ਕਿ ਮੈਂ ਪ੍ਰਮਾਤਮਾ ਦੇ ਘਰ ਸੇਵਾ ਕਰਾਂ। ਪਰ ਮੈਂ ਸੋਚਦਾ ਕਿ ਇਹ ਵੀ ਜੋ ਆਪਾਂ ਘਰਾਂ 'ਚ ਹੁਣ ਸਾਡੀਆਂ ਮੇਰੀ ਵਾਈਫ ਹੈ, ਜੇ ਮੇਰੀ ਮਾਂ ਵਾ, ਬਰਤਨ ਜੇ ਅਗਰ ਸਾਫ਼ ਕਰਦੇ ਨੇ ਤੇ ਜੇ ਉਹ ਸੋਚਦੀ ਹੈ ਸੇਵਾ ਵਾ ਤੇ ਮਾਸਾ ਕੰਮ ਦਾ ਬੋਝ ਨਹੀਂ ਆ। ਤੁਸੀਂ ਭਾਵੇਂ ਸਾਰਾ ਦਿਨ ਕੰਮ ਕਰ ਲਓ, ਬੰਦਾ ਦੇਖੋ, ਬੰਦਾ ਕੰਮ ਕਰਕੇ ਕਿਤੇ ਨਹੀਂ ਥੱਕਦਾ। ਬੰਦਾ ਥੱਕਦਾ ਹੈ ਜਦੋਂ ਕੰਮ ਨੂੰ ਹੀਣ ਸਮਝਦਾ ਹੈ, ਉੱਥੇ ਥੱਕ ਜਾਣਾ ਤੁਸੀਂ, ਫਿਰ ਤੁਹਾਡਾ ਜੀਵਨ ਬੋਝ ਬਣ ਜਾਏਗਾ, ਬਹੁਤ ਔਖਾ। ਤੁਸੀਂ ਪਰੇਸ਼ਾਨ ਹੋ ਜਾਓਗੇ, ਤੁਹਾਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋ ਜਾਊਗੀ, ਐਂਗਜ਼ਾਇਟੀ ਦੀ ਪ੍ਰੋਬਲਮ ਹੋ ਜਾਏਗੀ, ਕਿਉਂਕਿ ਤੁਸੀਂ ਪਤਾ ਕਿਹਦੇ ਨਾਲ ਲੜ ਰਹੇ ਜੋ? ਪ੍ਰਕਿਰਤੀ ਦੇ ਨਾਲ। ਹੁਣ ਨਦੀ ਆ, ਨਦੀ ਦਾ ਪਾਣੀ ਚੱਲ ਰਿਹਾ ਤੇ ਹੁਣ ਜਿੱਦਾਂ ਦਾ ਮੈਨੂੰ ਜੌਬ ਸਾਹਮਣੇ ਆ ਗਈ ਆ, ਜੇ ਮੈਂ ਸਿਆਣਾ ਹੋਵਾਂ ਤੇ ਉਹਨੂੰ ਸਿਰ ਮੱਥੇ ਚੁੱਕਾਂ ਤੇ ਪ੍ਰਕਿਰਤੀ ਦਾ ਹੁਕਮ ਸਮਝਾਂ ਤੇ ਉਹ ਜੋ ਮੇਰੀ ਜੌਬ ਮਿਲੀ ਮੈਂ ਕਰਾਂ। ਪਰ ਜਦੋਂ ਮੈਂ ਉਹਨੂੰ ਲਾਈਕ ਨਹੀਂ ਕਰਦਾ, ਮੈਂ ਮਜਬੂਰੀ 'ਚ ਕੰਮ ਕਰਾਂਗਾ, ਫਿਰ ਮੈਂ ਕੰਮ ਤੇ ਕਰਾਂਗਾ, ਭਾਵੇਂ ਮੈਂ 1 ਘੰਟੇ ਕੰਮ ਕੀਤਾ ਹੈ ਨਾ ਤੇ ਮੇਰਾ ਸਰੀਰ 12 ਘੰਟੇ ਜਿੰਨਾ ਥੱਕ ਜਾਏਗਾ। ਨਿਜਰ ਸਾਹਿਬ, ਕਿਉਂਕਿ ਮਨ ਦੇ ਅੰਦਰ ਮੇਰੇ ਚਿੰਤਨ ਹੀ ਐਕਸੈਪਟ ਨਹੀਂ ਨਾ ਕਰ ਰਿਹਾ ਉਹਨੂੰ ਮੈਂ, ਬਿਲਕੁਲ, ਉਹ ਫਿਰ ਬੋਝ ਬਣ ਜਾਏਗਾ। ਹੁਣ ਤੁਸੀਂ ਓਦਾਂ ਤੁਸੀਂ ਜੇਕਰ ਕੰਮ ਕਰਦੇ ਜੋ, ਖੁਸ਼ੀ ਨਾਲ ਕਰਦੇ ਜੋ, ਤੇ ਫਿਰ ਵੇਖ ਲਓ ਹੁਣ ਚਿੱਤਰਕਾਰ ਆ, ਉਹ ਕਿੰਨੇ ਘੰਟੇ ਚਿੱਤਰ ਕਰਦਾ ਹੀ ਰਹਿੰਦਾ। ਹੁਣ ਜਿਹੜਾ ਪਿਕਾਸੋ ਹੋਇਆ, ਵੈਨ ਗੋ ਹੋਇਆ, ਇਹਨਾਂ ਦੀਆਂ ਫੋਟੋਆਂ ਦੇਖੋਗੇ ਨਾ ਸਾਧ ਸੰਗਤ ਜੀ, ਕਈ ਸਾਲ ਲਗਾਤਾਰ ਇੱਕੋ ਪੇਂਟਿੰਗ ਤੇ ਬੁਰਸ਼ ਚਲਾਈ ਜਾਣਾ। ਆਪ ਮੈਨੂੰ ਕਹੋਗੇ ਨਾ ਚਰਨਜੀਤ ਫਲਾਨਾ ਕੰਮ ਕਰ, 5-6 ਘੰਟਿਆਂ ਬਾਅਦ ਮੈਂ ਕਹਿੰਦਾ ਮੈਂ ਸੈਟਅਪ ਹੋ ਗਿਆ। ਪਰ ਆਪ ਜਸਟ ਸੋਚੋ, ਉਹ ਬੰਦੇ ਥੱਕਦੇ ਨਹੀਂ? ਜਿਹੜਾ ਮੂਰਤੀਕਾਰ ਕਦੇ ਦੇਖਿਆ ਨੂੰ? ਕਦੇ ਲੱਗੇ ਹੀ ਰਹਿੰਦੇ ਪਤਾ ਨਹੀਂ ਕਿੰਨੇ ਸਾਲ। ਆ ਮਹਾਤਮਾ ਬੁੱਧ ਦੀ ਜਿਹੜੀ ਮੂਰਤੀ ਬਣਾਈ, ਜਿਹੜੀ ਇਹਨਾਂ ਨੇ ਅਫਗਾਨਿਸਤਾਨ 'ਚ ਤੋੜਤੀ ਆ, ਨਿੱਜਰ ਸਾਹਿਬ ਕਹਿੰਦੇ 25-26 ਸਾਲ ਲੱਗੇ ਸੀ ਉਹਨੂੰ ਬਣਾਉਣ। ਪੱਥਰ ਨੂੰ ਵੱਢ ਕੇ ਬਣਾਈ ਐਡੀ ਖੂਬਸੂਰਤ ਮੂਰਤੀ। ਕਿਉਂ ਨਹੀਂ ਥੱਕੇ? ਉਹ ਸਾਰਾ ਦਿਨ ਹੀ ਪੱਥਰ, ਸਾਰਾ ਦਿਨ ਹੀ ਧੂਲ, ਠੱਕ ਹੌੜੀ ਤੇ ਸ਼ੈਣੀਆਂ ਦਾ ਕੰਮ। ਪਰ ਉਹ ਕੋਈ ਆਮ ਬੰਦੇ ਦੀ ਮੂਰਤੀ ਨਹੀਂ ਕੱਢ ਰਹੇ, ਉਹ ਸੋਚਦੇ ਕਿ ਅਸੀਂ ਪਰਮਾਤਮਾ ਦੀ ਮੂਰਤੀ ਕੱਢ ਰਹੇ ਹਾਂ। ਤੇ ਫਿਰ ਉਹ ਦੇਖ ਲਓ, ਉਹ ਵਰਕ ਜਿਹੜਾ ਵਾਰਸ਼ਿਪ ਬਣ ਜਾਂਦਾ ਨਿਜਰ ਸਾਹਿਬ। ਜੇ ਤੁਸੀਂ ਵਰਕ ਨੂੰ ਬੋਝ ਸਮਝ ਲਿਆ, ਫਿਰ ਤੇ 2 ਰੋਟੀਆਂ ਤੁਸੀਂ ਪਕਾਈਆਂ, ਤੁਸੀਂ ਥੱਕ ਜਾਣਾ। ਤੁਸੀਂ ਇੱਥੇ ਸੋਚ ਲਿਆ, ਹੁਣ ਮਾਂ ਵਾ, ਜੇ ਮਾਂ ਸੋਚੇ ਕਿ ਮੈਂ ਆਪਣੇ ਬੱਚੇ ਤੇ ਅਹਿਸਾਨ ਕਰਦੀ ਹਾਂ, ਪਰ ਬੱਚੇ ਏਦਾਂ ਕਰਦੇ ਆ, ਬੱਚੇ ਸੋਚਦੇ ਜਦੋਂ ਮਾਂ ਦੀ ਸੇਵਾ ਕਰਦੇ ਆ ਤਾਂ ਉਹ ਸੋਚਦੇ ਮਾਂ ਤੇ ਹੀ ਅਹਿਸਾਨ ਕਰ ਰਹੇ ਆ। ਪਰ ਮਾਂ ਏਦਾਂ ਨਹੀਂ ਸੋਚਦੀ, ਨਾ ਪਿਓ ਸੋਚਦਾ, ਕਿਉਂਕਿ ਉਹਨਾਂ ਦਾ ਪਿਆਰ ਆ। ਉਹ ਬਿਲਕੁਲ ਉੱਥੇ ਕੋਈ ਡਿਮਾਂਡ ਨਹੀਂ ਹੈਗੀ ਉਹਨਾਂ ਦੀ, ਤਾਂ ਹੀ ਉਹ ਤੇ ਥੱਕਦਾ ਨਹੀਂ ਪਿਓ। 4-5 ਬੱਚਿਆਂ ਨੂੰ ਪਾਲਦਾ ਹੈ, ਕਾਟਿਆਂ ਦਾ ਭਾਅ ਹੁੰਦਾ, 7-8 ਜੀ ਹੁੰਦੇ ਪਹਿਲੇ ਜ਼ਮਾਨਿਆਂ 'ਚ, ਸਾਰਿਆਂ ਨੂੰ ਪਾਲੀ ਜਾਣਦੇ ਇੱਕ ਬੰਦਾ। ਨਿਜਰ ਸਾਹਿਬ, ਬਿਲਕੁਲ 7-8 ਬੰਦੇ ਦਾ ਕੰਮ ਕਰ ਰਿਹਾ, ਉਹ ਥੱਕਦਾ ਹੀ ਨਹੀਂ। ਕਿਉਂ ਨਹੀਂ ਥੱਕਦਾ? ਉਹ ਕਹਿੰਦਾ ਮੇਰੇ ਬੱਚੇ ਆ। ਦੇਖੋ ਉਹਨੂੰ, ਉਹ ਕਿੰਨੀ ਉਹਦੇ ਕੋਲ ਪਾਵਰ ਹੈ, ਕਿਉਂਕਿ ਉਹਦਾ ਇੱਕ ਲਫ਼ਜ਼ ਬੋਲਣਾ ਹੀ ਕਿ ਮੇਰੇ ਬੱਚੇ ਨੇ, ਮੇਰਾ ਪਰਿਵਾਰ ਆ ਔਰ ਮੈਂ ਇਹਨਾਂ ਲਈ ਬੈਸਟ ਕੋਸ਼ਿਸ਼ ਕਰ ਰਿਹਾ। ਉਹ ਥੱਕਦਾ ਹੀ ਨਹੀਂ ਬੰਦਾ। ਤੇ ਜੇ ਬੋਝ ਸਮਝੇ ਤੇ 2 ਦਿਨ ਰੋਟੀ ਪਕਾ ਕੇ ਵੇਖ ਲਓ, ਤੀਜੇ ਦਿਨ ਤੁਸੀਂ ਕਹਿਣਾ ਬਈ ਆ ਚੁੱਕੋ ਆਪਣੇ ਪਰਾਤਾਂ, ਸਾਡੇ ਕੋਲ ਨਹੀਂ ਕੰਮ ਹੁੰਦਾ। ਬੋਝ ਇੰਨੀ ਮਾੜੀ ਚੀਜ਼ ਹੈ। ਇਸ ਕਰਕੇ ਖੁਸ਼ੀ ਨਾਲ ਕੰਮ ਕਰੋ, ਚਾਹੇ ਪਾਠ ਵੀ ਕਰੋ। ਜੇ ਭਗਤੀ ਵੀ ਕਰਨੀ ਹੈ ਨਾ, ਇਹ ਸ਼ਰਧਾ ਨਾਲ ਕਰਨੀ ਪੈਣੀ ਹੈ ਤੁਹਾਨੂੰ। ਓਦਾਂ ਤੇ ਬਾਸੀਆਂ ਹੀ ਆਈ ਜਾਣੀਆਂ ਤੁਹਾਨੂੰ, ਤੁਹਾਡੇ ਲਾਗੇ ਕਥਾ ਚੱਲੂਗੀ, ਤੁਹਾਡੇ ਮੂੰਹ 'ਚੋਂ ਬਾਸੀਆਂ ਆਈ ਜਾਣੀਆਂ, ਕਿਉਂਕਿ ਉਹ ਇੰਟਰਸਟ ਨਹੀਂ ਹੈਗਾ, ਸ਼ਰਧਾ ਨਹੀਂ ਹੈਗੀ। ਔਰ ਜੇ ਸ਼ਰਧਾ ਨਹੀਂ ਹੈਗੀ ਤਾਂ ਅਰਦਾਸ ਕਰੋ ਪਰਮਾਤਮਾ ਦੇ ਗਾੜੀ, ਉਹਨੂੰ ਕਹੋ ਕਿ ਮੇਰੇ ਪੁੱਤ ਮੇਰੇ ਅੰਦਰ ਸ਼ਰਧਾ ਪੈਦਾ, ਇਹ ਕਮੀ ਹੈ ਤਾਂ ਕਰ ਦੇਗਾ, ਕੋਈ ਮੁਸ਼ਕਿਲ ਨਹੀਂ ਆ। ਪਰ ਡਿਮਾਂਡ ਕਰਨੀ ਪਊਗੀ, ਬਿਨਾਂ ਡਿਮਾਂਡ ਤੋਂ ਸ਼ਰਧਾ ਨਹੀਂ ਮਿਲਦੀ। ਹਾਂਜੀ ਨਿਜਰ ਸਾਹਿਬ, ਤੋਂ ਕੋ ਬੋਲ ਦੋ ਦੁਬਾਰਾ। ਜੋ ਤਿਰ ਭਵਨ ਤਨ ਮਾਹੇ ਸਮਾਵਾ, ਤਉ ਤਤੈ ਤਤ ਮਿਲਿਆ ਸੱਚ ਪਾਵਾਂ। ਹਾਂਜੀ ਠੀਕ ਹੈ ਜੀ। ਹੁਣ ਜੇ 3 ਭਵਨ ਆ, 3 ਭਵਨ ਦਾ ਮਤਲਬ ਰਜੋ ਤਮੋ ਸਤੋ। ਇਹ ਪ੍ਰਕਿਰਤੀ ਜੋ ਵੀ ਦਿਖਦਾ ਹੈ 3 ਤੱਤਾਂ ਦੀ ਬਣੀ। ਇੱਕ ਬੈਲੈਂਸਿੰਗ ਹੀ ਆ, ਇੱਕ ਤੱਕੜੀ ਨਹੀਂ ਹੁੰਦੀ, ਇੱਕ ਸੱਜਾ ਪੱਲਾ ਤੇ ਇੱਕ ਖੱਬਾ ਪੱਲਾ, ਤੇ ਸੈਂਟਰ ਜਿਹੜਾ ਡੰਡਾ ਜਿਹਾ ਫੜਿਆ ਹੁੰਦਾ ਰੱਸੀ ਦੇ ਨਾਲ, ਉਹਨੂੰ ਸਤੋ ਗੁਣ ਕਹਿੰਦੇ ਆ। ਉਹ ਬੈਲੈਂਸ ਕਰਦਾ, ਕਿਉਂਕਿ ਉਸ ਤੋਂ ਬਿਨਾਂ, ਬੈਲੈਂਸ ਤੋਂ ਬਿਨਾਂ ਕੰਮ ਨਹੀਂ ਹੋਊਗਾ। ਨਾ ਤੇ ਬਿਲਕੁਲ ਸੱਜੇ ਬੰਨੇ ਜਾਣਾ, ਨਾ ਆਪਾਂ ਖੱਬੇ ਬੰਨੇ ਜਾਣਾ, ਆਪਾਂ ਚੱਲਣਾ ਵਿਚਕਾਰ। ਹੁਣ ਕਹਿੰਦੇ 3 ਤੱਤਾਂ ਦੇ ਵਿੱਚ ਜਦੋਂ ਆਪਣੀ ਸੁਰਤੀ ਜਾਂਦੀ ਹੈ ਤੇ ਅਸੀਂ ਸੰਸਾਰ ਨਾਲ ਜੁੜਦੇ ਹਾਂ, ਪਰ ਜਦੋਂ ਸੁਰਤੀ ਅਸੀਂ ਇਹਨਾਂ ਤੋਂ ਤੋੜ ਕੇ ਆਪਣੇ ਆਪ 'ਚ ਲੀਨ ਕਰ ਲੈਂਦੇ ਹਾਂ ਤੇ 3 ਤੱਤ ਕੀ ਹੁੰਦੇ ਸਾਡੇ 'ਚ ਸਮਾ ਜਾਂਦੇ ਆ, ਤੇ
ਉਸ ਤੋਂ ਬਾਅਦ ਕੀ ਹੁੰਦਾ ਕਿ ਸਾਡਾ ਸੱਚ ਦੇ ਨਾਲ ਮਿਲਣ ਹੋ ਜਾਂਦਾ ਹੈ। ਆਤਮਾ, ਕਿਉਂਕਿ ਆਤਮਾ ਦੇ ਵਿੱਚ ਗਤੀ ਨਹੀਂ ਆ, ਉਹ ਅਚਲ ਮੂਰਤ ਆ, ਔਰ ਉਹਨੂੰ ਅਨੁਭਵ ਕਰਨ ਦੇ ਲਈ ਸਾਨੂੰ ਜਿਹੜਾ ਚਿੰਤਨ ਹੈ ਉਹਨੂੰ ਬੰਦ ਕਰਨਾ ਪਊ। ਅੱਜ ਨਹੀਂ ਚੱਲਦਾ ਥੱਥਾ ਅਥਾ ਥਾ ਨਹੀਂ ਪਾਵਾਂ, ਕਹਿੰਦੇ ਉਹ ਮਾਲਕ ਪਰਮਾਤਮਾ ਅਥਾ ਹੈਗਾ, ਉਹਦਾ ਥਾ ਨਹੀਂ ਪਾਇਆ ਜਾ ਸਕਦਾ, ਉਹ ਅਥਾ ਇਹ ਥਿਰ ਨਾ ਰਹਾ ਵਾ। ਔਰ ਦੂਜੀ ਪ੍ਰੋਬਲਮ ਇਹ ਹੈ ਕਿ ਮਨ ਮੇਰਾ ਥਿਰ ਨਹੀਂ ਰਹਿੰਦਾ, ਉਹ ਤਾਂ ਅਥਾ ਹੈਗਾ, ਉਹ ਤਾਂ ਬਿਲਕੁਲ ਹਿਲਦਾ ਡੁੱਲਦਾ ਨਹੀਂ ਹੈ। ਪਰਮਾਤਮਾ ਸਥਿਰ ਹੈਗਾ ਔਰ ਅਥਾ ਹੈਗਾ, ਤੇ ਮੇਰਾ ਮਨ ਜਿਹੜਾ ਹੈਗਾ ਉਹ ਥਿਰ ਨਹੀਂ ਰਹਿੰਦਾ। ਥੋੜੇ ਥਲ ਥਾਨਕ ਆਰੰਭੈ ਬਿਨੀ ਥਾਂਬੈ ਮੰਦਰ ਥੰਬੈ। ਔਰ ਇੱਕ ਪ੍ਰੋਬਲਮ ਹੋਰ ਹੈਗੀ ਆ, ਮੇਰਾ ਮਨ ਕਿਉਂ ਨਹੀਂ ਥਿਰ ਰਹਿੰਦਾ? ਕਿਉਂਕਿ ਇਹਨੂੰ ਜਿਹੜਾ ਹੈਗਾ ਚਿੱਤ ਮਿਲਿਆ ਹੋਇਆ ਆ, ਇੱਕ ਜਿਹੜੀ ਹੈਗੀ ਇੱਕ ਚੇਤਨ ਹੈਗਾ ਇਹਦੇ ਕੋਲ ਦਾ, ਜਿੱਥੇ ਜਿਹੜੇ ਸਾਰੇ ਵਿਚਾਰ ਆਉਂਦੇ ਆ, ਇਹ ਪਟਲ ਹੈਗਾ ਇਹਦਾ। ਕਹਿੰਦਾ ਥੋੜਾ ਜਿਹਾ ਆ ਚੇਤਨ ਮਾਈਂਡ, ਬਹੁਤ ਥੋੜਾ ਜਿਹਾ ਆ। ਕਹਿੰਦੇ ਥੋੜੇ ਜਿਹੇ ਚੇਤਨ ਮਾਈਂਡ ਦੇ ਵਿੱਚ ਇੰਨੇ ਜਿਹੜੇ ਹੈਗੇ ਇਹ ਜਿਹੜੇ ਹੈਗੇ ਇੰਨੇ ਸ਼ਹਿਰ ਬਣਾਉਣੇ ਸ਼ੁਰੂ ਕਰ ਦਿੰਦਾ ਆ। ਥਾਨਕ ਕਹਿੰਦੇ ਆ, ਇੰਨੇ ਸ਼ਹਿਰ ਪਿੰਡ ਵਸਾ ਲੈਂਦਾ ਆ ਉੱਥੇ ਥੋੜੇ ਜਿਹੀ ਜਗ੍ਹਾ ਦੇ ਵਿੱਚ। ਥੋੜੇ ਥਲ ਥਾਨਕ ਆਰੰਭੈ ਬਿਨ ਹੀ ਥਾਂਬੈ ਮੰਦਰ ਥੰਬੈ, ਬਗੈਰ ਥੰਬਿਆਂ ਦੇ ਐਸੇ ਐਸੇ ਘਰ ਬਣਾ ਲੈਂਦਾ ਹਵਾ ਦੇ ਵਿੱਚ ਜਿਹੜੇ ਹੈਗੇ ਉਹ ਜਿਹੜੇ ਮਿੱਠੂ ਰਾਮ ਦੇ ਆਂਡੇ ਕਹਿੰਦੇ ਆ, ਬਸ ਆਹੀ ਕੁਛ ਕਰਦਾ ਰਹਿੰਦਾ। ਇਸ ਕਰਕੇ ਪ੍ਰੋਬਲਮ ਹੈਗੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਅਗਲੀ ਤੁਕ ਦੇ ਵਿੱਚ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਇਹਦੇ ਪਰਮਾਤਮਾ ਜਿਹੜਾ ਵਾ ਸਥਿਰ ਆ। ਹਾਂ, ਕਿਉਂਕਿ ਪਰਮਾਤਮਾ ਕੀ ਉਹ ਟਾਂਗੇ ਦਾ ਧੁਰਾ ਵਾ, ਉਹਦਾ ਚੱਕਾ ਨਹੀਂ ਘੁੰਮਦਾ, ਬਿਲਕੁਲ ਉਹ ਵਾ ਸੈਂਟਰ। ਜਦ ਤੱਕ ਅਸੀਂ ਉਹ ਚੱਕੇ ਦੇ ਸਾਈਡ ਤੇ ਬੈਠੇ ਆ ਨਾ, ਸਾਡਾ ਬ੍ਰਹਮ ਦੇ ਨਾਲ ਮਿਲਣ ਨਹੀਂ ਹੋ ਸਕਦਾ। ਕਿਉਂਕਿ ਅਸੀਂ ਗਤੀ ਕਿਉਂ? ਗਤੀ ਦਾ ਮਤਲਬ ਇਹ ਤਿੰਨ ਤੱਤ, ਇਹਨਾਂ ਤਿੰਨਾਂ ਤੱਤਾਂ ਦੇ ਵਿੱਚ ਸਾਡੀ ਸੁਰਤੀ ਜਦੋਂ ਭਟਕਦੀ ਆ ਤੇ ਅਸੀਂ ਗਤੀ 'ਚ, ਔਰ ਜਦੋਂ ਸਾਡੀ ਸੁਰਤੀ ਆਤਮ ਤੱਤ 'ਚ ਲੀਨ ਹੋ ਜਾਂਦੀ ਆ ਅਸੀਂ ਬ੍ਰਹਮ ਲੀਨ ਹੋ ਜਾਂਦੇ। ਇਸੇ ਲਈ ਤੇ ਕਬੀਰ ਜੀ ਨੇ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਕਿ ਜਦ ਤੱਕ ਤੂੰ ਘੁੰਮ ਰਿਹਾ, ਜਦ ਤੱਕ ਤੇਰੀ ਸੁਰਤੀ ਭਟਕ ਰਹੀ ਆ, ਉਹਨਾਂ ਚਿਰ ਤੱਕ ਤੇਰਾ ਜਿਹੜਾ ਬ੍ਰਹਮ ਦੇ ਨਾਲ ਮਿਲਣ ਨਹੀਂ ਹੋਵੇਗਾ। ਉਸ ਲਈ ਤੁਕ 'ਚ ਕਿਹਾ ਉਹਨਾਂ ਨੇ ਅਤ੍ਰਿਬਨ ਮਤਲਬ ਤਿੰਨਾਂ ਦੇ ਵਿੱਚ ਤੇਰੀ ਜਦ ਤੱਕ ਸੁਰਤੀ ਭਟਕ ਰਹੀ ਆ, ਤੂੰ ਇਸ ਸੰਸਾਰ ਦੇ ਵਿੱਚ ਹੀ ਰਵੇਂਗਾ, ਤੂੰ ਬ੍ਰਹਮ ਨੂੰ ਨਹੀਂ ਜਾਣ ਸਕਦਾ। ਤੇ ਜਦੋਂ ਤੇਰੀ ਸੁਰਤੀ ਇਸ ਟੁੱਟ ਕੇ ਆਤਮ ਤੱਤ 'ਚ ਲੀਨ ਹੋ ਜਾਂਦੀ ਆ, ਸੁਰਤੀ ਦਾ ਆਤਮ ਤੱਤ 'ਚ ਲੀਨ ਹੋ ਜਾਣਾ ਮਤਲਬ ਮਨ ਦਾ ਠਹਿਰ ਜਾਣਾ। ਜਦੋਂ ਸਾਡਾ ਮਨ ਗਤੀਹੀਨ ਹੋ ਜਾਂਦਾ ਨਾ, ਹੁਣ ਸਮਾਧੀ 'ਚ ਤੁਸੀਂ ਜਾਂਦੇ ਜੋ 2-4 ਮਿੰਟ 5 ਮਿੰਟ 10 ਮਿੰਟ ਅੱਧੇ ਘੰਟੇ ਦੀ ਤੁਹਾਨੂੰ ਸਮਾਧੀ ਮਿਲਦੀ ਹੈ। ਉਹ ਨਿਰਵਿਚਾਰ ਸਮਾਧੀ ਦਾ ਮਤਲਬ ਇਹੋ ਹੀ ਹੈ ਕਿ ਅਸੀਂ ਪਰਮਾਤਮਾ ਦੇ ਸਨਮੁਖ ਹੋ ਕੇ ਬਹਿ ਜਾਂਦੇ ਹਾਂ। ਉਹ ਬਹੁਤ ਵੱਡੀ ਅਵਸਥਾ ਹੈ, ਕਿਉਂਕਿ ਉਹਦੇ ਵਿੱਚ ਹੀ ਤਾਂ ਕੁਦਰਤ ਫਿਰ ਪ੍ਰਕਿਰਤੀ ਦੇ ਬੰਧਨ ਤੋਂ ਸਾਨੂੰ ਮੁਕਤ ਕਰ ਦਿੰਦੀ ਹੈ। ਪਰਮਾਤਮਾ ਰੂਪੀ ਸ਼ਕਤੀ ਕੀ ਕਰਦਾ, ਕਿਉਂਕਿ ਪਰਮਾਤਮਾ ਇਕੱਲੇ ਨੂੰ ਨਹੀਂ ਫੜ ਸਕਦਾ। ਪਰਮਾਤਮਾ ਤੇ ਖੁਦ ਅਸਥਿਰ ਤੱਤ ਆ, ਉਹ 'ਚ ਕੋਈ ਗਤੀ ਨਹੀਂ ਹੈਗੀ। ਹੁਣ ਜਦੋਂ ਤੁਹਾਡੀ ਸੁਰਤੀ ਆਤਮ ਤੱਤ 'ਚ ਆਪਣੇ ਆਪ 'ਚ ਲੀਨ ਹੋ ਜਾਂਦੀ ਆ, ਤੁਸੀਂ ਦੇਖੋ ਜਿਹੜਾ ਉਹਦਾ ਮੰਡਲ ਆ, ਇਹਨੂੰ ਕਿਹੜਾ ਮੰਡਲ ਕਹਿੰਦੇ ਆ, ਗਗਨ ਮੰਡਲ। ਹਾਂਜੀ ਹਾਂਜੀ। ਉਹ ਤੇ ਕੋਈ ਗਤੀ ਨਹੀਂ ਹੈਗੀ, ਉਹ ਬਿਲਕੁਲ ਸਥਿਰ ਆ। ਔਰ ਤੁਸੀਂ ਉਹਨੂੰ ਉਦੋਂ ਹੀ ਅਨੁਭਵ ਕਰਦੇ ਜੋ ਜਦੋਂ ਤੁਸੀਂ ਚੇਤਨ ਰੂਪ 'ਚ ਸਥਿਰ ਹੋ ਜਾਂਦੇ ਜੋ। ਉਦੋਂ ਜਿਹੜੀ ਸਾਡੀ ਹੋਂਦ ਹੈ ਨਾ, ਉਹ ਚੇਤਨ ਤੱਤ 'ਚ ਆ। ਪਰਮਾਤਮਾ ਚੇਤਨ ਨਹੀਂ ਹੈਗਾ, ਉਹ ਚੇਤਨ ਨੂੰ ਕੰਟਰੋਲ ਕਰਨ ਵਾਲੀ ਇੱਕ ਹੋਰ ਸ਼ਕਤੀ ਆ। ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਪਰਮਾਤਮਾ ਜਿਹੜਾ ਉਹ ਚੇਤਨ ਆ। ਪਰਮਾਤਮਾ ਚੇਤਨ ਨਹੀਂ ਆ, ਅਸੀਂ ਚੇਤਨ ਆ। ਕਿਉਂਕਿ ਅਸੀਂ ਜੜ ਦੇ ਨਾਲ ਜੁੜੇ ਹੋਏ ਆ, ਇਸ ਕਰਕੇ ਸਾਡੇ 'ਚ ਚੇਤਨਾ ਪੈਦਾ ਹੋਊਗੀ। ਪਰਮਾਤਮਾ ਜਿਹੜਾ ਅਚੇਤਨ ਤੱਤ ਹੈ, ਬਿਲਕੁਲ ਸਮਾਧੀ ਲੀਨ। ਕਿਉਂਕਿ ਜਿਹੜਾ ਟਾਂਗੇ ਦਾ ਧੁਰਾ ਹੈ ਨਾ, ਉਹਦਾ ਕੋਈ ਕੰਮ ਨਹੀਂ ਹੈਗਾ। ਮਤਲਬ ਚੱਕੇ ਨੂੰ ਬੈਲੈਂਸ ਕਰਕੇ ਬੈਠਾ ਹੈ, ਪਰ ਜੇ ਉਹ ਨਹੀਂ ਹੈਗਾ ਤੇ ਚੱਕਾ ਵੀ ਨਹੀਂ ਹੈਗਾ। ਪਰ ਉਹਦਾ ਕੋਈ ਕੰਮ ਨਹੀਂ, ਉਹ ਕੇਵਲ ਉਹਨੂੰ ਰੋਕ ਕੇ ਰੱਖਿਆ ਉਹਨੇ ਸਿਸਟਮ ਨੂੰ ਚਲਾ ਰਿਹਾ। ਇਸੇ ਤਰ੍ਹਾਂ ਇਹ ਸਾਰਾ ਜੋ ਵੀ ਕੁਝ ਹੋ ਰਿਹਾ ਉਹਦੇ ਅੰਦਰ ਹੀ ਰਿਹਾ ਹੈ, ਪਰ ਉਹ ਆਪ ਗਤੀਹੀਨ ਹੈ, ਆਪ ਨਹੀਂ ਉਹ ਭੱਜਦਾ ਦੌੜਦਾ। ਕਿਉਂਕਿ ਪ੍ਰਕਿਰਤੀ ਭੱਜਦੀ ਦੌੜਦੀ ਹੈ। ਇਹ ਪੰਜੇ ਤੱਤ ਨੇ, ਉਹਨਾਂ ਦਾ ਹੀ ਕੰਮ ਹੈਗਾ, ਪਰ ਇਹਨਾਂ ਨੂੰ ਕੰਟਰੋਲ ਕਰਨ ਵਾਲਾ ਪਰਮਾਤਮਾ ਹੈ। ਅੱਜ ਨੇ ਦੱਸਾਂ ਕਹਿੰਦੇ ਅਥਾ ਥਾ ਨਹੀਂ ਪਾਵਾਂ, ਕਹਿੰਦੇ ਉਹ ਥਾ ਆ, ਉਹਦੀ ਥਾ ਨਹੀਂ ਪਾਈ ਜਾ ਸਕਦੀ। ਕਿਉਂ ਨਹੀਂ? ਕਿਉਂਕਿ ਉਹ ਅਥਾ ਇਹ ਥਿਰ ਨਾ ਰਹਾ ਵਾ, ਉਹ ਥਿਰ ਹੈਗਾ, ਕਹਿੰਦੇ ਇਹ ਥਿਰ ਨਹੀਂ ਰਹਿੰਦਾ। ਇਸ ਕਰਕੇ ਜਿਹੜਾ ਹੈਗਾ ਉਹਦੀ ਥਾ ਨਹੀਂ ਪਾਈ ਜਾ ਸਕਦੀ। ਥਾ ਤਾਂ ਵੈਸੇ ਹੀ ਨਹੀਂ ਪਾਈ ਜਾ ਸਕਦੀ, ਪਰ ਜਿਹੜਾ ਹੈਗਾ ਉਹਦੇ ਵਿੱਚ ਮਿਲਣ ਵੀ ਨਹੀਂ ਹੁੰਦਾ। ਥੋੜੇ ਥਲ ਥਾਨਕ ਆਰੰਭੇ, ਥੋੜੇ ਜਿਹੇ ਕਹਿੰਦੇ ਆ, ਥੋੜੀ ਜਿਹੀ ਚੇਤਨਤਾ ਹੈਗੀ ਇਹਦੇ ਅੰਦਰ, ਮਾੜਾ ਜਿਹਾ ਜਿਹੜਾ ਹੈਗਾ ਚਿੱਤ ਹੈਗਾ ਇਹਦਾ, ਤੇ
ਕਹਿੰਦੇ ਉਹਨੇ 'ਚ ਹੀ ਕਹਿੰਦੇ ਇੰਨੇ ਜਿਹੜੇ ਹੈਗੇ ਬਸ ਇੰਨੇ ਸ਼ਹਿਰ ਵਸਾਉਣੇ ਸ਼ੁਰੂ ਕਰ ਦਿੰਦਾ ਹੈ। ਬਿਨ ਹੀ ਥੰਬੈ ਮੰਦਰ ਥੰਬੈ, ਬਗੈਰ ਜਿਹੜੇ ਖੰਭਿਆਂ ਦੇ, ਬਗੈਰ ਸਪੋਰਟ ਦੇ ਹੀ ਮੰਦਰ ਬੜੇ ਮਹਿਲ ਬਣਾ ਦਿੰਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਕਹਿੰਦੇ ਆ ਕਿ ਪ੍ਰਮਾਤਮਾ ਜਿਹੜਾ ਹੈ ਉਹ ਐਂਡਲੈਸ ਆ। ਐਂਡਲੈਸ ਮਤਲਬ ਹੁਣ ਆਪਣਾ ਤੁਸੀਂ ਵੇਖਿਆ ਨਹੀਂ, ਟਾਇਰ ਹੁੰਦਾ, ਉਹ ਟਾਇਰ ਵੀ ਐਂਡਲੈਸ ਆ, ਉਹ ਕਿਤੇ ਸ਼ੁਰੂ ਨਹੀਂ ਹੁੰਦਾ, ਗੋਲ ਆ ਉਹ। ਇਸੇ ਹੀ ਤਰ੍ਹਾਂ ਪ੍ਰਮਾਤਮਾ ਹੀ ਹੈ, ਐਂਡਲੈਸ ਆ, ਉਹ ਕੋਈ ਜੁਆਇੰਟ ਨਹੀਂ ਲੱਗਾ, ਇੱਕ ਜਗ੍ਹਾ ਤੋਂ ਸ਼ੁਰੂ ਹੁੰਦਾ, ਇੱਕ ਜਗ੍ਹਾ ਤੋਂ ਖਤਮ ਹੁੰਦਾ। ਇਸੇ ਹੀ ਤਰ੍ਹਾਂ ਕਹਿੰਦੇ ਉਹਦੀ ਥਾਂ ਨਹੀਂ ਪਾਈ ਜਾ ਸਕਦੀ, ਪਰ ਉਹਨੂੰ ਮਿਲਿਆ ਜਾ ਸਕਦਾ ਹੈ ਜਦੋਂ ਸਾਡੀ ਸੁਰਤੀ ਆਪਣੇ ਅੰਦਰ ਸਥਿਰ ਹੋ ਜਾਂਦੀ ਹੈ। ਮਨ ਜਿਹੜਾ ਨਿਰਵਿਚਾਰ ਹੋ ਕੇ ਚਿੱਤ ਵਿੱਚ ਲੀਨ ਹੋ ਜਾਂਦਾ ਹੈ। ਔਰ ਚਿੱਤ ਕੀ ਕਰਦਾ? ਚਿੱਤ ਬ੍ਰਹਮ ਚ ਲੀਨ ਹੋ ਜਾਂਦਾ। ਹੁਣ ਅਗਲੇ ਬੰਦੇ ਕਹਿੰਦੇ ਨੇ ਕਿ ਛੋਟੀ ਜਿਹੀ ਜਗ੍ਹਾ, ਛੋਟਾ ਜਿਹਾ ਸਾਡਾ ਚਿੱਤ ਆ। ਹੁਣ ਚਿੱਤ ਦੇ ਵਿੱਚ ਵਿਚਾਰ ਆਉਂਦਾ, ਵਿਚਾਰ ਕਿੱਥੋਂ ਆਉਣਾ? ਵਿਚਾਰ ਤੇ ਤੁਹਾਡੇ ਸੰਸਕਾਰ ਨੇ। ਹੁਣ ਗੱਡੀ ਜਿੱਦਾਂ ਦੀ ਭਜਾਈ ਆ ਤੁਸੀਂ, ਬਿਲਕੁਲ ਉਹੀ ਚਿੰਤਨ ਚੱਲਣਾ ਨਹੀਂ, ਜਿੱਦਾਂ ਵੱਖਰਾ ਕਿੱਥੋਂ ਆ ਜਾਣਾ। ਹੁਣ ਆਪਾਂ ਚਿੰਤਨ ਕਿਹੜਾ ਕਰਦੇ ਹਾਂ? ਉਹੀ ਕਰਦੇ ਹਾਂ ਜਿਹੜਾ ਅਸੀਂ ਜੀਵਨ ਬਤੀਤ ਕਰ ਰਹੇ ਹਾਂ। ਹੁਣ ਤੁਹਾਡੇ ਮਨ 'ਚ ਵਿਚਾਰ ਕਿੱਥੋਂ ਦੇ ਆਉਣੇ ਆ? ਹੁਣ ਜੋ ਮੈਂ ਸਾਰਾ ਦਿਨ ਕੰਮ ਕਰ ਰਿਹਾ, ਜਾਂ 10-15 ਸਾਲਾਂ ਤੋਂ, 20 ਸਾਲਾਂ ਤੋਂ, 50 ਸਾਲਾਂ ਤੋਂ ਮੈਂ ਜਿੱਦਾਂ ਦਾ ਜੀਵਨ ਬਤੀਤ ਕੀਤਾ ਹੈ, ਉਸੇ ਹੀ ਤਰ੍ਹਾਂ ਦਾ ਮੇਰਾ ਚਿੱਤ ਦਾ ਨਿਰਮਾਣ ਹੋ ਗਿਆ। ਹੁਣ ਮੈਨੂੰ ਵਿਚਾਰ ਵੀ ਕਾਹਦੇ ਆਉਣੇ? ਉਹਨਾਂ ਚੀਜ਼ਾਂ ਦੇ ਆਉਣੇ। ਪਰ ਕਹਿੰਦੇ ਆ ਕਿ ਇਹ ਐਸੇ ਵਿਚਾਰ ਨੇ ਬਿਨਾਂ ਉਹਦੇ ਥੰਬਾਂ ਦੇ, ਇਹ ਮੰਦਿਰ ਉਸਾਰੀ ਕਰਨ ਵਾਲਾ ਕੰਮ ਹੈ। ਕਿ ਮਤਲਬ ਹੁਣ ਇੱਕ ਮੰਦਿਰ ਆ, ਉਹਨੂੰ ਬਣਾਉਣ ਦੇ ਲਈ ਉਹਦੀਆਂ ਥੰਮੀਆਂ ਤੇ ਚਾਹੀਦੀਆਂ ਨੇ, ਪਰ ਕਹਿੰਦਾ ਮਨ ਨੂੰ ਥੰਮੀ ਨਹੀਂ ਚਾਹੀਦੀ। ਉਹ ਬਿਨਾਂ ਥੰਮੀਆਂ ਤੇ ਉਹ ਹਵਾ ਮਹਿਲ ਬਣਾ ਦਿੰਦਾ ਹੈ। ਬਿਲਕੁਲ। ਪਰ ਹਵਾ ਮਹਿਲ ਬਣਾਉਂਦਾ ਹੀ ਰਹਿੰਦਾ ਵਾ, ਬਣਾਉਂਦਾ ਨਹੀਂ ਉਹਨਾਂ ਨੂੰ, ਢਾਉਂਦਾ ਵੀ ਹੈ। ਢਾਉਂਦਾ ਵੀ ਹੈਗਾ। ਹਾਂ, ਬਣਾਈ ਜਾਂਦਾ। ਉੱਥੇ ਕਿਹੜਾ ਖਰਚਾ ਆਉਂਦਾ ਵਾ? ਤੁਸੀਂ ਵੇਖ ਲਓ ਜ਼ਿੰਦਗੀ ਚ, ਕਹਿੰਦੇ ਕਿ ਜਿਹੜਾ ਬੰਦਾ ਹੁੰਦਾ ਨਾ, ਜੇ 100% ਸੋਚਦਾ ਹੈ ਨਾ, 1% ਵੀ ਉਹ ਨਹੀਂ ਕਰਦਾ ਕੰਮ। ਆਪ ਜਸਟ ਸੋਚ ਲਓ, 1% ਕੀ 0.1 ਵੀ ਨਹੀਂ ਕਰਦਾ ਹੋਣਾ। ਸਾਰੀ ਜ਼ਿੰਦਗੀ ਸੋਚਦਾ ਰਹਿੰਦਾ ਬੰਦਾ, ਔਰ ਫਿਰ ਕਦੇ ਵੀ ਉਸ ਤਰ੍ਹਾਂ ਦਾ ਨਹੀਂ ਕਰਦਾ। ਹਾਂ, ਸੋਚਣਾ ਕੋਈ ਮਾੜੀ ਚੀਜ਼ ਨਹੀਂ ਆ। ਹਾਂ, ਤੁਹਾਡੇ ਜੀਵਨ ਦਾ ਕੋਈ ਵੱਡਾ ਫੈਸਲਾ ਹੈ, ਤੁਸੀਂ ਚਿੰਤਨ ਕਰ ਸਕਦੇ ਜੀ, ਉਹ ਇੱਕ ਅਲੱਗ ਚੀਜ਼ ਆ, ਖੁਦ ਚਿੰਤਨ ਕਰਨਾ। ਹੁਣ ਮੈਂ ਇੱਥੇ ਬੈਠਾ ਵਾਂ ਔਰ ਮੈਂ ਚਾਹੁੰਦਾ ਕਿ ਇੱਥੇ ਮੈਂ ਰਸੋਈ ਬਣਾਉਣੀ ਆ, ਬਾਥਰੂਮ ਬਣਾਉਣਾ ਹੈ, ਕੋਈ ਪ੍ਰੋਬਲਮ ਨਹੀਂ, ਮੈਂ ਵਿਚਾਰ ਕਰ ਸਕਦਾ। ਮੈਨੂੰ ਲੋੜ ਹੈ, ਮੈਂ ਕਾਪੀ ਪੈਨ ਲਿਖਾਂਗਾ, ਲੈ ਕੇ ਤੇ ਉਹਦੇ ਨਾਲ ਲਿਖਣਾ ਸ਼ੁਰੂ ਕਰ ਦਾਂਗਾ, ਕੋਈ ਗੱਲ ਨਹੀਂ। ਪਰ ਜਦੋਂ ਬਣਾਉਣਾ ਹੀ ਕੁਛ ਨਹੀਂ, ਨਿਚਲ ਸਾਹਿਬ ਐਵੇਂ ਆ, ਫਿਰ ਕਬੀਰ ਜੀ ਉਸੇ ਚੀਜ਼ ਨੂੰ ਮਨਾ ਕਰ ਰਹੇ ਨੇ ਕਿ ਫਿਰ ਥੰਮੀਆਂ ਤੋਂ ਬਿਨਾਂ ਮੰਦਿਰ ਨਹੀਂ ਬਣਾਈਦਾ, ਇਹ ਕੰਮ ਨਾ ਕਰੋ। ਇਸ ਲਈ ਫਿਰ ਕੀ ਕਰਨਾ ਹੈ? ਇਸ ਲਈ ਫਿਰ ਜਦੋਂ ਮਨ ਏਦਾਂ ਦੇ ਮਹਿਲ ਬਣਾਉਣ ਦੀ ਕੋਸ਼ਿਸ਼ ਕਰੇ, ਇਹਨੂੰ ਰੋਕੋ। ਉਹਨੂੰ ਫਿਰ ਇਹ ਕੰਮ ਚੰਗਾ ਨਹੀਂ, ਵਰਜਿਤ ਹੈ, ਗੁਰਬਾਣੀ ਚ ਮਨਾ ਕੀਤਾ ਹੈ ਕਬੀਰ ਜੀ ਨੇ ਖਾਸ ਕਰਕੇ। ਨਹੀਂ, ਏਦਾਂ ਦਾ ਕੰਮ ਨਹੀਂ ਕਰਨਾ, ਜਿਹੜਾ ਕੰਮ ਤੂੰ ਕਰਨਾ ਹੀ ਨਹੀਂ। ਔਰ ਕਾਫੀ ਸਮੇਂ ਤੋਂ ਤੂੰ ਮੈਨੂੰ ਏਦਾਂ ਕਰਨ ਵਾਸਤੇ ਕਹਿ ਰਹੇ ਆ, ਹਰ ਦਿਨ ਜਾਂਦਾ ਹੈ ਉੱਥੇ ਮੱਕੜੀ ਦਾ ਜਾਲਾ ਬਣਾਉਂਦਾ ਰਹਿਣਾ। ਮੈਂ ਤੁਹਾਨੂੰ ਨਾ ਇੱਕ ਛੋਟੀ ਜਿਹੀ ਗੱਲ ਸੁਣਾਉਣਾ। ਕਿ ਜਦੋਂ ਮੈਂ ਇੱਥੇ ਸਕੂਲੇ ਪੜ੍ਹਦਾ ਸਾਂ ਤੇ ਛੋਟਾ ਜਿਹਾ ਸ਼ੀਸ਼ਾ ਲੱਗਾ ਸੀ ਸਾਡੇ ਕਲਾਸ ਦੇ ਵਿੱਚ। ਹਾਂਜੀ। ਉਹ ਨਿੱਜਰ ਸਾਹਿਬ ਚਿੜਾ ਜਿਹਾ ਪਤਾ ਚਿੜੀ ਜੀ ਰੋਜ਼ ਹੀ ਆਉਣਾ ਤੇ ਚੁੰਝਾਂ ਮਾਰੀ ਜਾਣੀਆਂ ਉਹਨੇ ਉਹ ਸ਼ੀਸ਼ੇ ਤੇ, ਮਿਲਣਾ ਕੁਛ ਵੀ ਨਹੀਂ ਉਹਨੂੰ। ਉਹ ਲੱਗਦਾ ਕਿ ਸਾਹਮਣੇ ਕੋਈ ਚਿੜਾ ਬੈਠਾ, ਸਾਰਾ ਦਿਨ ਚੁੰਝ ਮਾਰੀ ਜਾਣੀ। ਪਿਓ ਦਾ ਪੁੱਤ ਥੱਕ ਜਾਂਦਾ ਸੀ ਪਰ ਹਟਦਾ ਨਹੀਂ। ਉਹ ਹਿਸਾਬ ਸਾਡੇ ਮਨ ਦਾ। ਇਹ ਕੀ ਕਰਦਾ ਹੈ, ਇਹ ਸ਼ੀਸ਼ੇ ਦੇ ਵਿੱਚ ਜਿਹੜੀ ਬਣ ਰਹੀ ਹੈ ਨਾ, ਉਹਦੇ ਪਿੱਛੇ ਭੱਜ ਰਿਹਾ। ਸ਼ੀਸ਼ੇ ਤੇ ਕੁਛ ਨਹੀਂ ਹੈਗਾ, ਚਿੱਤ ਦੇ ਵਿੱਚ ਵੀ ਕੁਛ ਨਹੀਂ ਹੈਗਾ, ਬਸ ਦਿਖਦਾ ਹੈ। ਕਿਉਂਕਿ ਸ਼ੀਸ਼ੇ ਚ ਲੱਗਦਾ, ਸ਼ੀਸ਼ਾ ਜਿੱਦਾਂ ਆਪਣੇ ਆਪ ਨੂੰ ਸ਼ੀਸ਼ਾ ਵਾ, ਸ਼ੀਸ਼ੇ ਨੂੰ ਭਰਮ ਪੈ ਜੇ ਇਹ ਤਸਵੀਰ ਮੈਂ ਵਾਂ, ਪਰ ਹੈ ਨਹੀਂ ਉਹ, ਕੇਵਲ ਉਹਦੇ ਤੇ ਦਿਖਦੀ ਪਈ ਆ। ਪਰ ਇਹੋ ਹਿਸਾਬ ਸਾਡੇ ਮਨ ਦਾ। ਮਨ ਕੀ ਕਰਦਾ ਹੈ? ਮਨ ਉਹਨੂੰ ਅਸਲੀ ਸਮਝਦਾ ਹੈ, ਸ਼ੀਸ਼ੇ ਦੇ ਚਿੱਤਰ ਨੂੰ। ਉਹ ਨਹੀਂ ਸੋਚਦਾ ਕਿ ਸ਼ੀਸ਼ਾ ਵਾਂ, ਮੈਂ ਇੱਕ ਸ਼ੀਸ਼ਾ ਵਾਂ, ਮੇਰੇ ਅੰਦਰ ਚੀਜ਼ ਬਣ ਰਹੀ ਆ। ਪਰ ਨਾ, ਉਹ ਕਹਿੰਦਾ ਸੱਚ ਹੈਗਾ। ਇਸ ਕਰਕੇ ਤੇ ਉਹਨੂੰ ਬਣਾਉਂਦਾ ਨਿੱਜਰ ਸਾਹਿਬ। ਜਿਹੜਾ ਚਿੜਾ ਮੈਂ ਬਾਅਦ ਦੀ ਗੱਲ ਕਰਦਾ, ਉਹ ਚਿੜਾ ਸਾਡੇ ਅੰਦਰ ਵੀ ਹੈਗਾ ਵਾ। ਬਿਲਕੁਲ। ਉਹ ਚਿੜਾ ਕੀ ਉਹਨੂੰ ਸੱਚ ਸਮਝਦਾ। ਜਿੱਦਾਂ ਉਹ ਚਿੜਾ, ਆਪਾਂ ਤਾਂ ਤੁਸੀਂ ਹੱਸ ਦੇਣੇ ਆ ਕਿ ਚਿੜਾ ਵੇਖ ਲਓ, ਉਹਨੂੰ ਪਤਾ ਨਹੀਂ ਆ ਜਾਨਵਰ ਆ, ਕਿੱਦਾਂ ਚੁੰਝਾਂ ਮਾਰਨ ਆ ਜਾਂਦਾ ਹਰ ਦਿਨ। ਪਰ ਉਹ ਚਿੜਾ ਸਾਡੇ ਅੰਦਰ ਵੀ ਹੈ। ਉਹ ਕੱਚ ਦੇ ਵਿੱਚ ਕੁਛ ਵੀ ਨਹੀਂ ਹੈਗਾ, ਬਸ ਫੋਟੋ ਦਿਖਦੀ ਪਈ ਆ, ਪਰ ਉਹ ਕੱਚ ਦਾ ਹਿੱਸਾ ਨਹੀਂ ਹੈਗਾ। ਕੱਚ ਇੱਕ ਅਲੱਗ ਚੀਜ਼ ਆ, ਚਿੱਤਰ ਇੱਕ ਅਲੱਗ ਚੀਜ਼ ਆ। ਉਹ ਤੋਂ ਬਾਹਰੀ ਚੀਜ਼ ਦਾ ਜਿਹੜਾ ਅਕਸ਼ ਆ, ਉਹਦੇ ਅੰਦਰ ਦਿਖਾਈ ਦੇ ਰਿਹਾ। ਪਰ ਕੋਸ਼ਿਸ਼ ਕਰੋ ਚਿੜੇ ਵਾਲਾ ਕੰਮ ਨਾ ਕਰੋ, ਉਹਨੂੰ ਤਿਆਗ ਕਰ। ਹਾਂਜੀ ਨਿਜਤ ਦੱਦਾ ਦੇਖ ਜੋ ਬਿਨਸਨ ਹਾਰਾ,
ਕਹਿੰਦੇ ਦੇਖ ਇਹ ਵੀ ਦੇਖ ਲੈ ਜੋ ਤੇਰੇ ਸਾਹਮਣੇ ਜਿਹੜਾ ਹੈਗਾ ਇਹ 3 ਗੁਣੀ ਮਾਇਆ ਆ, ਤਮੋ ਰਜੋ ਸਤੋ, ਇਹ 5 ਤੱਤਾਂ ਦੀ ਰਚਨਾ ਜਿਹੜੀ ਹੈਗੀ ਹੈ ਸਾਰੀ ਦੀ ਸਾਰੀ ਬਿਨਸਨ ਵਾਲੀ ਹੈ। ਇਹ 5 ਤੱਤ ਪਰਮਾਤਮਾ ਨੇ ਆਪਣੀ ਸ਼ਕਤੀ ਦੇ ਨਾਲ ਬਣਾਏ ਆ। ਇਹ ਜੋ ਕੁਛ ਵੀ ਤੇਰੇ ਸਾਹਮਣੇ ਆਕਾਰ ਦਿਸ ਰਿਹਾ ਆ ਇਹ ਸੱਚ ਨਹੀਂ ਹੈਗਾ। ਦੱਦਾ ਦੇਖ ਜੋ ਬਿਨਸਨ ਆ ਰਿਹਾ, ਇਹ ਸਾਰਾ ਬਿਨਸਨ ਵਾਲਾ ਆ। ਦੇਖ ਲੈ ਇਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਸਮਝ ਲੈ ਇਸ ਗੱਲ ਨੂੰ, ਮੇਰੀ ਗੱਲ ਨੂੰ। ਜਸ ਅਦੇਖ ਤਸ ਰਾਖ ਵਿਚਾਰਾ, ਜਿਹੜਾ ਨਹੀਂ ਦਿਸ ਰਹੀ ਚੀਜ਼ ਉਹਦੇ ਅੰਦਰ ਵਿਚਾਰ ਰੱਖ। ਜਿਹੜਾ ਇਸ ਨੂੰ ਚਲਾ ਰਿਹਾ ਹੈ, ਜਿਹੜਾ ਇਸ ਨੂੰ ਗਤੀ ਦੇ ਰਿਹਾ ਹੈ, ਉਹਦੇ ਵਿੱਚ ਵਿਚਾਰ ਰੱਖ ਆਪਣਾ, ਉਹਦੇ ਵੱਲ ਧਿਆਨ ਕਰ। ਕਿਵੇਂ? 10ਵੇਂ ਦਵਾਰ ਕੁੰਜੀ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ। ਕਹਿੰਦੇ 10ਵਾਂ ਦਵਾਰ ਹੈ ਤੇਰੇ ਅੰਦਰ, 9 ਦੁਆਰੇ ਜਿਹੜੇ ਹੈਗੇ ਇਹਨਾਂ ਦੇ ਥਰੂ ਜਿਹੜੀ ਹੈ ਪ੍ਰਾਣ ਸ਼ਕਤੀ ਜਾਇਆ ਨਾ ਕਰ। ਉਹ ਪ੍ਰਾਣ ਸ਼ਕਤੀ ਉੱਪਰ ਲੈ ਕੇ ਜਾ 10ਵੇਂ ਦਵਾਰ। ਉਹ ਪ੍ਰਾਣ ਸ਼ਕਤੀ ਚਾਬੀ ਹੈਗੀ ਆ। ਹੁਣ ਜਿਹੜੇ ਧਿਆਨ ਸਿਮਰਨ ਦੇ ਦੁਆਰਾ ਵਿਚਾਰ ਬੰਦ ਕਰ ਔਰ ਚਾਬੀ ਲਗਾ। 10ਵੇਂ ਦਵਾਰ ਕੁੰਜੀ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ। ਤਾਂ ਉਹ ਮਾਲਕ ਪਰਮਾਤਮਾ ਦਿਆਲੂ ਜਿਹੜਾ ਹੈਗਾ ਉਹਦੇ ਦਰਸ਼ਨ ਹੋ ਜਾਂਦੇ ਆ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਪਹਿਲੀ ਤੋਂ ਬੋਲ ਦੋ, ਦੱਦਾ ਦੇਖ ਜੋ ਬਿਨਸਨ ਹਾਰਾ, ਜਸ ਅਦੇਖ ਤਸ ਰਾਖ ਵਿਚਾਰਾ। ਹਾਂ ਦੇਖੋ ਕਹਿੰਦੇ ਆ ਕਿ ਤੁਸੀਂ ਜਿਹੜਾ ਬਿਨਸਨ ਹਾਰੇ ਦਾ ਮਤਲਬ ਕਿ ਇਹ ਚੀਜ਼ ਸਥਿਰ ਨਹੀਂ ਹੈਗੀ। ਹਾਂ। ਔਰ ਆਪਾਂ ਹਟਦੇ ਕਿੱਥੋਂ? ਬਿਲਕੁਲ। ਆਪਾਂ ਛੱਡਦੇ ਹਾਂ, ਆਪਾਂ ਤੇ ਸੋਚਦੇ ਹਾਂ ਕਿ ਹਾਂ ਨਾ ਜਾਂ ਉਹ ਬੰਦਾ ਜਿਹੜਾ ਵਾ ਮੇਰਾ ਬੜਾ ਵੱਡਾ ਦੁਸ਼ਮਣ ਹੈ। ਆਪਾਂ ਕਿੰਨੀ ਈਰਖਾ ਕਰਦੇ ਹਾਂ, ਕਿੰਨੀ ਜੈਲਸੀ ਕਰਦੇ ਹਾਂ, ਪਰ ਆਪਾਂ ਨਹੀਂ ਨਾ ਸੋਚਦੇ ਉਹ ਬੰਦੇ ਦਾ ਸੁਭਾਅ ਹੀ ਏਦਾਂ ਦਾ ਵਾ, ਇਸ ਕਰਕੇ ਏਦਾਂ ਕਰਦਾ ਵਾ। ਪਰ ਆਪਾਂ ਤੇ ਚੇਤਨ ਹੋ ਕੇ ਉਹਦੇ ਨਾਲ ਲੜਦੇ ਪਏ। ਚਲੋ ਬੰਦਾ ਇੱਕ ਬੰਦੇ ਦੇ ਨੁਕਸ ਹੈ ਦਿਮਾਗ, ਉਹਦਾ ਸੁਭਾਅ ਹੀ ਏਦਾਂ ਦਾ ਵਾ। ਪਰ ਇਹਦਾ ਮਤਲਬ ਥੋੜੀ ਕਿ ਉਹਦਾ ਮੂੰਹ ਲਾਲ ਵੇਖ ਕੇ ਅਸੀਂ ਆਪਣਾ ਚਪੇੜਾ ਮਾਰ ਕੇ ਲਾਲ ਕਰ ਲਈਏ। ਪਰ ਆਪਾਂ ਅਕਸਰ ਏਦਾਂ ਕਰਦੇ ਹਾਂ। ਹੁਣ ਕਈਆਂ ਬੰਦੇ ਦਾ ਸੁਭਾਅ ਹੀ ਹੁੰਦਾ ਲੜਨਾ। ਉਹ ਇਹ ਨਹੀਂ ਕਿ ਤੁਹਾਡੇ ਨਾਲ ਲੜਦੇ ਹੋ, ਤੁਸੀਂ ਦੇਖੋਗੇ ਉਹਨਾਂ ਨੂੰ ਆਪਣੇ ਆਪ ਤੇ ਗੁੱਸਾ ਆਈ ਜਾਊਗਾ। ਉਹ ਆਪਣੇ ਮੂੰਹ ਤੇ ਚਪੇੜਾ ਵੀ ਮਾਰ ਸਕਦੇ ਆ, ਇੱਥੋਂ ਤੱਕ ਕਿ ਰੁੱਖਾਂ ਨੂੰ ਡੰਡੇ ਮਾਰ ਸਕਦੇ ਆ, ਜਾਨਵਰਾਂ ਨੂੰ ਕੁੱਟ ਸਕਦੇ ਆ। ਤੁਸੀਂ ਦੇਖੋ ਲੋਕ ਏਦਾਂ ਕਰਦੇ ਨੇ। ਪਰ ਜਿਹੜਾ ਬੰਦੇ ਨੂੰ ਆਪਣੇ ਆਪ ਤੇ ਕੋਈ ਕੰਟਰੋਲ ਹੀ ਨਹੀਂ ਆ, ਔਰ ਜਿਹੜੇ ਬੰਦੇ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ, ਜੇਕਰ ਉਹਦੇ ਕਰਕੇ ਅਸੀਂ ਆਪਣੀ ਸ਼ਾਂਤੀ ਭੰਗ ਕਰਦੇ ਹਾਂ, ਇਹ ਕੋਈ ਸਿਆਣਪ ਦਾ ਕੰਮ ਨਹੀਂ। ਠੀਕ ਹੈ, ਇਸ ਕਰਕੇ ਕਹਿੰਦੇ ਕਿ ਜਿਹੜਾ ਬਿਨਸਨਹਾਰੀ ਚੀਜ਼ ਆ ਉਹਦੇ ਕਰਕੇ ਆਪਣਾ ਸਮਾਂ ਬਰਬਾਦ ਨਾ ਕਰੋ। ਹਾਂਜੀ ਅਗਲੀ ਤੋਂ ਬੋਲੋ। ਜਸ ਅਦੇਖ ਤਸ ਰਾਖ ਵਿਚਾਰਾ, ਜਿਹੜਾ ਨਹੀਂ ਦਿਖ ਰਿਹਾ ਇਹਦੇ ਪਿੱਛੇ ਇਹਨੂੰ ਚਲਾ ਰਿਹਾ ਸ੍ਰਿਸ਼ਟੀ ਨੂੰ, ਉਹਦੇ ਅੰਦਰ ਵਿਚਾਰ ਰੱਖ, ਉਹਦਾ ਧਿਆਨ ਕਰ। ਹਾਂਜੀ ਵੀਰ। ਹਾਂ ਮੈਂ ਕਹਿੰਦੇ ਕਿ ਜਿਹੜੀ ਚੀਜ਼ ਦੇ ਪਿੱਛੇ ਆ ਉਹਦਾ ਧੁਰਾ, ਉਹਦੇ ਵੱਲ ਧਿਆਨ ਰੱਖ। ਕੱਲ ਵੀ ਕਬੀਰ ਜੀ ਨੇ ਸਮਝਾਇਆ ਵਾ ਕਿ ਉਸ ਚੀਜ਼ ਨੂੰ ਪਹਿਲਾਂ ਮੰਨ ਕਿ ਧੁਰਾ ਹੈਗਾ ਇਹਦੇ ਮਗਰ ਕੋਈ। ਬਿਲਕੁਲ। ਕਿਉਂਕਿ ਉਹ ਤਾਂ ਚੱਕਰ ਕਿਤੇ ਟਿਕੂਗਾ। ਆਪ ਜਸਟ ਸੋਚੋ, ਇਹ ਪੱਖਾ ਤੁਸੀਂ ਸੋਚ ਛੱਡੋਗੇ ਤਾਂ ਹੀ ਚੱਲਣਾ, ਆਪਣੇ ਆਪ ਕਿੱਥੋਂ ਚੱਲੂਗਾ? ਬਿਲਕੁਲ। ਇਹ ਆਪ ਇੰਨੀ ਤੇ ਬੁੱਧੀ ਰੱਖਦੇ ਜੋ ਨਾ, ਹੁਣ ਤੁਹਾਡੀ ਕਾਰ 'ਚ ਤੇਲ ਹੈਗਾ ਤੇ ਚੱਲੂਗੀ, ਬੈਟਰੀ 'ਚ ਬੱਤੀ ਹੈਗੀ ਤੇ ਚੱਲੂਗੀ। ਇਹ ਧਰਤੀ ਆਪਣੇ ਆਪ ਕਿੱਦਾਂ ਘੁੰਮੂਗੀ? ਇਹ ਕੌਣ ਘੁਮਾ ਰਿਹਾ? ਇਹ ਜੇ ਆਪਾਂ ਇਸ ਚੀਜ਼ ਦਾ ਥੋੜਾ ਜਿਹਾ ਚਿੰਤਨ ਕਰਦੇ ਹਾਂ, ਜੇ ਸਾਡੇ ਅੰਦਰ ਇੱਕ ਹੋਂਦ ਬਣਦੀ ਆ ਪਰਮਾਤਮਾ ਦੀ। ਉਦਾਂ ਕਿੱਥੇ ਪਰਮਾਤਮਾ ਹੈਗਾ? ਪਰਮਾਤਮਾ ਨੂੰ ਉਦਾਂ ਲੱਭਣ ਜਾਓਗੇ, ਡਿਫਾਈਨ ਕਰੋਗੇ, ਤੁਹਾਨੂੰ ਪਰਮਾਤਮਾ ਦਾ ਕੁਝ ਪਤਾ ਨਹੀਂ ਲੱਗਣਾ। ਪਰਮਾਤਮਾ ਦੀ ਉਸਤਤ ਕਰਨਾ, ਉਹਦੀ ਆ ਜੋ ਵੀ ਪ੍ਰਕਿਰਤੀ ਦੀ ਰਚਨਾ ਕੀਤੀ ਆ, ਜੇਕਰ ਸਾਨੂੰ ਇਹ ਦਿਖਾਈ ਨਹੀਂ ਦੇ ਰਹੀ ਨਾ, ਤੇ ਫਿਰ ਪਰਮਾਤਮਾ ਹੈ ਵੀ ਨਹੀਂ ਜੇ। ਕਿਤੇ ਨਹੀਂ ਹੈਗਾ ਪਰਮਾਤਮਾ। ਕਿੱਥੇ ਹੈਗਾ ਪਰਮਾਤਮਾ? ਤੇ ਪ੍ਰਕਿਰਤੀ 'ਚ। ਹੁਣ ਤਿਤਲੀਆਂ ਵੇਖੋ, ਆਪ ਜਸਟ ਤਿਤਲੀਆਂ ਵੇਖੋ, ਪਤਾ ਹੀ ਨਹੀਂ ਕਿੰਨੀ ਕਿਸਮ ਦੀਆਂ ਤਿਤਲੀਆਂ ਤੇ ਨਿੱਜਰ ਸਾਹਿਬ ਉਹਨਾਂ ਦੇ ਪਰ ਵੇਖੇ, ਕਿੰਨੇ ਖੂਬਸੂਰਤ ਰੰਗ ਉਹਨਾਂ ਦੇ ਵਿੱਚ, ਪਤਾ ਹੀ ਨਹੀਂ ਕਿੱਥੋਂ ਕਲਾਕਾਰੀ ਕੀਤੀ, ਡਿਜ਼ਾਈਨਿੰਗ ਵੇਖੋ ਨਿੱਜਰ ਸਾਹਿਬ। ਉਹ ਜਿਹੇ ਰੰਗ ਤਾਂ ਆਪਾਂ ਬਣਾ ਹੀ ਨਹੀਂ ਸਕਦੇ। ਉਹਨੇ ਇੰਨੀ ਕਲਾਕਾਰੀ ਕੀਤੀ ਛੋਟੇ ਜਿਹੇ ਪੀਸ ਦੇ ਵਿੱਚ, ਕਿੰਨਾ ਜ਼ਿਆਦਾ ਪ੍ਰੋਜੈਕਸ਼ਨ। ਤੇ ਇਸ ਕਰਕੇ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਉਹਦੀ ਕਾਇਨਾਤ ਨੂੰ ਦੇਖਣਾ ਪਊਗਾ। ਉਹਦਾ ਤੁਹਾਡਾ ਸੰਬੰਧ ਨਹੀਂ ਸਥਾਪਿਤ ਹੋਣਾ ਉਹਦੇ ਨਾਲ। ਤੁਸੀਂ ਲਾਗੇ ਬੰਨੇ ਨਜ਼ਰ ਮਾਰੋ, ਉਹਦੀ ਕਾਇਨਾਤ ਨੂੰ ਦੇਖਣਾ ਪਊਗਾ। ਇਹ ਇੰਨੀ ਪਰਫੈਕਸ਼ਨ, ਇੰਨੀ ਕੁਆਲਿਟੀ, ਇੰਨਾ ਜਿਹੜੀ ਉਹਨੇ ਰਚਨਾ ਕੀਤੀ ਹੈ, ਔਰ ਇਹਦੇ ਪਿੱਛੇ ਕਾਰਨ ਕੀ ਆ? ਔਰ ਮੈਂ ਇੱਥੇ ਕੀ ਕਰਦਾ ਫਿਰਦਾ? ਮੇਰੇ ਜੀਵਨ ਦੀ ਪ੍ਰਾਪਤੀ ਕੀ ਆ? ਮੈਂ ਜੀਵਨ ਬਤੀਤ ਕਰ ਲਿਆ। ਦੇਖੋ ਆਪਾਂ ਪਤਾ ਕੀ ਆ, ਆਪਾਂ ਕੰਮ ਕਰਦੇ, ਇੱਕ ਦਿਨ ਕੰਮ ਕੀਤਾ, ਮਹੀਨਾ ਕੰਮ ਕੀਤਾ, ਆਪਾਂ ਤਨਖਾਹ ਲਈ ਆ, ਤੇ ਫੇਰ ਹੀ ਪਤਾ ਲੱਗਦਾ ਨਾ ਕਿ 10-15 ਹਜ਼ਾਰ ਰੁਪਇਆ ਮੇਰੇ ਹੱਥ 'ਚ ਆ ਗਿਆ, 20,000 ਹੱਥ 'ਚ ਆ ਗਿਆ।
ਚੀਜ਼ ਜਰਾ ਮੇਰੇ ਹੱਥ 'ਚ ਆਇਆ ਪ੍ਰੋਗਰੈਸ। ਜੇ ਆਪਾਂ ਕੰਮ ਕਰੀ ਜਾਈਏ ਪ੍ਰਾਪਤੀ ਕੁਝ ਵੀ ਨਾ ਹੋਵੇ ਤੇ ਇਹ ਫਿਰ ਇਹੋ ਜਿਹਾ ਕੰਮ ਕਰਨ ਦਾ ਕੀ ਫਾਇਦਾ। ਜੇ ਬੰਦਗੀ ਕਰਦੇ ਆ, ਭਗਤੀ ਕਰਦੇ ਆ, ਤੇ ਉਹਦੇ ਪਿੱਛੇ ਵੀ ਸਾਨੂੰ ਪ੍ਰਾਪਤ ਹੋਣਾ ਚਾਹੀਦਾ ਕੁਝ। ਸਾਡੇ ਜੀਵਨ 'ਚ ਉਚਾਈ ਹੋਣੀ ਚਾਹੀਦੀ। ਜੇ ਉਚਾਈ ਨਾ ਆਈ ਤੇ ਫਿਰ ਤੇ ਇੱਕ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਆ। ਉਹ ਤਾਂ ਭਾਵੇਂ ਜਿੰਨਾ ਮਰਜ਼ੀ ਦੇ ਲੈ। ਕਬੀਰ ਜੀ ਕਹਿੰਦੇ ਆ ਕਿ ਇਹ ਚੀਜ਼ਾਂ ਜਿਹੜੀਆਂ ਅਨੁਭਵ ਦਾ ਵਿਸ਼ਾ ਹੈ ਔਰ ਤੁਹਾਨੂੰ ਅਨੁਭਵ ਕਰਨਾ ਪਊਗਾ। ਹਾਂਜੀ, ਫਿਰ ਅਗਲੇ ਬੰਦੇ ਕਹਿੰਦੇ ਕਿ ਜਿਹੜਾ ਇਹਨਾਂ ਅੱਖਾਂ ਦੇ ਨਾਲ ਦਿਖਾਈ ਨਹੀਂ ਦਿੰਦਾ, ਕਿਉਂਕਿ ਉਹ ਅੱਖਾਂ ਦਾ ਵਿਸ਼ਾ ਨਹੀਂ ਹੈਗਾ। ਪਰਮਾਤਮਾ ਅੱਖਾਂ ਦਾ ਵਿਸ਼ਾ ਨਹੀਂ ਹੈ, ਕਿਉਂਕਿ ਪਰਮਾਤਮਾ ਇਹ ਜੜ ਨਹੀਂ ਆ। ਇਹ ਜੜ ਉਹ ਚੋਂ ਆਇਆ ਪਰ ਇਹ ਪਰਮਾਤਮਾ ਨਹੀਂ ਹੈ। ਕੋਈ ਚੀਜ਼ ਉਹ ਚੋਂ ਆਈ ਹੋਵੇ, ਇਸ ਕਰਕੇ ਇਹਦੇ ਅੰਦਰ ਉਸ ਦੀ ਹੋਂਦ ਨਹੀਂ ਹੈਗੀ। ਇਸ ਤੋਂ ਅੱਗੇ ਜਿਹੜੀ ਚੇਤਨ ਹੈ, ਚੇਤਨ ਤੋਂ ਵੀ ਅੱਗੇ ਜਾਣਾ ਪਊਗਾ, ਮਨ ਤੋਂ ਅੱਗੇ ਜਾਣਾ ਪਊਗਾ। ਤੇ ਫਿਰ ਕਹਿੰਦੇ ਆ ਕਿ 10ਵਾਂ ਦੁਆਰ ਕੁੰਜੀ ਸਭ ਦੀਜੇ ਜਬ ਦੀਜੇ। ਤੇ ਹੁਣ ਕੁੰਜੀ ਦਾ ਮਤਲਬ ਇੱਥੇ ਇਹੋ ਹੀ ਆ ਕਿ ਜਦੋਂ ਸਾਡੀ ਸੁਰਤੀ ਨਿਰਾ ਆਕਾਰ ਦੇ ਵਿੱਚ ਸਥਿਰ ਹੋ ਜਾਂਦੀ ਹੈ ਤੇ ਪ੍ਰਮਾਤਮਾ ਦੀ ਰਹਿਮਤ ਆ। ਆਪਣੇ ਆਪ ਕਿੱਥੋਂ ਮਨ ਥੋੜੀ ਰੁਕਦਾ ਵਾ ਨਿਜੇ ਸਾਹਿਬ। ਮਨ ਜੇ ਰੁਕ ਗਿਆ ਨਾ, ਤੁਹਾਨੂੰ 2-4 ਮਿੰਟ ਦੀ 10 ਮਿੰਟ ਦੀ ਸਮਾਧੀ ਮਿਲਦੀ ਪਈ ਆ, ਤੇ ਫਿਰ ਉਹਦੀ ਕਿਰਪਾ ਹੀ ਆ। ਕਿਉਂਕਿ ਉਹ ਦਿੰਦਾ ਹੈ ਤੇ ਤਾਂ ਹੀ ਉਹ ਮਿਲਦਾ। ਉਦਾਂ ਇਹ ਕੰਮ ਨਹੀਂ ਜੋ ਮਿਲਦਾ। ਹੋਰ ਜੋ ਮਰਜ਼ੀ ਤੁਸੀਂ ਨਹੀਂ ਵੀ ਮੰਗਦੇ ਨਾ, ਤੁਸੀਂ ਪ੍ਰਮਾਤਮਾ ਦੀ ਹੋਂਦ ਨੂੰ ਨਹੀਂ ਸਵੀਕਾਰ ਕਰਦੇ। ਬਾਕੀ ਸਭ ਕੁਝ ਆਪਣੇ ਆਪ ਆਈ ਜਾਣਾ। ਪਰ ਇਹ ਜਿਹੜੀ ਸਮਾਧੀ ਹੈ, ਇਹ ਜਿਹਨੂੰ 10ਵਾਂ ਦੁਆਰ ਕਹਿ ਦਿੰਦੇ ਹਾਂ ਆਪਾਂ, ਜਦੋਂ ਸੁਰਤੀ ਸਾਡੀ ਆਪਣੇ ਆਪ ਸਥਿਰ ਹੋ ਜਾਂਦੀ ਹੈ, ਮਨ ਉਹਦੇ ਵਿੱਚ ਲੀਨ ਹੋ ਜਾਂਦਾ ਹੈ, ਫਿਰ ਸੁਰਤੀ ਚੇਤਨਾ 'ਚ ਲੀਨ ਹੋ ਜਾਂਦੀ ਹੈ। ਚੇਤਨਾ ਫਿਰ ਕਹਿੰਦੀ ਹੈ ਕਿ ਇੱਕਦਮ ਚਿੱਤ ਦੇ ਵਿੱਚ ਛਾਂ ਜਾਂਦੀ ਹੈ, ਔਰ ਚਿੱਤ ਕੀ ਕਰਦਾ ਹੈ, ਇੱਕਦਮ ਚੇਤਨ ਚ ਰੂਪ ਚ ਸਥਿਰ ਹੋ ਜਾਂਦਾ ਹੈ। ਹੁਣ ਕੋਈ ਗਤੀ ਨਹੀਂ ਹੈ, ਇੱਕਦਮ ਝੀਲ ਦਾ ਪਾਣੀ ਠਹਿਰ ਗਿਆ, ਹੁਣ ਕੋਈ ਤਰੰਗ ਨਹੀਂ ਪੈਦਾ ਹੋ ਰਹੀ। ਹਾਂ, ਜੇ ਇੱਕ ਦਾ ਵਿਚਾਰ ਆ ਵੀ ਗਿਆ, ਉਹ ਆਵੇਗਾ ਤੇ ਚਲਾ ਜਾਵੇਗਾ, ਉਹ ਚਿੱਤ ਨੂੰ ਫੜ ਨਹੀਂ ਸਕਦਾ। ਹੁਣ ਇਹ ਹੌਲੀ ਹੌਲੀ ਅਵਸਥਾ ਬਣਦੀ। ਹਾਂਜੀ ਨਜਰ ਸਾਹਿਬ, ਅਗਲੀ ਤੋਂ ਬੋਲੀ। ਹਾਂਜੀ, 10ਵੇਂ ਦੁਆਰ ਕੁੰਜੀ ਜਬ ਦੀਜੇ ਤਉ ਦਿਆਲ ਕੋ ਦਰਸ਼ਨ ਕੀਜੇ। ਤਾਂ ਫਿਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਪ੍ਰਗਟ ਹੁੰਦਾ ਹੈ, ਤਾਂ ਜਿਹੜੀ ਸੁਰਤ ਆਤਮਾ ਚ ਲੀਨ ਹੋ ਜਾਂਦੀ ਹੈ। ਹਾਂਜੀ ਵੀ ਬਲਕਿ ਠੀਕ ਹੈ ਜੀ। ਉਹ ਕੁੰਜੀ ਦਾ ਮਤਲਬ ਹੈ ਕਿ ਵਿਧੀ ਦਾ ਪਤਾ ਲੱਗ ਜਾਣਾ, ਉਸ ਅਵਸਥਾ ਨੂੰ ਅਨੁਭਵ ਕਰਨ ਦਾ ਜਿਹੜਾ ਸਾਧਨ ਹੈ, ਤਰੀਕਾ ਪਤਾ ਲੱਗ ਜਾਣਾ, ਐਸੀ ਸੰਗਤ ਮਿਲ ਜਾਣੀ, ਤੇ ਫਿਰ ਉਹ ਪ੍ਰਮਾਤਮਾ ਆਪਣੇ ਦਰ ਦੀ ਕੁੰਜੀ ਦੇ ਦਿੰਦਾ। ਫਿਰ ਤੁਸੀਂ ਜਦੋਂ ਮਰਜ਼ੀ ਤੁਹਾਡਾ ਦਿਲ ਕਰਦਾ ਅੱਖਾਂ ਬੰਦ ਕਰਕੇ ਤੁਸੀਂ ਆਤਮਾ ਚ ਲੀਨ ਹੋ ਸਕਦੇ। ਉਹ ਪਰ ਕੁੰਜੀ ਤੁਹਾਡੀ ਹੈ, ਉਹ ਤੁਹਾਡੇ ਨਾਲ ਹੀ ਰਹੇਗੀ। ਤੇ ਉਹ ਤੁਸੀਂ ਜਦੋਂ ਵੀ ਤੁਹਾਡਾ ਦਿਲ ਕਰਦਾ, ਭਾਵੇਂ 5 ਮਿੰਟ ਦੀ ਟੁੱਕੀ ਮਾਰ ਲਓ, ਭਾਵੇਂ 10 ਮਿੰਟ ਦੀ ਟੁੱਕੀ ਮਾਰ ਲਓ, ਪ੍ਰਮਾਤਮਾ ਤੁਹਾਨੂੰ ਕੁੰਜੀ ਦੇ ਦੇਗਾ। ਕਹਿਣ ਤੋਂ ਭਾਵ ਕਿ ਆਪਣੇ ਦਰ ਦਾ ਧੰਨ ਬਿਲਕੁਲ ਕੁੰਜੀ ਦੇ ਦੇਗਾ। ਔਰ ਕੁੰਜੀ ਆਪਾਂ ਕਿਸੇ ਨੂੰ ਦੇ ਨਹੀਂ ਸਕਦੇ, ਉਹ ਕੁੰਜੀ ਆਪਾਂ ਹੀ ਯੂਜ਼ ਕਰ ਸਕਦੇ ਹਾਂ। ਪਰ ਤੁਸੀਂ ਦੱਸ ਸਕਦੇ ਕਿ ਮੈਨੂੰ ਕੁੰਜੀ ਪ੍ਰਾਪਤ ਹੋ ਗਈ ਆ, ਪਰ ਤੁਸੀਂ ਕਿਸੇ ਨੂੰ ਦੇ ਨਹੀਂ ਸਕਦੇ। ਹਾਂਜੀ ਜੀ। ਤੱਦਾ ਅਰਧ ਉਰਧ ਨਿਬੇੜਾ। ਕਹਿੰਦੇ ਦੇਖ ਲਾ, ਇਹ ਪ੍ਰਕਿਰਤੀ ਜਿਹੜੀ ਤੈਨੂੰ ਦਿਸ ਰਹੀ ਹੈ ਅੱਧੀ ਹੈਗੀ ਪਾਈ, ਔਰ ਇਹਦੇ ਪਿੱਛੇ ਜਿਹੜਾ ਉਰਧ ਹੈਗਾ ਉਹ ਮਾਲਕ ਪਰਮਾਤਮਾ ਹੈਗਾ, ਨਹੀਂ ਦਿਸਣ ਵਾਲਾ ਜਿਹੜਾ ਹੈਗਾ, ਆਕਾਰ ਰਹਿਤ ਹੈ, ਨਿਰਗੁਣ ਪਰਮਾਤਮਾ ਹੈਗਾ। ਇਹ ਪ੍ਰਕਿਰਤੀ 3 ਗੁਣਾਂ ਦੇ ਵਿੱਚ ਆ, ਉਹ ਨਿਰਗੁਣ ਹੈਗਾ ਪਰਮਾਤਮਾ, ਤੇ ਨਿਬੇੜਾ ਇਹਦੇ ਵਿੱਚ ਹੀ ਆ ਭਾਈ। ਅਰਧੇ ਉਰਧ ਨਿਬੇੜਾ, ਤੱਦਾ ਅਰਧੇ ਉਰਧ ਨਿਬੇੜਾ, ਅਰਧੇ ਉਰਧੇ ਮੰਜੇ ਬਸੇਰਾ। ਇਹਦੇ ਅਰਧੇ ਉਰਧ ਦੇ ਵਿੱਚ ਹੀ ਜਿਹੜਾ ਹੈਗਾ ਮਨ ਨੇ ਬਸਣਾ ਹੈ ਭਾਈ, ਇਹਦੇ ਵਿੱਚ ਹੀ ਬਸੇਰਾ ਹੈਗਾ। ਇਹ ਦੋਨਾਂ ਦੇ ਮਿਲਣ ਦੇ ਨਾਲ ਹੀ ਬਸੇਰਾ ਹੋਣਾ ਹੈ, ਇਹਦੇ ਵਿੱਚ ਹੀ ਜਿਹੜਾ ਹੈਗਾ ਸੁਰਤ ਨੇ ਲੀਨ ਹੋਣਾ ਹੈ। ਅਰਧ ਤੋਂ ਉਰਧ ਤੱਕ ਆਹੀ ਯਾਤਰਾ ਹੈਗੀ ਭਾਈ। ਸੁਰਤ ਦੀ ਜਿਹੜੀ ਆਤਮਾ ਤੱਕ ਯਾਤਰਾ ਆਹੀ ਹੈਗੀ ਆ। ਅਰਧ ਜਿਹੜੀ ਹੈਗੀ ਆ ਇਹ ਸੁਰਤ ਹੈਗੀ, ਤੇ ਉਰਧ ਜਿਹੜੀ ਹੈਗੀ ਆਤਮਾ ਹੈਗੀ, ਦੋਨਾਂ ਦਾ ਮਿਲਨ ਹੋਣਾ ਹੈ। ਤੱਦਾ ਅਰਧੇ ਉਰਧ ਨਿਬੇਰਾ, ਅਰਧੇ ਉਰਧੇ ਮੰਜੇ ਬਸੇਰਾ। ਅਰਧੇ ਛਾੜ ਉਰਧ ਜੋ ਆਵਾਂ, ਤੋ ਅਰਧੇ ਉਰਧ ਮਿਲਿਆ ਸੁਖ ਪਾਵਾਂ। ਕਹਿੰਦੇ ਅਰਧ ਨੂੰ ਛੱਡ ਕੇ ਉਰਧ ਵੱਲ ਆਉਣਾ ਹੈ ਭਾਈ। ਇਹ ਜੋ ਪ੍ਰਕਿਰਤੀ ਜੋ ਦਿਸ ਰਹੀ ਹੈ 3 ਗੁਣਾਂ ਦੀ ਰਚਨਾ, ਇਹਦੇ ਤੋਂ ਸੁਰਤ ਜਿਹੜੀ ਹੈਗੀ ਨਿਕਲੂਗੀ, ਤਾਂ ਜਿਹੜੀ ਹੈਗੀ ਉਹ ਉਰਧ ਦੇ ਵਿੱਚ ਜਾਊਗੀ, ਤੇ ਤਾਂ ਸੁਖੀ ਹੋਏਗਾ ਇਨਸਾਨ, ਤਾਂ ਯਾਤਰਾ ਪੂਰੀ ਹੋਏਗੀ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਉਹ ਇੱਥੇ ਕਹਿ ਰਹੇ ਨੇ ਕਿ ਜੇ ਤੇ ਤੂੰ ਇਹ ਪ੍ਰਕਿਰਤੀ ਦੇ ਵਿੱਚ ਜੀਵਨ ਬਤੀਤ ਕਰਦਾ, ਹਾਂ, ਤੇ ਫਿਰ ਤੂੰ ਇੱਧਰ ਹੀ ਰਹੇਂਗਾ, ਇੱਥੇ ਗਤੀ ਕਰੇਂਗਾ, ਕਿਉਂਕਿ ਤੈਨੂੰ ਪਾਰ ਜਾਣਾ ਪਊਗਾ। ਬਿਲਕੁਲ, ਮਨ ਤੋਂ ਅੱਗੇ ਜਾਣਾ ਪਊਗਾ। ਮਨ ਤੋਂ ਅੱਗੇ ਹੈ ਪਰਮਾਤਮਾ।
ਔਰ ਜਦ ਤੱਕ ਤੂੰ ਮਨ ਦੇ ਵਿੱਚ ਬੈਠਾ ਹੈ, ਤੇਰੀ ਸੁਰਤੀ ਵੀ ਮਨ 'ਚ ਬੈਠੀ ਹੈ, ਤੇ ਸੰਸਾਰ ਕੀ ਹੈ, ਤੂੰ ਪਾਰ ਨਹੀਂ ਜਾ ਸਕਦਾ। ਪਾਰ ਜਾਣ ਦਾ ਤਰੀਕਾ ਹੈ ਤੈਨੂੰ ਮਨ ਦੇ ਵਿੱਚ ਪ੍ਰਵੇਸ਼ ਕਰਨਾ ਪਊਗਾ। ਨਿਰਾ ਵਿਚਾਰ ਅਵਸਥਾ ਜਿਹੜੀ ਆ ਉਹ ਮਨ ਦੇ ਅੰਦਰ ਆ, ਮਨ ਦੇ ਬਾਹਰ ਨਹੀਂ। ਔਰ ਜਦੋਂ ਸੁਰਤੀ ਤੁਹਾਡੀ ਮਨ ਦੇ ਵਿੱਚ ਸਥਿਰ ਹੋ ਗਈ ਤੇ ਮਨ ਦੇ ਵਿੱਚ ਸੁਰਤੀ ਸਥਿਰ ਹੋਣ ਤੋਂ ਬਾਅਦ ਹੀ ਤੁਹਾਨੂੰ ਚਿੱਤ ਦੇ ਦਰਸ਼ਨ ਹੁੰਦੇ ਆ। ਉਹਦਾ ਚਿੱਤ ਦਾ ਤੇ ਤੁਹਾਨੂੰ ਪਤਾ ਨਹੀਂ ਲੱਗਦਾ, ਤੁਹਾਨੂੰ ਕਿਤੇ ਚਿੱਤ ਦਿਖਣਾ। ਉਹਦੇ ਤੇ ਦੁਨੀਆ ਭਰ ਦੀ ਕਹਾਣੀ ਚੱਲਣ ਦੀ, ਉੱਥੇ ਫਿਲਮਾਂ ਚੱਲਣ ਦੀਆਂ ਨੇ। ਹੁਣ ਆਪਾਂ ਜਸਟ ਦੇਖੋ, ਜਦੋਂ ਸਿਨੇਮਾ ਹਾਲ 'ਚ ਆਪਾਂ ਜਾਂਦੇ ਆ ਤੇ ਉਹ ਤੁਸੀਂ ਦੇਖ ਲਓ ਲੋਕੀ ਰੋਣ ਡੈ ਪੈਂਦੇ, ਹੱਸਣ ਡੈ ਪੈਂਦਾ, ਤੇ ਉਹ ਪਤਾ ਵੀ ਆ ਸਾਰੇ ਨਕਲੀ ਐਕਟਰ ਹੈਗੇ, ਪਰ ਉਹ ਬੰਦਾ ਕੀ ਕਰਦਾ, ਉਸ ਫਿਲਮ ਦੇ ਵਿੱਚ ਉਹ ਜੀਵਨ ਨੂੰ ਜਿਉਂਦਾ ਹੈ ਨਜ਼ਰ ਸਾਹਿਬ। ਬਿਲਕੁਲ ਤੁਸੀਂ ਦੇਖੋਗੇ ਨਾ, ਕੋਈ ਵਿਲਨ ਕਿਸੇ ਹੀਰੋ ਦੀ ਭੈਣ ਨੂੰ ਜਾਂ ਉਹਦੀ ਵਾਈਫ ਨੂੰ ਗਲਤ ਹਰਕਤਾਂ ਕਰੇ ਤੇ ਕਈ ਵੇਖੋ ਬੈਠੇ ਬੈਠੇ ਗੁੱਸਾ ਚੜੀ ਜਾਂਦਾ, ਇਹਨੂੰ ਮਾਰ ਮੁੱਕਾ, ਉਹ ਵੀ ਉੱਥੋਂ ਮੁੱਕਾ ਮਾਰਦੇ ਆ ਨਜ਼ਰ ਸਾਹਿਬ ਬੈਠੇ ਲੋਕ। ਬਿਲਕੁਲ, ਕਿਉਂਕਿ ਉਹ ਬੰਦਾ ਉੱਥੇ ਨਹੀਂ ਹੈਗਾ। ਹੁਣ ਉਹ ਬੰਦਾ ਉੱਥੇ ਪਹੁੰਚ ਗਿਆ ਕਿੱਥੇ, ਜਿੱਥੇ ਫਿਲਮ ਦਾ ਸੀਨ ਚੱਲਣ ਦਿਆ ਵਾ। ਉਹਨੂੰ ਸੰਸਾਰ ਨਹੀਂ ਯਾਦ ਹੈਗਾ। ਆ ਦੇਖਿਆ ਨਾ ਤੁਸੀਂ ਫਿਲਮਾਂ ਲੋਕੀ ਕਿਉਂ ਦੇਖਦੇ ਨੇ, ਕਿਉਂਕਿ ਤੇ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਬੰਦਾ ਜਾ ਕੇ ਕਿ ਕਾਈਂਡ ਆਫ ਆਪਣੇ ਆਪ ਨੂੰ ਹਿਪਨੋਟਾਈਜ਼ ਕਰਨਾ ਹੈ। ਜਦੋਂ ਬੰਦਾ ਕੋਈ ਸ਼ਰਾਬ ਪੀਂਦਾ ਕੀ ਕਰਦਾ, ਇਹੋ ਤੇ ਕਰ ਰਿਹਾ, ਚਿੰਤਨ ਨੂੰ ਰੋਕਣਾ ਚਾਹੁੰਦਾ ਹੈ। ਵਿਚਾਰ ਬਹੁਤ ਜ਼ਿਆਦਾ ਨੇ, ਦੁਖੀ ਹੋ ਗਿਆ, ਹੱਲ ਕੋਈ ਨਹੀਂ, ਚਲੋ ਸ਼ਰਾਬ ਪੀ ਲਓ, ਪਰ ਉਹਨੂੰ ਇਹ ਨਹੀਂ ਪਤਾ ਸ਼ਰਾਬ ਦਾ ਨਸ਼ਾ ਜਦੋਂ ਉਤਰੇਗਾ ਵਿਚਾਰ ਫਿਰ ਵਾਪਸ ਆ ਜਾਣੇ। ਇਹ ਕੋਈ ਪਰਮਾਨੈਂਟ ਸੋਲੂਸ਼ਨ ਨਹੀਂ ਹੈਗਾ, ਔਰ ਇਸੇ ਕਰਕੇ ਬਾਰ-ਬਾਰ ਹੀ ਉਸੇ ਕੰਮ ਤੇ ਲੱਗਾ ਰਹਿੰਦਾ। ਹੁਣ ਜਿਹੜੇ ਫਿਲਮਾਂ ਵੇਖਦੇ ਲੋਕ, ਇਹ ਵੀ ਕੋਈ ਵੇਖਣਾ, ਚਲੋ ਵੇਖ ਲਓ, ਕੋਈ ਗੱਲ ਨਹੀਂ, ਮਾੜੀ ਚੀਜ਼ ਨਹੀਂ ਹੈਗੀ ਕਿਤੇ, ਪਰ ਜਦੋਂ ਲੋਕ ਬਾਰ-ਬਾਰ ਉੱਥੇ ਉਹ ਜਾਂਦਾ ਨਾ ਵੇਖਣ ਬੰਦਾ, ਉਹਦਾ ਕਾਰਨ ਇਹੋ ਹੀ ਆ ਕਿਉਂਕਿ ਉਹ ਜ਼ਿੰਦਗੀ ਦੇ ਵਿੱਚ ਕੋਈ ਚੀਜ਼ਾਂ ਵਾ ਉਹਨਾਂ ਨੂੰ ਭੁੱਲਣਾ ਚਾਹੁੰਦਾ। ਉਹ ਇਸ ਕਰਕੇ ਉਹ ਐਸੀਆਂ ਚੀਜ਼ਾਂ ਵੇਖਦਾ, ਉਹ ਦਿਮਾਗ ਉੱਥੇ ਜਾਂਦਾ ਹੈ ਉਹਦਾ, ਉਹ ਫਿਰ ਨਵੀਆਂ ਚੀਜ਼ਾਂ ਵੇਖਦਾ। ਫਿਰ ਉਹ ਹੀਰੋ ਦੇ ਨਾਲ ਜਿਹੜਾ ਕੁਝ ਹੋ ਰਿਹਾ ਜਾਂ ਹੀਰੋਇਨ ਦੇ ਨਾਲ ਜੋ ਕੁਝ ਹੁੰਦਾ ਉਹਨੂੰ ਫੀਲ ਕਰਦਾ ਬੰਦਾ। ਇਸੇ ਹੀ ਤਰ੍ਹਾਂ ਜਿਹੜਾ ਚਿੱਤ ਦੇ ਅੰਦਰ ਚਿੰਤਨ ਚੱਲਦਾ ਹੈ ਨਾ, ਮਨ ਉਹਨੂੰ ਨਕਲੀ ਥੋੜੀ ਸਮਝਦਾ, ਮਨ ਸਮਝਦਾ ਉਹ ਸਭ ਅਸਲੀ ਹੈ। ਔਰ ਉੱਥੋਂ ਉਹ ਚਿੜੇ ਵਾਂਗੂ ਮਿਲਣਾ ਕੁਛ ਨਹੀਂ ਆ, ਪਰ ਹਰ ਦਿਨ ਉੱਥੇ ਜਾਂਦਾ ਹੈ। ਜੋ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ, ਤੁਸੀਂ ਦੇਖੋ, ਔਰ ਤੁਹਾਡੇ ਅੰਦਰ ਉਹ ਜਿਹੜੇ ਖਿਆਲੀ ਮਹਿਲ ਨੇ ਕਿੰਨੇ ਵੱਡੇ ਹੋ ਚੁੱਕੇ ਨੇ, ਔਰ ਉਹਨਾਂ ਨੂੰ ਆਪਾਂ ਖੁਦ ਬੰਦ ਕਰ ਸਕਦੇ ਹਾਂ। ਕੋਈ ਦੁਨੀਆ ਦੀ ਤਾਕਤ ਨਹੀਂ ਬੰਦ ਕਰ ਸਕਦੀ। ਇਸ ਮਨ ਨੂੰ ਆਪਾਂ ਸਮਝਾ ਸਕਦੇ ਹਾਂ ਕਿ ਇਹ ਜਿਹੜੀ ਤੂੰ ਬਕਵਾਸ ਕਰ ਰਿਹਾ ਨਾ, ਇਹਨੂੰ ਬੰਦ ਕਰ ਦੇ। 8-10 ਸਾਲ ਹੋ ਗਏ ਨੇ, ਹੁਣ ਕੁਛ ਨਹੀਂ ਗਾ ਉੱਥੇ, ਪਰ ਇਹਨੂੰ ਉੱਥੇ ਰਸ ਆਉਂਦਾ। ਉਹ ਜਿੱਦਾਂ ਉਹ ਕੁੱਤਾ ਹੱਡੀ ਨਹੀਂ ਖਾਂਦਾ ਤੇ ਆਪੂ ਆਪਣੇ ਮੂੰਹ ਚ ਲਹੂ ਨਿਕਲਦਾ, ਉਹਨੂੰ ਚੰਗਾ ਲੱਗਦਾ। ਇਸੇ ਤਰ੍ਹਾਂ ਮਨ ਨੂੰ ਉਹਨਾਂ ਚੀਜ਼ਾਂ ਚ ਬਹੁਤ ਰਸ ਆਉਂਦਾ ਨਜ਼ਰ ਸਾਹਿਬ। ਬਿਲਕੁਲ ਉਹ ਛੱਡਦਾ ਹੀ ਨਹੀਂ ਆ। ਜਿੰਨਾ ਮਰਜੀ ਸਮਝਾ ਲਓ ਕਿਸੇ ਨੂੰ, ਭਾਈ ਨੈਗੇਟਿਵਿਟੀ ਛੱਡ ਦੋ, ਨਹੀਂ ਛੱਡਦੇ ਭਾਈ। ਹਾਂ, ਉੱਥੇ ਸੂਈ ਫਸੀ ਹੋਈ ਹੈ। ਉਸ ਸੂਈ ਨੂੰ ਕੱਢਣ ਦਾ ਇੱਕ ਤਰੀਕਾ ਹੈਗਾ, ਬੜਾ ਸੌਖਾ ਤਰੀਕਾ, ਪਰਮਾਤਮਾ ਦਾ ਹੁਕਮ ਸੁਣੋ, ਸਮਝ ਲਓ ਬਸ। ਜੋ ਹੋਇਆ ਠੀਕ ਹੈ, ਜੀਵਨ ਸਾਥੀ ਜਿਹੜਾ ਮਿਲਣਾ ਸੀ ਮਿਲ ਗਿਆ, ਗੱਲ ਖਤਮ। ਪਰ ਜਦੋਂ ਤੇਰੇ ਸਾਹਮਣੇ ਰੱਖਿਆ ਸੀ, ਉਦੋਂ ਫੈਸਲਾ ਵੀ ਤੇ ਤੂੰ ਹੀ ਕੀਤਾ ਸੀ ਮੇਜਰ ਸਾਹਿਬ। ਕੋਈ ਜ਼ਬਰਦਸਤੀ ਥੋੜੀ ਕਿਸੇ ਨੇ ਤੈਨੂੰ ਰੱਸੀਆਂ ਨਾਲ ਬੰਨ ਕੇ ਭੇਜਤਾ ਸੀ, ਹੁਣ ਤੂੰ ਰੌਲਾ ਪਾਈ ਜਾਂਦਾ। ਪਰ ਅਕਸਰ ਬੰਦੇ ਦੀ ਇਹੋ ਸ਼ਿਕਾਇਤ ਹੁੰਦੀ ਹੈ ਕਿ ਮੇਰਾ ਜੀਵਨ ਸਾਥੀ ਉਦਾਂ ਦਾ ਨਹੀਂ ਹੈ ਜਿੱਦਾਂ ਦਾ ਮੈਂ ਸੋਚਦਾ। ਹੁਣ ਤੇਰੀ ਸੋਚ ਜਿੱਦਾਂ ਦੀ ਹੈਗੀ ਨਾ, ਉਦਾਂ ਦਾ ਵੀ ਬੰਦਾ ਤੈਨੂੰ ਮਿਲ ਜੂਗਾ, ਤੈਨੂੰ ਉਸੇ ਤਰ੍ਹਾਂ ਦੀ ਜਨਾਨੀ ਮਿਲ ਜੂਗੀ, ਤੂੰ ਫਿਰ ਵੀ ਖੁਸ਼ ਨਹੀਂ ਹੋਣਾ। ਬਿਲਕੁਲ, ਕਿਉਂਕਿ ਤੈਨੂੰ ਭਰਮ ਆ, ਉਹ ਅਸਲ ਚ ਕੁਛ ਨਹੀਂ ਹੈਗਾ। ਪਰ ਬੰਦਾ ਏਦਾਂ ਸੋਚਦਾ ਹੈ ਕਿ ਸ਼ਾਇਦ ਉਹ ਬੰਦਾ ਜਿਹੜਾ ਹੈਗਾ ਨਾ, ਮਿਰਗ ਤ੍ਰਿਸ਼ਨਾ, ਉੱਥੇ ਪਾਣੀ ਹੈਗਾ, ਉੱਥੇ ਚਮਕ, ਪਰ ਉੱਥੇ ਕੁਛ ਨਹੀਂ ਹੈਗਾ। ਉਹ ਬਸ ਭਰਮ ਆ। ਔਰ ਬੰਦੇ ਨੂੰ ਜਿਹੜੀ ਚੀਜ਼ ਉਹਦੇ ਕੋਲ ਹੈਗੀ ਆ, ਉਹ ਬੰਦੇ ਨੂੰ ਦਿਖਾਈ ਨਹੀਂ ਦਿੰਦੀ। ਬੰਦੇ ਨੂੰ ਪਤਾ ਕਿਹੜੀ ਚੀਜ਼ ਦਿਖਾਈ ਦਿੰਦੀ ਆ, ਜਿਹੜੀ ਚੀਜ਼ ਉਹਦੇ ਕੋਲ ਨਹੀਂ ਹੈਗੀ। ਉਹ ਬੰਦੇ ਦੇ ਦੁਖੀ ਹੋਣ ਦਾ ਕਾਰਨ ਕੀ ਹੈ? ਬੰਦਾ ਕਿਤੇ ਨਹੀਂ ਆਪਣੇ ਤੋਂ ਥੱਲੇ ਬਹਿੰਦਾ, ਬੰਦਾ ਹਮੇਸ਼ਾ ਹੀ ਔਖਾ ਹੋ ਕੇ ਤਾਂ ਮੂੰਹ ਚੁੱਕ ਕੇ ਟੈਂਕੀ ਵੱਲ ਵਹਿੰਦਾ, ਆਪਣੇ ਤੋਂ ਜਿਹੜੇ ਉੱਪਰ ਆ ਉਹਨਾਂ ਨੂੰ ਵਹਿੰਦਾ। ਉਹ ਤੇ ਉਹਦਾ ਬੇਅੰਤ ਹੀ ਨਹੀਂ ਹੈਗਾ। ਫਿਰ ਦੁਖੀ ਹੁੰਦੇ ਰਹੋ, ਪਰ ਜੇ ਸੁਖੀ ਹੋਣਾ ਹੈ ਆਪਣੇ ਤੋਂ ਥੱਲੇ ਦੇਖੋ। ਤੁਹਾਡੇ ਵਰਗਾ ਸਰੀਰ ਕਈਆਂ ਲੋਕਾਂ ਕੋਲ ਨਹੀਂ ਹੈਗਾ। ਤੁਹਾਡੇ ਵਰਗਾ ਜੋ ਜੀਵਨ ਦੀ ਸਹੂਲਤ ਹੈ, ਚਾਹੇ ਥੋੜੀ ਹੈ ਚਾਹੇ ਵੱਧ ਆ, ਕਰੋੜਾਂ ਤੋਂ ਜ਼ਿਆਦਾ ਵਧੀਆ। ਤੁਸੀਂ ਦੇਖੋ ਕਈ ਕੰਟਰੀਆਂ ਚ ਉੱਥੇ ਰੋਟੀ ਪਾਣੀ ਵੀ ਨਹੀਂ ਹੈਗਾ ਲੋਕਾਂ ਨੂੰ ਖਾਣ ਵਾਸਤੇ, ਬਹੁਤ ਔਖਾ। ਐਡੇ ਐਡੇ ਮੋਟੇ ਮੱਛਰ ਹੈ, ਡੰਗ ਮਾਰਨ ਤੇ ਮੇਰੇ ਹਿਸਾਬ ਨਾਲ ਉਹ ਚਾਦਰ ਪਾੜ ਦੇਣ। ਉਹ ਵੀ ਤੇ ਲੋਕ ਹੀ ਨੇ, ਲੋਕਾਂ ਕੋਲ ਚੱਪਲਾਂ ਨਹੀਂ ਹੈਗੀਆਂ ਪਾਉਣ ਵਾਸਤੇ।
ਪਰ ਆਪਾਂ ਕਿਤੇ ਸ਼ੁਕਰ ਨਹੀਂ ਕੀਤਾ ਪਰਮਾਤਮਾ ਦਾ। ਕੋਈ ਆਪਾਂ ਲਾਟੀ ਤੇ ਨਹੀਂ ਲੱਗੇ, ਆਪਾਂ ਵੀ ਇੱਕ ਸਾਧਾਰਨ ਇਨਸਾਨ ਹੈ। ਦੇਖੋ ਆਪਣਾ ਜੀਵਨ, ਜੇ ਕੋਈ ਥੋੜਾ ਬਹੁਤਾ ਸੁੱਖ ਹੈਗਾ ਉਹਦੇ ਲਈ ਪਰਮਾਤਮਾ ਦਾ ਸ਼ੁਕਰ ਜ਼ਰੂਰ ਅਦਾ ਕਰੋ, ਨਹੀਂ ਤਾਂ ਤੁਸੀਂ ਸੁਖੀ ਥੋੜੀ ਹੋਣਾ। ਸਾਨੂੰ ਦਿਖਦਾ ਹੀ ਨਹੀਂ, ਸਾਨੂੰ ਆਪਣੀ ਥਾਲੀ 'ਚ ਪਿਆ ਦਿਖਦਾ ਹੀ ਨਹੀਂ। ਅਸੀਂ ਹਮੇਸ਼ਾ ਹੀ ਕੰਪਲੇਂਟ ਕਰਦੇ ਹਾਂ, ਥਾਲੀ ਆ ਗਈ ਆ ਵੇਖ ਕੇ ਹੀ ਵੱਟ ਚੜ ਜਾਣਾ, ਪਤਾ ਨਹੀਂ ਕੀ ਹੋ ਗਿਆ। ਸ਼ੁਕਰ ਕਰ ਤੈਨੂੰ ਰੋਟੀ ਮਿਲਦੀ। ਕਈ ਬੰਦੇ ਨਾਲ ਰੋਟੀ ਵੀ ਨਹੀਂ ਨਸੀਬ ਹੁੰਦੀ, ਕੰਮ ਕਰਕੇ ਵੀ ਨਹੀਂ ਮਿਲਦੀ। ਦੇਖੋ ਲੋਕਾਂ ਦਾ ਹਾਲ ਬਹੁਤ ਟੈਟ ਹੈਗਾ। ਇਸ ਕਰਕੇ ਹਮੇਸ਼ਾ ਹੀ ਪਰਮਾਤਮਾ ਦਾ ਧੰਨਵਾਦ ਕਰੋ। ਜਿੱਦਾਂ ਦਾ ਵੀ ਕੰਮ ਮਿਲਿਆ ਉਹਦਾ ਸ਼ੁਕਰ ਕਰੋ, ਕੰਪਲੇਂਟ ਨਾ ਕਰੋ। ਕੰਪਲੇਂਟ ਕਰੋਗੇ ਨਾ ਬੜਾ ਪ੍ਰੋਬਲਮ ਹੋਈ ਹੈ ਤੁਹਾਡੇ ਨਾਲ, ਤੇ ਤੁਹਾਡੇ ਮਨ ਦੀ ਅਸ਼ਾਂਤੀ ਵੱਧਦੀ ਜਾਣੀ। ਉਹ ਕਹਿੰਦੇ ਆ ਕਿ ਸਾਈਂ ਮੇਰਾ ਐਡਾ ਚੰਗਾ, ਰੁੱਖੀ ਮਿੱਟੀ ਦੇਵੇ, ਡਰਦੀ ਲੂਣ ਨਾ ਮੰਗਦੀ, ਕਿਤੇ ਰੁੱਖੀ ਨਾ ਖੋਲੇ। ਇਸ ਕਰਕੇ ਕਹਿੰਦੇ ਕਿ ਜਿਹੜਾ ਵੀ ਕੁਝ ਮਿਲਿਆ ਨਾ ਸ਼ੁਕਰ ਕਰੋ ਉਹਦਾ, ਔਰ ਉਹਨੂੰ ਚੁੱਪ ਕੇ ਖਾਓ, ਰੌਲਾ ਨਾ ਪਾਓ। ਕਿਉਂਕਿ ਰੌਲਾ ਪਾਉਣ ਦੇ ਨਾਲ ਪਲੇਟ ਨਹੀਂ ਜੇ ਬਦਲ ਜਾਣੀ, ਪਰ ਇਹ ਆ ਕਿ ਜਿਹੜੀ ਰੋਟੀ ਖਾਣੀ ਹੈ ਨਾ ਉਹ ਗਲੇ ਤੁਹਾਨੂੰ ਲੰਘਣੀ ਔਖੀ ਹੋ ਜਾਣੀ ਜੇ। ਤੇ ਜੇ ਉਹਦਾ ਸ਼ੁਕਰ ਕਰਕੇ ਖਾਓਗੇ, ਹੱਥ ਜੋੜ ਕੇ ਖਾਓਗੇ ਕਿ ਮੇਰੇ ਪਿਤਾ ਇਹ ਦਾਤ ਦਿੱਤੀ ਮੈਨੂੰ, ਬੜਾ ਧੰਨਵਾਦ ਤੇਰਾ, ਤੇ ਵੇਖੋ ਸੁੱਕੀ ਰੋਟੀ 'ਚ ਤੁਹਾਨੂੰ ਵਧੀਆ ਸਵਾਦ ਆ ਜਾਣੇ। ਕਿਉਂਕਿ ਤੁਸੀਂ ਮਿਹਰਬਾਨੀ ਉਸ ਪ੍ਰਮਾਤਮਾ ਦੀ ਸਮਝਦੇ ਜੋ ਵੀ ਰਿਜ਼ਕ ਦੇ ਰਿਹਾ, ਜੋ ਵੀ ਜੀਵਨ ਸਾਥੀ ਦਿੱਤਾ ਹੈ, ਜੋ ਵੀ ਕੁਝ ਦੇ ਰਿਹਾ, ਜੋ ਪਦਾਰਥ ਮਿਲੇ ਨੇ, ਉਹਦਾ ਧੰਨਵਾਦ ਜ਼ਰੂਰ ਕਰੋ। ਕਿਉਂਕਿ ਬਿਨਾਂ ਕਾਰਨ ਤੋਂ ਕੋਈ ਚੀਜ਼ ਪ੍ਰਾਪਤ ਨਹੀਂ ਹੁੰਦੀ। ਹਾਂਜੀ ਨਜਰ ਸਾਹਿਬ ਅੱਗੇ ਚੱਲੀਏ। ਤੇ ਕਹਿੰਦੇ ਅਰਧ ਛਾੜ ਉਰਦ ਜੋ ਆਵਾਂ ਤੋ ਅਰਧ ਉਰਦ ਮਿਲਿਆ ਸੁਖ ਪਾਵਾਂ। ਕਹਿੰਦੇ ਦੇਖ ਇਹ ਅਰਧ ਦੇ ਵਿੱਚ ਹੈਗਾ ਹੈ ਤੂੰ, ਇਹ ਜੋ ਪ੍ਰਕਿਰਤੀ ਹੈ 3 ਗੁਣਾਂ ਦੇ ਵਿੱਚ ਚੌਥੇ ਗੁਣ ਦੇ ਵਿੱਚ ਤੈਨੂੰ ਜਾਣਾ ਪੈਣਾ ਹੈ, ਜੋ ਇਹਦੇ ਪਿੱਛੇ ਜੋ ਨਹੀਂ ਦਿਸਦਾ, ਤੇ ਤਾਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੇ ਨਾਲ ਮਿਲਣ ਹੋਣਾ ਆ, ਆਤਮਾ ਦਾ, ਸੁਰਤ ਦਾ ਆਤਮਾ ਦੇ ਨਾਲ, ਤਾਂ ਜਿਹੜੀ ਇਹ ਖੇਡ ਤੋਂ ਬਾਹਰ ਆ ਸਕਦਾ ਆ। ਔਰ ਨੰਨਾ ਨਿਸ ਦਿਨ ਨਿਰਖਤ ਜਾਏ। ਕਹਿੰਦੇ ਇਹ ਨਹੀਂ ਕਿ ਅੱਜ ਧਿਆਨ ਸਿਮਰਨ ਕਰ ਲਿਆ, ਅੱਜ ਭਗਤੀ ਕਰ ਲਈ, ਨਹੀਂ, ਨਿਸ ਦਿਨ, ਰਾਤ ਦਿਨ ਇਹ ਕੰਮ ਕਰਨਾ ਹੈ ਭਾਈ, ਡੇਲੀ ਕਰਨਾ ਹੈ ਇਹ ਕੰਮ। ਨਿਰਖਤ ਜਾਏ ਮਤਲਬ ਉਹ ਮਾਲਕ ਪਰਮਾਤਮਾ ਦੀ ਉਡੀਕ ਕਰਨੀ ਹੈ ਡੇਲੀ। ਨੰਨਾ ਨਿਸ ਦਿਨ ਨਿਰਖਤ ਜਾਏ, ਨਿਰਖਤ ਨੈਣ ਰਹੇ ਰਤਵਾਈ। ਦੇਖ ਲਾ, ਧਿਆਨ ਸਿਮਰਨ ਕਰਦੇ ਕਰਦੇ ਤੇਰੇ ਅੰਦਰ ਇੰਨੀ ਖਿੱਚ ਪੈਦਾ ਹੋ ਜਾਣੀ ਆ ਕਿ ਇੰਨਾ ਤੇਰੇ ਰੰਗ ਜਿਹੜਾ ਹੈਗਾ ਪੂਰਾ ਰਤਿਆ ਜਾਏਗਾ ਪਰਮੇਸ਼ਰ ਦੇ ਰੰਗ ਦੇ ਵਿੱਚ। ਫਿਰ ਨਿਰਖਤ ਜਬ ਜਾਏ ਪਾਵਾਂ, ਤਬ ਲੈ ਨਿਰਖੈ ਨਿਰਖ ਮਿਲਾਵਾ। ਕਹਿੰਦੇ ਬਸ ਨਿਰਖਤ ਦੇ ਜਦ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਅੰਦਰ ਪ੍ਰਗਟ ਹੋ ਜਾਣਾ ਹੈ। ਉਹ ਮਾਲਕ ਪਰਮਾਤਮਾ ਇਸੇ ਤਰੀਕਾ ਹੀ ਤਰੀਕਾ ਹੈ, ਹੋਰ ਕੋਈ ਤਰੀਕਾ ਹੀ ਨਹੀਂ ਹੈਗਾ ਆਤਮਾ ਦੇ ਵਿੱਚ ਜਾਣ ਦਾ। ਤਬ ਲੈ ਨਿਰਖੈ ਨਿਰਖ ਮਿਲਾਵਾ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਰੋਜ਼ ਜਿਹੜਾ ਹੈਗਾ ਧਿਆਨ ਸਿਮਰਨ ਕਰਨ ਦੇ ਨਾਲ ਆ ਹੈਗਾ ਪਾਏ ਨਿਤਨੇਮ, ਇਹਦੇ ਨਾਲ ਜਿਹੜਾ ਹੈਗਾ ਮਿਲਾਪ ਹੁੰਦਾ ਹੈ ਮਾਲਕ ਪਰਮਾਤਮਾ ਦੇ ਨਾਲ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸੰਗਤ ਜੀ ਇੱਥੇ ਕਬੀਰ ਜੀ ਫਿਰ ਅੰਦਰ ਦੀ ਗੱਲ ਕਰ ਗਏ। ਨਿਰਖਤ ਦਾ ਮਤਲਬ ਹੁੰਦਾ ਤੱਕਣਾ, ਉਡੀਕ ਕਰਨੀ। ਹੁਣ ਆਪਾਂ ਧਿਆਨ ਸਿਮਰਨ ਚ ਕੀ ਕਰਦੇ, ਆਪਾਂ ਪਰਮਾਤਮਾ ਕੋਲ ਨਹੀਂ ਜਾ ਸਕਦੇ, ਨਾ ਹੀ ਸਾਨੂੰ ਕੋਈ ਪਰਮਾਤਮਾ ਨਾਲ ਜਾ ਕੇ ਮਿਲਾ ਸਕਦਾ। ਮੁੱਢ ਤੋਂ ਇੱਕ ਨਿਯਮ ਆ, ਜਦੋਂ ਦੀ ਪ੍ਰਕਿਰਤੀ ਬਣੀ ਹੈ, ਕਿਉਂਕਿ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਪਰਮਾਤਮਾ ਹੀ ਸਾਡੇ ਕੋਲ ਆਇਆ ਹੈ। ਅਸੀਂ ਜੇ ਸੁਮੇਰ ਪੱਤਰ ਚ ਲੱਭਣ ਜਾਵਾਂਗੇ, ਮੈਂ ਇੱਥੋਂ ਅਮਰੀਕਾ ਤੁਰ ਜਾ, ਹੋਰ ਮੈਂ ਤਿੱਬਤ ਚੱਲ ਜਾ, ਜਿੱਥੇ ਮਰਜੀ ਚਲਾ ਜਾਵਾਂ, ਉੱਥੇ ਮੈਨੂੰ ਪਰਮਾਤਮਾ ਨਹੀਂ ਮਿਲਣਾ। ਬਾਹਰ ਢੂੰਡੇ ਤੇ ਭਰਮ ਭੁਲਾਏ, ਪਾਣੀ ਚ ਖਾਸ ਕਰਕੇ ਲੈ ਉਲਝ ਜਾਏਗਾ ਕਿ ਬਾਹਰ ਬਹੁਤ ਛਾਲਿਆ ਮਾਇਆ ਹੈਗੀ ਆ, ਬਹੁਤ ਜ਼ਿਆਦਾ ਲਾਈਟ ਆ, ਬਹੁਤ ਜ਼ਿਆਦਾ ਪ੍ਰਕਾਸ਼ ਆ। ਇਹਨੂੰ ਫੜ ਲੈਣਾ ਉਹਨਾਂ ਨੇ। ਕਿੱਦਾਂ ਫੜ ਲੈਣਾ? ਜਿੱਦਾਂ ਬਾਂਦਰ ਨੂੰ ਫੜਦੇ ਨੇ ਫੁੱਲੀਆਂ। ਬਿਲਕੁਲ। ਤੂੰ ਉਹਨਾਂ ਕੋਲ ਚਲਾ ਗਿਆ ਨਾ ਮਦਾਰੀਆਂ ਦੇ ਕੋਲ, ਉਹਨਾਂ ਫੁੱਲੀਆਂ ਪਾਉਣੀਆਂ ਸਰਾਈ ਦੇ ਵਿੱਚ। ਕਿਹੜੀਆਂ ਸਰਾਈ? ਉਹ ਸਰਾਈ ਦੇ ਵਿੱਚ ਕਹਿਣਾ ਹੈ ਕਿ ਤੈਨੂੰ ਪਰਮਾਤਮਾ ਦੇ ਨਾਲ ਅਸੀਂ ਮਿਲਾਉਣੇ, ਸਾਡੇ ਕੋਲ। ਤੇ ਤੂੰ ਪਤਾ ਕੀ ਕਰਨਾ, ਤੂੰ ਮੂਰਖਾਂ ਵਾਂਗੂ ਉੱਥੇ ਜਾ ਕੇ ਬਹਿ ਜਾਣਾ। ਬਸ ਉਹ ਨਾ ਤੈਨੂੰ ਫੁੱਲੀਆਂ ਮਿਲਣੀਆਂ ਤੇ ਨਾ ਤੇਰਾ ਹੱਥ ਤੋਂ ਨਿਕਲਣਾ। ਨਿੱਜਰ ਸਾਹਿਬ ਬਿਲਕੁਲ। ਤੇ ਜ਼ਿੰਦਗੀ ਤੇਰੀ ਉੱਥੇ ਹੀ ਖਤਮ। ਉਹਨਾਂ ਕਿਤੇ ਨਹੀਂ ਕਹਿਣਾ ਕਿ ਤੇਰੇ ਦੇ ਅੰਦਰ ਹੈ ਪਰਮਾਤਮਾ, ਕਿੱਥੇ ਬਾਹਰ ਧੱਕੇ ਖਾਂਦਾ ਫਿਰਦਾ। ਇੰਨੀ ਗੱਲ ਕਹਿਣ ਦੇ ਲਈ ਹਿੰਮਤ ਚਾਹੀਦੀ ਹੈ। ਪਰ ਕਬੀਰ ਸਾਹਿਬ ਤੇ ਹੈਗੀ, ਕਿਉਂਕਿ ਉਹਨਾਂ ਨੂੰ ਲੋੜ ਹੀ ਕੋਈ ਨਹੀਂ। ਉਹ ਤਾਂ ਖੁਦ ਸੂਤ ਕੱਟਣ ਦੇ ਨੇ, ਆਪਣਾ ਕੰਮ ਕਰ ਰਹੇ ਨੇ। ਉਹਨਾਂ ਨੂੰ ਕੀ ਲੋੜ ਪਈ ਸਾਡੇ ਪੈਸਿਆਂ ਦੀ? ਨਹੀਂ ਚਾਹੀਦੇ ਉਹਨਾਂ ਨੂੰ ਸਾਡੇ। ਉਹਨਾਂ ਤੇ ਨਕਸ਼ੇ ਬਣਾ ਕੇ ਸਾਡੇ ਲਈ ਦਿੱਤੇ ਨੇ,
ਫਿਰ ਕਹਿੰਦੇ ਕਿ ਨਿਰਖਤ ਦਾ ਮਤਲਬ ਹੁੰਦਾ ਹੈ ਤੱਕਣਾ। ਹਰ ਦਿਨ ਆਪਾਂ ਜਦੋਂ ਆਪਾਂ ਸਮਾਧੀ ਲੀਨ ਹੁੰਦੇ ਆ ਤੇ ਆਪਣੇ ਅੰਦਰ ਤੱਕਦੇ ਹੀ ਆ ਉਹਨੂੰ, ਪਰਮਾਤਮਾ ਨੂੰ। ਬਿਲਕੁਲ। ਕਿ ਮੇਰੇ ਪਿਤਾ ਰਹਿਮਤ ਕਰ, ਮਿਹਰ ਕਰ। ਉਹ ਇੰਤਜ਼ਾਰ ਵੀ ਬੜਾ ਮਿੱਠਾ ਹੈ। ਫਿਰ ਬਾਣੀ ਚ ਕਿਹਾ ਵਾ, ਅੰਮ੍ਰਿਤ ਵੇਲੇ ਬਬੀਹਾ ਬੋਲਿਆ ਤੇ ਤਾਂਦਰ ਸੁਣੀ ਪੁਕਾਰ, ਮੇਕੇ ਨੂੰ ਫਰਮਾਨ ਹੋਇਆ ਬਰਸੋ ਕਿਰਪਾ ਧਾਰ। ਤੇ ਜਦੋਂ ਆਪਾਂ ਬਾਰ-ਬਾਰ ਉਹਨੂੰ ਤੱਕਦੇ ਆ, ਉਹਦਾ ਇੰਤਜ਼ਾਰ ਕਰਦੇ, ਉਹਦਾ ਇੰਤਜ਼ਾਰ ਵੀ ਬੜਾ ਮਿੱਠਾ ਹੈ। ਇੱਕ ਤੇ ਤੁਹਾਡੇ ਘਰ ਪ੍ਰਾਹੁਣੇ ਨੇ ਆਉਣਾ ਨਾ, ਤੇ ਅਲੱਗ ਚੀਜ਼ ਆ ਗਿਆ, ਪਰ ਕਿਸੇ ਨੇ ਫੋਨ ਕਰਤਾ ਕਿ 5-6 ਦਿਨਾਂ ਤੱਕ ਮੈਂ ਆਉਣਾ ਹੈ। ਉਹ ਹਰ ਦਿਨ ਜਿਵੇਂ ਜਿਵੇਂ ਦਿਨ ਕਰੀਬ ਆਉਂਦਾ ਨਾ, ਤੇ ਉਡੀਕ ਬੜੀ ਉੱਚੀ ਹੋ ਜਾਂਦੀ ਹੈ, ਬੜਾ ਮਜ਼ਾ ਆਉਂਦਾ ਹੈ। ਕਿਉਂਕਿ ਬਹੁਤ ਇਹ ਸੱਜਣ ਹੁੰਦੇ ਨੇ ਕਿ ਰਿਸ਼ਤੇਦਾਰ ਆਪਣੇ ਨਾਲ ਬਹੁਤ ਪਿਆਰ ਹੁੰਦਾ ਹੈ, ਤੇ ਉਹ ਇੰਤਜ਼ਾਰ ਬੜਾ ਮਜ਼ੇ ਵਾਲਾ ਹੁੰਦਾ ਹੈ। ਤੇ ਇਸੇ ਹੀ ਤਰ੍ਹਾਂ ਜਦੋਂ ਅਸੀਂ ਪ੍ਰਮਾਤਮਾ ਦਾ ਇੰਤਜ਼ਾਰ ਕਰਦੇ ਹਾਂ, ਤੇ ਹਰ ਦਿਨ ਜਿਹੜੀ ਨਾ ਸਾਡੇ ਅੰਦਰ ਨਾ ਬੜੀ ਪਿਆਸ ਵੱਧਦੀ ਆ। ਪਰ ਪ੍ਰਮਾਤਮਾ ਵੀ ਪਿਆਰ ਦਾ ਹੀ ਭੁੱਖਾ ਵਾ, ਓਦਾਂ ਨਹੀਂ ਪ੍ਰਮਾਤਮਾ ਕੇਕ ਹੋ ਜਾਂਦਾ। ਉਹਦਾ ਇੰਤਜ਼ਾਰ ਕਰਨਾ ਪਊਗਾ, ਕਿਉਂਕਿ ਬਹੁਤ ਵੱਡਾ ਹੈ, ਵਿਸ਼ਾਲ ਹੈ। ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਕਿ ਇੱਥੇ ਕੋਈ ਉਹ ਜਿੱਥੇ ਮਰਜੀ ਮਤਲਬ ਉਹ ਆਪਣੇ ਆਪ ਹੀ ਆ ਜਾਂਦਾ ਹੈ। ਉਹਦਾ ਇੰਤਜ਼ਾਰ ਕਰਨਾ ਪੈਂਦਾ, ਇੰਤਜ਼ਾਰ ਕਰਨਾ ਪਊਗਾ, ਕਿਉਂਕਿ ਪ੍ਰਮਾਤਮਾ ਏਦਾਂ ਨਹੀਂ ਕਿਸੇ ਨੂੰ ਮਿਲਦਾ। ਨਿਜਰ ਸਾਹਿਬ, ਬਿਲਕੁਲ, ਉਹ ਵੇਟਿੰਗ ਲਿਸਟ 'ਚ ਤੁਹਾਡਾ ਨਾਂ ਲਿਖਿਆ ਹੋਊਗਾ ਤੇ ਜ਼ਰੂਰ ਮਿਲੂਗਾ। ਹੁਣ ਤੁਸੀਂ ਲਿਸਟ 'ਚ ਨਾਂ ਹੀ ਨਹੀਂ ਲਿਖਾਇਆ ਤੇ ਕਿੱਥੋਂ ਮਿਲੂਗਾ? ਉਹ ਇੱਕ ਸਿਸਟਮ ਹੈ ਉਹਦਾ, ਉਹ ਪ੍ਰੋਟੋਕੋਲ ਉਹੀ ਹੈ ਜਿਹੜਾ ਕਹਿੰਦੇ ਨਿਰਖਤ ਦਾ ਮਤਲਬ ਹੈ। ਉਹਨੂੰ ਆਪਾਂ ਅੱਖਾਂ ਬੰਦ ਕਰਕੇ ਆਪਣੀ ਮਨ ਦੀ ਅੱਖ ਦੇ ਨਾਲ ਉਹਨੂੰ ਵੇਖਣਾ ਪਊਗਾ, ਔਰ ਹਰ ਦਿਨ ਉਸ ਦਾ ਇੰਤਜ਼ਾਰ ਕਰਨਾ ਪਊਗਾ। ਹਾਂਜੀ ਨਿਜਰ ਸਾਹਿਬ। ਹਾਂ, ਪੱਪਾ ਅਪਰ ਪਾਰ ਨਹੀਂ ਪਾਵਾਂ, ਪਰਮ ਜੋਤ ਸਿਉ ਪਰਚੋ ਲਾਵਾਂ। ਕਹਿੰਦੇ ਉਹ ਮਾਲਕ ਪਰਮਾਤਮਾ ਪਰੇ ਤੋਂ ਪਰੇ ਹੈਗਾ, ਅਪਰ ਪਾਰ, ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਕਹਿੰਦੇ ਉਹਦੇ ਨਾਲ ਪਰਚਾ ਪੈਣਾ ਹੈ ਭਾਈ, ਉਹਦੇ ਨਾਲ ਪਰਚਣਾ ਪੈਣਾ ਹੈ। ਡੇਲੀ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰਨਾ ਪੈਣਾ ਹੈ। ਪਰਮ ਜੋਤ ਆ ਉਹ, ਉਹਦੇ ਨਾਲ ਪਰਚਣਾ ਪੈਣਾ ਹੈ। ਪਰਮ ਜੋਤ ਸਿਉ ਪਰਚੋ ਲਾਵਾਂ। ਫਿਰ ਕੀ ਹੋਏਗਾ? ਪਾਂਚੋ ਇੰਦਰੀ ਨਿਗ੍ਰਹਿ ਕਰੀ। ਕਹਿੰਦੇ ਜਿਹੜੀਆਂ ਤੇਰੀਆਂ ਗਿਆਨ ਇੰਦਰੀਆਂ ਹੈਗੀਆਂ, ਤੈਨੂੰ ਬਾਹਰ ਦਾ ਆਕਾਰ ਦਾ ਪਦਾਰਥਾਂ ਦਾ ਜਿਹੜਾ ਇਹਨਾਂ ਦੇ ਪਿੱਛੇ ਲਾਈ ਰੱਖਦੀਆਂ ਹੈ, ਇਸ ਤਰੀਕੇ ਦੇ ਨਾਲ ਜਦ ਅੱਖਾਂ ਬੰਦ ਕਰ ਲੈਣਾ, ਵਿਚਾਰ ਤੇਰੇ ਘਟ ਜਾਂਦੇ ਆ, ਬੰਦ ਹੋ ਜਾਂਦੇ ਆ। ਕਹਿੰਦੇ ਇਸ ਤਰ੍ਹਾਂ ਇਹ ਪੰਜੋ ਇੰਦਰੀਆਂ ਜਿਹੜੀਆਂ ਹੈਗੀਆਂ ਨਿਗ੍ਰਹਿ ਹੋ ਜਾਂਦੀਆਂ ਹੈ, ਇਹਨਾਂ ਦਾ ਪ੍ਰਭਾਵ ਘਟ ਜਾਂਦਾ ਹੈ। ਫਿਰ ਪਾਪ ਪੁੰਨ ਦੋ ਨਿਰਵਰੀ। ਕਹਿੰਦੇ ਪਾਪ ਪੁੰਨ ਦੋਨਾਂ ਤੋਂ ਉੱਪਰ ਉੱਠ ਜਾਣਾ ਹੈ। ਫਿਰ ਤੂੰ ਜੋ ਵੀ ਕਰਮ ਕਰਦਾ ਆ, ਉਹ ਕਰਮ ਤੇਰਾ ਜਿਹੜਾ ਲੇਖੇ ਦੇ ਵਿੱਚ ਨਹੀਂ ਹੁੰਦਾ, ਲਿਖਤ ਦੇ ਵਿੱਚ ਨਹੀਂ ਹੁੰਦਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿਜਰ ਸਾਹਿਬ, ਇਹ ਥੋੜਾ ਸਰਲ ਕਰ ਦਿਓ, ਕੀ ਕਹਿੰਦੇ ਨੇ ਕਬੀਰ ਜੀ? ਪੱਪੇ ਅੱਖਰ ਤੋਂ ਗਿਆਨ ਦੇ ਰਹੇ, ਪਰਮ ਪਾਰ ਨਹੀਂ ਪਾਵਾਂ। ਉਹ ਪਰਮ ਪਰਮੇਸ਼ਰ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਮਾਲਕ ਪਰਮਾਤਮਾ ਦਾ ਅੰਤ ਨਹੀਂ ਲੱਭਿਆ ਜਾ ਸਕਦਾ। ਪਰਮ ਜੋਤ ਸਿਉ ਪਰਚੋ ਲਾਵਾਂ, ਉਹਦੇ ਨਾਲ ਭਾਈ ਪਰਚਾ ਪਾਇਆ ਜਾ ਸਕਦਾ, ਵਰਨਾ ਪਰਚਿਆ ਜਾ ਸਕਦਾ ਹੈ। ਉਹਦੇ ਨਾਲ ਉਹਦੀ ਜਿਹੜੀ ਹੈ ਭਗਤੀ ਕਰਕੇ ਉਹਦੇ ਨਾਲ ਪਿਆਰ ਪਾਇਆ ਜਾ ਸਕਦਾ ਹੈ। ਤੇ ਹਾਂਜੀ ਠੀਕ ਹੈ, ਇੱਕ ਆ ਦੋ ਤੁਕ ਦਾ ਮੈਨੂੰ ਕਰ ਲੈਂਦੇ। ਹਾਂਜੀ ਹਾਂਜੀ। ਪਹਿਲੀ ਗੱਲ ਤੇ ਕਹਿੰਦੇ ਪੱਪਾ ਅਪਾਰ ਆ, ਕਿਉਂਕਿ ਉਹਦਾ ਪਰਲਾ ਬੰਨਾ ਨਹੀਂ ਹੈਗਾ। ਹੁਣ ਦੇਖੋ ਕੋਈ ਵੀ ਚੀਜ਼ ਆ, ਉਹ ਕਿੱਦਾਂ ਅੰਬ ਤੁਸੀਂ ਰੁੱਖ ਜਾ ਕੇ ਲੱਭੋ, ਅੰਬ ਹੈਗਾ ਉੱਥੇ? ਗੁਲਾਬ ਦੇ ਫੁੱਲ 'ਚ ਜਾ ਕੇ ਗੁਲਾਬ ਦਾ ਫੁੱਲ ਲੱਭੋ, ਉਹ ਪੌਦੇ 'ਚ ਹੈਗਾ ਫੁੱਲ, ਪਰ ਨਿਕਲਦੇ ਆਉਂਦੇ ਉਹ ਕੰਡੇ ਕਿੱਥੋਂ ਆ ਜਾਂਦੇ ਉਹ ਗੁਲਾਬ ਦੇ ਫੁੱਲ ਨੂੰ? ਸੈਟਿੰਗ ਕਿਹਨੇ ਕੀਤੀ ਹੈ? ਕਿੰਨੀ ਕਿਸਮ ਦੇ ਰੁੱਖ ਨੇ ਵਨਸਪਤੀ ਬਣਾਈ ਹੈ। ਔਰ ਦੇਖੋ ਪਿੱਪਲ ਦੇ ਬੋੜ ਕਿੱਡੇ ਕਿੱਡੇ ਵਿਸ਼ਾਲ ਰੁੱਖ ਨੇ, ਏਕੜਾਂ ਦੇ ਕਿੰਨੇ ਏਕੜਾਂ 'ਚ ਫੈਲ ਜਾਂਦੇ ਨੇ, ਤੇ ਹੈ ਉਹਦਾ ਬੀਜ ਵੇਖੋਗੇ ਖਸਖਾਸ ਦੇ ਦਾਣੇ ਜਿੱਦਾਂ, ਪਰ ਉਹਦੀ ਵਿਸ਼ਾਲਤਾ ਪਰਮਾਤਮਾ ਹੀ ਜਾਣਦਾ। ਉਹਦਾ ਅਪਾਰ ਨੂੰ ਤੁਸੀਂ ਕਿੱਥੋਂ ਜਾਣੋਗੇ? ਤੁਸੀਂ ਤੇ ਇੱਕ ਪਿੱਪਲ ਦੇ ਬੀਜ ਨੂੰ ਦਿਖਾਊਂਗਾ ਤੁਹਾਨੂੰ, ਤੁਹਾਡੇ ਸਾਹਮਣੇ ਰੱਖਾ, ਤੁਸੀਂ ਕਹੋਗੇ ਇਹ ਤੇ ਪਿੱਪਲ ਦਾ ਬੋੜ ਦਾ ਬੀਜ, ਇਹਦੇ ਅੰਦਰ ਏਡਾ ਵੱਡਾ ਰੁੱਖ। ਤੇ ਜਦ ਕਿ ਦੁੱਖ ਆ ਦੂਜੇ ਬੰਨੇ ਆ, ਅੱਜ ਦੂਜੇ ਜਿਹੜੇ ਆਪਾਂ ਘਰਾਂ 'ਚ ਖਾਂਦੇ ਆ ਖੀਰੇ, ਖੀਰੇ ਨੂੰ ਕੱਟ ਕਰੇਲਾ, ਕਰੇਲੇ ਦਾ ਕਿੱਡਾ ਵੱਡਾ ਬੀਜ, ਨਿੱਕੀ ਜਿਹੀ ਉਹਦੀ ਹੈਗੀ ਉਹ ਵੇਲ ਆ, ਤਾਂ ਕਿੱਡਾ ਵੱਡਾ ਉਹਦਾ ਬੀਜ ਆ। ਇਹ ਜਿਸ ਪਰਮਾਤਮਾ ਹੀ ਆ, ਉਹਦੀ ਮਰਜ਼ੀ ਕਿੱਦਾਂ ਸੈਟਿੰਗ। ਹੁਣ ਆਂਡਾ ਵਾ, ਆਂਡੇ ਦੇ ਵਿੱਚ ਉਹ ਜਿਹੜਾ ਜੋ ਵੀ ਬੱਚਾ ਪੈਦਾ ਹੁੰਦਾ ਹੈ, ਵੇਖੋ ਆਂਡੇ ਦੀ ਸੈਟਿੰਗ ਏਦਾਂ ਦੀ ਕੀਤੀ, ਉਹ 'ਚ ਆਕਸੀਜਨ ਜਾਂਦੀ ਆ, ਉਹਦਾ ਛਿਲਕਾ ਏਦਾਂ ਦਾ, ਉਹ 'ਚ ਆਕਸੀਜਨ ਆਰ ਪਾਰ ਹੋ ਰਹੀ ਹੈ। ਜਿਹੜਾ ਬੱਚਾ ਅੰਦਰ ਜਿੰਦਾ ਵਾ, ਜਿਹੜਾ ਜਿਹਨੇ ਪੈਦਾ ਹੋਣਾ ਹੈ, ਉਹ ਵੇਖੋ ਸਾਰਾ ਕੁਝ ਉਹਦੇ ਅੰਦਰ ਹੀ ਹੈ, ਸੈਟਿੰਗ ਹੈ। ਔਰ ਉਹਦਾ ਰਿਜ਼ਕ ਓਨਾ ਹੈਗਾ ਜੇ ਨਿਜਰ ਸਾਹਿਬ, ਜਦ ਤੱਕ ਉਹ ਤੁਰਦਾ ਨਹੀਂ ਆ। ਬਿਲਕੁਲ। ਆਪ ਜਸਟ ਸੋਚੋ ਸੈਟਿੰਗਾਂ ਕਿੰਨੇ ਕੀਤੀਆਂ ਨੇ,
ਜਿਹੜਾ ਆਂਡੇ ਦੇ ਅੰਦਰ ਚੂਚਾ ਹੈ ਜਾਂ ਕਿਸੇ ਪਰਿੰਦੇ ਦਾ ਬੱਚਾ ਹੈ, ਉਹਦੇ ਅੰਦਰ ਉਸ ਛੋਟੇ ਜਿਹੇ ਆਂਡੇ ਦੇ ਅੰਦਰ ਇੰਨਾ ਰਿਚਕ ਹੈਗਾ ਜੇ, ਉਹ ਜੀਵ ਵੀ ਬਣੂਗਾ ਤੇ ਪਲੱਸ ਉਹਦੇ ਖਾਣ ਦੇ ਲਈ ਅੰਦਰ ਸਭ ਕੁਝ ਹੈਗਾ ਜੀ। ਆਪਾਂ ਜਸਟ ਸੋਚ ਕੌਣ ਹੈ ਇਹਦੇ ਪਿੱਛੇ? ਇਸ ਲਈ ਕਹਿੰਦੇ ਨੇ ਉਹ ਪਾਰ ਹੈ। ਤੂੰ ਕਿਤੇ ਐਸੀ ਗਲਤੀ ਨਾ ਕਰ ਬਵੀਂ, ਉਹਨੂੰ ਮੈਜਰਮੈਂਟ ਕਰਨ ਡੈ ਪਏ, ਉਹਨੂੰ ਮਿਣਨ ਡੈ ਪਏ, ਕਿਉਂਕਿ ਤੇਰੀ ਸੋਚ ਦੀ ਲਿਮਟ ਆ, ਉਹ ਲਿਮਟਲੈਸ ਆ। ਇਸ ਚੱਕਰ ਚ ਨਾ ਪਵ, ਠੀਕ ਹੈ? ਤੂੰ ਆਪਣਾ ਜਿੰਨਾ ਕੁ ਹੈਗਾ ਉਹਨਾਂ ਕੀ ਕੰਮ ਕਰ। ਫਿਰ ਕਹਿੰਦੇ ਆ ਪਰਮ ਜੋਤ ਸਿਓ ਪਰਚੋ ਲਾਵਾਂ, ਪਰਮ ਜੋਤ ਆ ਉਹਦੇ ਨਾਲ ਪਰਚਾ ਪਾ, ਪਰਚ ਉਹਦੇ ਨਾਲ ਪਿਆਰ ਪਾ। ਹਾਂਜੀ ਵੀਰ। ਹਾਂ, ਉਹ ਕਹਿੰਦੇ ਕਿ ਤੂੰ ਸਮੁੰਦਰ ਦਾ ਕਿਨਾਰਾ ਨਾ ਲੱਭ, ਸਮੁੰਦਰ ਚ ਸਮਾ ਜਾ। ਇਹ ਸੌਖਾ ਕੰਮ ਹੈ, ਠੀਕ ਹੈ ਨਜ਼ਰ ਸਾਹਿਬ? ਬਿਲਕੁਲ। ਉਸ ਨਾਲ ਤੂੰ ਸੰਬੰਧ ਬਣਾਉਣ ਦਾ ਤਰੀਕਾ ਇਹੋ ਨਿਰਵਿਚਾਰ ਹੋ ਕੇ ਸਮਾਧੀ ਲੀਨ ਹੋ ਜਾ। ਸਹਿਜ ਸਮਾਧੀ, ਸਾਧੂ ਸਹਿਜ ਸਮਾਧੀ ਫਲੇ, ਸਹਿਜ ਸਮਾਧੀ ਚਾਹ ਸਾਧਨਾ ਕਰ, ਉਸ ਪਰਮ ਜੋਤ ਦੇ ਵਿੱਚ ਸਮਾ ਜਾ। ਇਹੋ ਹੀ ਹੈ ਤੇਰੇ ਜੀਵਨ ਦਾ ਮਕਸਦ। ਉਹਨੂੰ ਲੱਭਣ ਦੇ ਚੱਕਰ ਚ ਨਾ ਪੈ ਜਾਈਂ ਕਿ ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੋਂ ਖਤਮ ਹੁੰਦਾ ਹੈ, ਕਿਉਂਕਿ ਤੇਰੇ ਵਾਸਤੇ ਗੱਲ ਨਹੀਂ। ਤੂੰ ਬਹੁਤ ਛੋਟਾ ਵਾ, ਇੱਥੇ ਤੱਕ ਤੂੰ ਤੇ ਕੀ ਛੋਟਾ, ਜਿਹੜੀ ਧਰਤੀ ਤੇ ਤੂੰ ਰਹਿ ਰਿਹਾ ਨਾ, ਇਹ ਕਹਿੰਦੇ ਕਿ ਬ੍ਰਹਿਮੰਡ ਦੇ ਅੰਦਰ ਨਾ ਇੱਕ ਛੋਟਾ ਜਿਹਾ ਰੇਤੇ ਦੇ ਕਣ ਤੋਂ ਵੀ ਛੋਟੀ ਹੈ। ਤੇ ਤੁਸੀਂ ਕਿੱਥੇ ਹੋਵਾਂਗੇ ਨਜ਼ਰ ਸਾਹਿਬ? ਬਿਲਕੁਲ ਬਹੁਤ ਛੋਟੇ ਆ, ਬੈਕਟੀਰੀਆ ਵੀ ਨਹੀਂ ਹੈਗੇ ਆਪਾਂ। ਉਹ ਕਹਿੰਦੇ ਆ ਕਿ ਇਸ ਚੱਕਰ ਚ ਨਾ ਪਾਓ, ਔਰ ਆਪਣੇ ਜੀਵਨ ਦੇ ਵਿੱਚ ਜਿਹੜੀ ਤੁਹਾਡੀ ਪ੍ਰਾਪਤੀ ਹੈ ਉਸ ਸਮਾਧੀ ਵਿੱਚ ਲੀਨ ਹੋ ਕੇ ਉਹਦੇ ਨਾਲ ਅੰਗ ਸੰਗ ਹੋ ਜਾਓ, ਉਹਦੇ ਵਿੱਚ ਲੀਨ ਹੋ ਜਾਓ। ਹਾਂਜੀ ਨਜ਼ਰ ਸਾਹਿਬ। ਕਹਿੰਦੇ ਫਿਰ ਕੀ ਹੋਊਗਾ? ਪਾਂਚੋਂ ਇੰਦਰੀ ਨਿਗ੍ਰਹਿ ਕਰੀ, ਤੇਰੀਆਂ ਪੰਜੋ ਇੰਦਰੀਆਂ ਜਿਹੜੀਆਂ ਹੈਗੀਆਂ ਤੇਰੇ ਕੰਟਰੋਲ ਚ ਆ ਜਾਣਗੀਆਂ ਭਾਈ। ਇਹ ਮਨ ਨੂੰ ਕੰਟਰੋਲ ਕਰਨ ਦੇ ਨਾਲ ਪੰਜੋ ਇੰਦਰੀਆਂ ਆਟੋਮੈਟਿਕਲੀ ਨਿਗ੍ਰਹਿ ਹੋ ਜਾਣਗੀਆਂ, ਆਪਣੇ ਆਪ ਜਿਹੜੀ ਹੈਗੀ ਸ਼ਾਂਤ ਹੋ ਜਾਣਗੀਆਂ। ਪਾਪ ਪੁੰਨ ਦੋ ਨਿਰਵਰੀ, ਪਾਪ ਪੁੰਨ ਤੋਂ ਉੱਪਰ ਉੱਠ ਜਾਏਗਾ ਭਾਈ। ਜੋ ਵੀ ਕਰਮ ਕਰੇਗਾ ਤੇਰਾ ਉਹ ਲਿਖਤ ਨਹੀਂ ਹੋਏਗੀ। ਹਾਂਜੀ ਵੀਰ। ਆਪ ਦੇਖ ਲਓ ਉੱਪਰ ਉਹਨਾਂ ਨੇ ਕਿਹਾ ਨਾ, ਤੁਕ ਦੇ ਵਿੱਚ ਸਾਰੀ ਗੱਲ ਦੱਸਦੀ ਹੈ। ਇਹ ਨਿਰਖਤ, ਹਾਂ, ਨਿਰਖਤ ਦਾ ਮਤਲਬ ਹੁੰਦਾ ਦੇਖਣਾ, ਉਹਨੂੰ ਉਡੀਕ ਕਰਨਾ। ਆਪਣੀ ਆਤਮਾ ਤੱਤ ਚ ਆਪਣੀ ਸੁਰਤੀ ਨੂੰ ਕਾਗਰ ਕਰਦੇ ਆ, ਔਰ ਉਹਦੇ ਚਰਨਾਂ ਚ ਆਪਣੀ ਸੁਰਤੀ ਨੂੰ ਕਾਗਰ ਕਰਕੇ ਦੇਖਦਾ ਰਹਿ, ਉਹਦਾ ਨਾਮ ਜਪਦਾ ਰਹਿ। ਦੇਖਣਾ ਨਹੀਂ ਗੋਰਕੀ ਸਾਹਿਬ, ਇੱਕ ਸਮਾਂ ਆਉ। ਹਾਂਜੀ, ਨਿਰਖਤ ਦਾ ਐਕਚੁਅਲ ਮੀਨਿੰਗ ਹੈ ਬਈ ਉਹਨੂੰ ਜਿਹੜਾ ਹੈਗਾ ਨਾ ਉਡੀਕ ਕਰਨੀ ਉਹਦੀ। ਹਾਂ ਨਿਤ ਸਭ ਉਹਨੂੰ ਉਡੀਕ ਕਰਨੀ, ਵੇਖਣਾ ਇੱਕੋ ਹੀ ਗੱਲ ਆ। ਹਾਂਜੀ। ਆਪਾਂ ਜਦੋਂ ਅੰਤਰਾ ਕਰਨ ਚ ਆਪਾਂ ਆਪਣੀ ਸੁਰਤੀ ਨੂੰ ਕਾਗਰ ਕਰਕੇ ਆਪਾਂ ਇੰਤਜ਼ਾਰ ਹੀ ਤੇ ਕਰਦੇ ਆ ਨਾ ਕਿ ਸਾਨੂੰ ਸਮਾਧੀ ਮਿਲ ਜੇ। ਬਿਲਕੁਲ, ਆਪਾਂ ਤਾਂ ਉਸੇ ਕੰਮ ਕਰਦੇ ਹਾਂ। ਵੇਖਣਾ, ਉਡੀਕ ਕਰਨਾ, ਸਮਝ ਲਓ ਕਿ ਸੇਮ ਹੀ ਚੀਜ਼ ਹੈ। ਜਦੋਂ ਆਪਾਂ ਆਤਮ ਤੱਤ ਸੁਰਤੀ ਨੂੰ ਕਾਗਰ ਕਰਕੇ ਆਪਣੇ ਸਵੈ ਵਿੱਚ ਅਸਤ ਹੋ ਜਾਂਦੇ ਆ ਤੇ ਫਿਰ ਕੀ ਹੁੰਦਾ? ਉਸ ਤੋਂ ਬਾਅਦ ਕਹਿੰਦੇ ਕਿ ਜਿਹੜੀਆਂ ਪੰਜ ਇੰਦਰੀਆਂ ਨੇ ਤੇਰੀਆਂ, ਜਿਨ੍ਹਾਂ ਦੇ ਪਿੱਛੇ ਤੋਂ ਬੜਾ ਪਰੇਸ਼ਾਨ ਹੋ ਰਿਹਾ ਸੀ, ਉਹ ਸ਼ਾਂਤ ਹੋ ਜਾਣਗੀਆਂ। ਕਿਉਂਕਿ ਉਹ ਅੰਦਰ ਵੇਖਣ ਦੇ ਨਾਲ ਕੀ ਹੁੰਦਾ ਹੈ? ਧਿਆਨ ਦਾ ਇਕਾਗਰ ਹੋ ਜਾਣਾ। ਜਿਵੇਂ ਜਿਵੇਂ ਸਾਡਾ ਧਿਆਨ ਇਕਾਗਰ ਹੋਇਆ, ਦੇਖੋ ਆਪ ਜੀ ਨੂੰ ਸਮਝੋ, ਕਬੀਰ ਜੀ ਕਾਫੀ ਗਹਿਰੀ ਗੱਲ ਕਰਦੇ। ਮਨ ਦਾ ਸਥਿਰ ਹੋ ਜਾਣਾ ਹੀ ਧਿਆਨ ਦਾ ਇਕਾਗਰ ਹੋ ਜਾਣਾ ਹੈ। ਜਿੰਨਾ ਜ਼ਿਆਦਾ ਸਾਡਾ ਧਿਆਨ ਭਟਕੇਗਾ, ਅਸੀਂ ਓਨੇ ਹੀ ਜ਼ਿਆਦਾ ਅਸ਼ਾਂਤ ਹੁੰਦੇ ਜਾਵਾਂਗੇ। ਜਿਵੇਂ ਜਿਵੇਂ ਧਿਆਨ ਤੇ ਸਿਮਰਨ ਦਾ ਮਤਲਬ ਹੁੰਦਾ ਹੈ ਉਸ ਦੇ ਨਾਲ ਕਨੈਕਸ਼ਨ ਜੋੜਨਾ। ਕਿਉਂਕਿ ਕੋਈ ਵੀ ਬਿਲਡਿੰਗ ਖੜੀ ਕਰਨੀ ਆ ਤੇ ਜੜ ਚਾਹੀਦੀ ਆ, ਉਹ ਜ਼ਮੀਨ ਚਾਹੀਦੀ ਹੈ ਜਿੱਥੇ ਬਿਲਡਿੰਗ ਦੀ ਉਸਾਰੀ ਕਰਨੀ। ਸਿਮਰਨ ਦਾ ਮਤਲਬ ਉਹਨੂੰ ਯਾਦ ਕਰਨਾ, ਉਹਦੀ ਇਬਾਦਤ ਕਰਨੀ, ਉਸ ਪਰਮਾਤਮਾ ਨੂੰ ਯਾਦ ਕਰਨਾ। ਇਹ ਜਿਹੜਾ ਚਿੱਤਰਕਾਰ ਜਿਹੜਾ ਇਸ ਸੰਸਾਰ ਨੂੰ ਚਲਾ ਰਿਹਾ। ਫਿਰ ਧਿਆਨ ਇਕਾਗਰ ਕਰਨਾ, ਆਪਣੇ ਧਿਆਨ ਨੂੰ ਇਕਾਗਰ ਕਰਨਾ ਉਸ ਪਰਮਾਤਮਾ ਦੇ ਵਿੱਚ ਜਿਹਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ। ਇਕਾਗਰ ਕਰਨਾ ਮਤਲਬ ਆਪਣੇ ਸੁਰਤੀ ਨੂੰ ਸਵੈ ਵਿੱਚ ਅਸਥ ਕਰ ਦੇਣਾ, ਆਪਣੇ ਚ ਲੀਨ ਕਰ ਦੇਣਾ। ਬਹੁਤ ਵੱਡੀ ਗੱਲ ਆ, ਛੋਟੀ ਗੱਲ ਨਹੀਂ। ਉਸ ਤੋਂ ਬਾਅਦ ਕੀ ਹੋਊਗਾ? ਇਹ ਜਿਹੜੀਆਂ ਗਿਆਨ ਇੰਦਰੀਆਂ ਇਹ ਸ਼ਾਂਤ ਹੋ ਜਾਣਗੀਆਂ, ਕਿਉਂਕਿ ਮਨ ਸ਼ਾਂਤ ਹੋ ਗਿਆ। ਧਿਆਨ ਦਾ ਪੱਕ ਜਾਣਾ ਹੀ ਨਿਜਰ ਸਾਹਿਬ ਮਨ ਦਾ ਸ਼ਾਂਤ ਹੋਣਾ ਹੈ। ਜੇ ਤੁਹਾਡਾ ਮਨ ਸ਼ਾਂਤ ਨਹੀਂ ਹੈ ਨਾ, ਇਹਦਾ ਮਤਲਬ ਤੁਹਾਡਾ ਧਿਆਨ ਹੀ ਨਹੀਂ ਸ਼ਾਂਤ। ਹੁਣ ਤੁਸੀਂ ਵੇਖੋ, ਕਈ ਬੰਦੇ ਬਹਿ ਹੀ ਨਹੀਂ ਸਕਦੇ ਹੋ। ਤੁਸੀਂ ਵੇਖਿਆ ਨੀ ਲੋਕਾਂ ਦੀਆਂ ਅੱਖਾਂ ਕਿੰਨਾ ਗੱਲਾਂ ਕਰਦੀਆਂ, ਲੋਕੀ ਅੱਖਾਂ ਨਾਲ ਗੱਲ ਕਰਦੇ ਆ। ਤੂੰ ਬਹੁਤ ਸ਼ਾਂਤ ਨੇ ਅੰਦਰੋਂ। ਤੁਸੀਂ ਵੇਖੋ ਕਈ ਬੰਦੇ ਬਹਿ ਹੀ ਨਹੀਂ ਸਕਦੇ, ਕਿਤੇ ਸੱਜਾ ਪੈਰ ਤਾਂ, ਕਿਤੇ ਖੱਬਾ ਪੈਰ ਤਾਂ,
ਕਿਤੇ ਹੱਥ ਮਰੋੜੀ ਜਾਂਦੇ ਆ, ਕਿਤੇ ਗੱਲਾਂ ਨੂੰ ਹੱਥ ਲਾਈ ਜਾਂਦੇ ਆ, ਕਿਤੇ ਵਾਲ ਖੁਰਕੀ ਜਾਂਦੇ ਆ, ਕਿਤੇ ਇੱਥੇ ਮੁੱਛਾਂ ਤੇ ਹੱਥ ਫੇਰੀ ਜਾਂਦੇ ਆ। ਇਹ ਸਾਰੇ ਤੇ ਸ਼ਾਂਤ ਬੰਦੇ ਨੇ। ਬਿਲਕੁਲ। ਪੈਰ ਕਿਤੇ ਨਾ ਪੈਰ ਇਸ ਤਰ੍ਹਾਂ ਹਿਲਾਉਂਦੇ ਆ ਜਿਸ ਤਰ੍ਹਾਂ ਫੜ 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 ਪੈਰ ਹਿੱਲੀ ਜਾਂਦਾ, ਉਹਨਾਂ ਦਾ ਪਤਾ ਨਹੀਂ ਕਿਵੇਂ ਹਿੱਲੀ ਜਾਂਦਾ। ਹਾਂ ਤੁਸੀਂ ਦੇਖ ਲਓ, ਇਹ ਬੰਦੇ ਸ਼ਾਂਤ ਥੋੜੀ ਆ। ਤੁਸੀਂ ਇਹਨਾਂ ਨੂੰ ਕਹੋ ਵੀ ਟਿਕ ਕੇ ਬਹਿ ਜਾ 5-7 ਮਿੰਟ, ਉਹ ਬਹਿੰਦੇ ਨਾ। ਛੋਟੇ ਜਿਹੇ ਬੱਚੇ ਨੂੰ ਹਿੱਲੀ ਜਾਣਗੇ। ਇਸੇ ਲਈ ਕਹਿੰਦੇ ਆ ਮਹਾਤਮਾ ਬੁੱਧ ਜਦੋਂ ਭਗਤੀ ਕਰਦੇ ਸੀ ਨਾ, ਉਹ ਤੁਹਾਡੇ ਚ ਅਵਸਥਾ ਆਊਗੀ, ਕੋਈ ਵੱਡੀ ਅਵਸਥਾ ਨਹੀਂ। ਜਿਹੜੀ ਸਾਈਡ ਤੇ ਮੂੰਹ ਕੀਤਾ ਨਜ਼ਰ ਸਾਹਿਬ ਕਹਿੰਦੇ ਸਾਰੀ ਰਾਤ ਉਧਰ ਹੀ ਮੂੰਹ ਰਹਿੰਦਾ ਸੀ ਉਹਨਾਂ ਦਾ। ਕਿਉਂ? ਕਿਉਂਕਿ ਅੰਦਰੋਂ ਸ਼ਾਂਤ ਹੋ ਗਿਆ ਸਾਰਾ ਕੁਝ, ਉਹਦਾ ਪੁਰਜਾ ਸ਼ਾਂਤ ਹੋ ਗਿਆ। ਨਹੀਂ ਤੇ ਬੰਦਾ ਤੇ ਭੁੜਕੀ ਜਾਂਦਾ। ਬੰਦਾ ਤੇ ਸੁੱਤਿਆਂ ਤੇ ਬੜੀ ਵੱਡੀ ਗੱਲ, ਤੇ ਸੁੱਤਿਆਂ ਤੇ ਆਪਾਂ ਹਿੱਲਣਾ ਹੀ ਹੁੰਦਾ ਵਾ, ਉਹਦਾ ਸਰੀਰ ਸੌਂ ਜਾਂਦਾ ਵਾ। ਪਰ ਜਿਹੜਾ ਬੰਦਾ ਜਾਗਰਤ ਅਵਸਥਾ ਚ, ਉਹ ਵੀ ਬੰਦਾ ਜਿੰਨਾ ਜ਼ਿਆਦਾ ਅਸ਼ਾਂਤ ਆ, ਉਹਨੇ ਉਹਦੇ ਸਰੀਰ ਦੀ ਜ਼ਿਆਦਾ ਮੂਵਮੈਂਟ। ਹਾਂਜੀ, ਉਸ ਤੋਂ ਬਾਅਦ ਆਪਣਾ ਜਦੋਂ ਧਿਆਨ ਇਕਾਗਰ ਹੋਇਆ ਤਾਂ ਬੜੀ ਵੱਡੀ ਗੱਲ ਆ। ਤੇ ਧਿਆਨ ਇਕਾਗਰ ਹੋਣ ਦੇ ਨਾਲ ਕੀ ਹੋਊਗਾ, ਮਨ ਤੁਹਾਡਾ ਨਾ ਕੰਟਰੋਲ ਚ ਆ ਜਾਊਗਾ, ਸੰਜਮ ਚ ਆ ਜਾਊਗਾ। ਕੰਟਰੋਲ ਕਰਨਾ ਇੱਕ ਅਲੱਗ ਚੀਜ਼ ਆ, ਕਿਸੇ ਚੀਜ਼ ਨੂੰ ਕੰਟਰੋਲ ਕਰ ਲੈਣਾ, ਪਰ ਨਹੀਂ, ਸੰਜਮ ਚ ਆ ਜਾਣਾ, ਉਹਨੇ ਸਹਿਜ ਚ ਆ ਜਾਣਾ। ਹਾਂਜੀ ਨਜ਼ਰ ਸਾਹਿਬ, ਅਗਲੀ ਤੋਂ ਬੋਲੋ। ਫਿਰ ਕਹਿੰਦੇ ਜਦ ਫਿਰ ਸਹਿਜ ਚ ਆ ਗਿਆ ਤੇ ਮਨ ਜਿਹੜਾ ਹੈਗਾ, ਵਿਚਾਰ ਹੀ ਤਾਂ ਹੈਗੇ ਸੀਗੇ ਜਿਹੜੇ ਪੰਜਾਂ ਇੰਦਰੀਆਂ ਦੇ ਥਰੂ ਜਿਹੜੇ ਹੈਗੇ ਬਾਹਰ ਨਾਲ ਕਨੈਕਟ ਸੀਗੇ, ਤੇ ਵਿਚਾਰ ਬੰਦ ਹੋ ਗਏ ਤੇ ਇੰਦਰੀਆਂ ਸ਼ਾਂਤ ਹੋ ਗਈਆਂ ਤੇ ਪਾਪ ਪੁੰਨ ਦੋ ਨਿਰਵਰੀ। ਪਾਪ ਪੁੰਨ ਤੋਂ ਉੱਪਰ ਉੱਠ ਗਿਆ ਇਨਸਾਨ। ਜੋ ਵੀ ਕਰਮ ਕਰੂਗਾ ਪਾਪ ਪੁੰਨ ਦੇ ਵਿੱਚ ਨਹੀਂ ਹੋਏਗਾ। ਹਾਂਜੀ ਵੀ ਹਾਂ ਬਿਲਕੁਲ ਠੀਕ ਹੈ ਜੀ। ਇੱਥੇ ਹੁਣ ਕਹਿੰਦੇ ਨੇ ਕਿ ਹੁਣ ਆਪਾਂ ਕਿਸੇ ਤੋਂ ਨਫ਼ਰਤ ਕਰਦੇ ਆ, ਕਿੱਦਾਂ ਕਰਦੇ ਆ? ਵਿਚਾਰਾਂ ਤੇ ਵਿਚਾਰਾਂ ਨਾਲ ਹੀ ਕਰਦੇ। ਬਿਲਕੁਲ। ਹੁਣ ਮੈਂ ਤੇ ਗੱਲ ਯਾਦ ਕਰਦਾ ਕਿ ਨਿੱਜਰ ਸਾਹਿਬ ਨੇ ਨਾ ਫਲਾਣੇ ਦਿਨ ਮੈਨੂੰ ਫਲਾਣੀ ਗੱਲ ਕਹੀ ਸੀ। ਹੁਣ ਉਹ ਜਦ ਤੱਕ ਨਿੱਜਰ ਸਾਹਿਬ ਨਾਲ ਫੇਰ ਮੇਰਾ ਡਿਸਪਿਊਟ ਪੈਂਦਾ ਨਹੀਂ, ਲੜਾਈ ਨਹੀਂ, ਝਗੜਾ ਹੁੰਦਾ, ਉਹਨੇ ਦਿਨ ਤੱਕ ਮੇਰੇ ਮਨ ਨੇ ਉਹ ਰੀਲ ਚਲਾਉਣੀ ਆ। ਪਰ ਕਹਿੰਦੇ ਜਦੋਂ ਧਿਆਨ ਇਕਾਗਰ ਕੀਤਾ ਨਾ, ਉਹ ਰੀਲ ਬੰਦ ਹੋ ਜਾਏਗੀ ਤੇਰੀ। ਧਿਆਨ ਦਾ ਮਤਲਬ ਕੀ ਹੈ? ਉਹ ਜੋ ਵੀ ਰੀਲਾਂ ਚੱਲ ਰਹੀਆਂ ਨੇ ਸਾਰੀਆਂ ਨੂੰ ਬੰਦ ਕਰਦੇ ਜਾਣਾ, ਆਪਣੇ ਧਿਆਨ ਨੂੰ ਸ਼ੁੱਧ ਕਰ ਲੈਣਾ, ਆਪਣੇ ਧਿਆਨ ਨੂੰ ਇਕਾਗਰ ਕਰ ਲੈਣਾ। ਬਾਣੀ 'ਚ ਲਿਖਿਆ ਹੈ ਗਿਆਨ ਧਿਆਨ ਕੁਝ ਕਰਮ ਨਾ ਜਾਣਾ। ਕਰਮ ਦਾ ਮਤਲਬ ਕੀ ਹੈ? ਮੈਂ ਜਿਹੜੇ ਕਰਮ ਕਰਦਾ ਮੈਨੂੰ ਪਤਾ ਹੀ ਨਹੀਂ ਮੈਂ ਕਿਹੜੇ ਕਰਨੇ ਆ। ਮੈਂ ਅਕਸਰ ਉਹ ਕੰਮ ਕਰਦਾ ਜਿਹੜੇ ਮਨਾ ਕੀਤੇ ਨੇ। ਜਿਹੜੇ ਕੰਮ ਸਾਨੂੰ ਕਰਨ ਵਾਸਤੇ ਕਿਹਾ ਆ ਉਹ ਆਪਾਂ ਕਰਦੇ ਆ? ਕਰਦੇ ਹੀ ਨਹੀਂ ਆਪਾਂ। ਹੁਣ ਗਿਆਨ ਦਾ ਮਤਲਬ ਇਹੋ ਹੀ ਆ, ਧਰਮ। ਧਿਆਨ ਦਾ ਮਤਲਬ ਜਿਹੜਾ ਆਪਾਂ ਧਿਆਨ ਸਾਧਨਾ ਕਰਦੇ ਹਾਂ, ਧਿਆਨ ਦੇ ਨਾਲ ਹੀ ਤੇ ਸਾਰੀ ਗੇਮ ਘੁੰਮਣੀ ਆ। ਜਦੋਂ ਆਪਣੇ ਜੀਵਨ 'ਚ ਧਿਆਨ ਆ ਗਿਆ ਨਾ, ਬਾਕੀ ਸਾਰਾ ਧਰਮ ਤੁਹਾਡੇ ਜੀਵਨ 'ਚ ਆ ਜਾਏ, ਪਰਮਾਤਮਾ ਵੀ ਆ ਜਾਏਗਾ। ਨਿੱਜਰ ਸਾਹਿਬ ਕੇਵਲ ਧਿਆਨ ਨੂੰ ਪੜ੍ਹਨਾ ਹੈ, ਕਿਉਂਕਿ ਧਿਆਨ ਜਿਹੜਾ ਹੈ ਸਾਡਾ ਮਨ ਕਰਦਾ ਹੈ। ਮਨ ਨੂੰ ਸਥਿਰ ਕਰਨਾ ਹੀ ਧਿਆਨ ਹੈ। ਮਨ ਨੂੰ ਰੋਕ ਦੇਣਾ ਅਨਮਨੀ ਅਵਸਥਾ, ਮਨ ਨੂੰ ਜਿੱਤ ਲੈਣਾ। ਮਨ ਜੀਤੇ ਜਗ ਜੀਤ। ਮਨ ਨੂੰ ਜਿੱਤਣ ਦਾ ਤਰੀਕਾ ਹੀ ਇੱਕੋ ਹੈ, ਧਿਆਨ ਇਕਾਗਰ ਕਰ ਲੈਣਾ ਇੱਕ ਜਗ੍ਹਾ 'ਚ ਆਪਣੇ ਆਪ। ਉਸਨੂੰ ਇਕਾਗਰ ਕਰ ਲੈਣਾ ਨਹੀਂ, ਉਹਨੇ ਆਪਣੇ ਆਪ ਹੀ ਸ਼ਾਂਤ ਹੋ ਜਾਣਾ ਹੈ। ਜਦੋਂ ਤੁਸੀਂ ਆਪਣੇ ਅੰਦਰ ਦੇਖਣਾ ਸ਼ੁਰੂ ਕਰਤਾ ਨਾ, ਤੇ ਤੁਹਾਡੀ ਸੁਰਤੀ ਨੇ ਸਵੈ ਵਿੱਚ ਅਸਤ ਹੋ ਜਾਣਾ, ਆਪਣੇ ਆਪ 'ਚ ਲੀਨ ਹੋ ਜਾਣਾ। ਤੇ ਆਪਣਾ ਜਿਹੜਾ ਕਾਰਜ ਆ ਫਿਰ ਉਹ ਗੁਰਬਾਣੀ 'ਚ ਇੱਕ ਤੁਕ ਆਉਂਦੀ ਹੈ, ਜਿੰਨੀ ਨਾਮ ਤੇ ਆਇਆ ਜੈ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਹਿੰਦੇ ਆ ਕਿ ਜਿਹੜਾ ਮਨ ਰੂਪੀ ਰਾਜਾ ਹੈ, ਉਹਦੇ ਕੋਲ 5 ਯੋਧੇ ਨੇ, ਔਰ ਉਹਨਾਂ ਦੇ ਘੋੜਿਆਂ ਦੇ ਉੱਤੇ ਸਵਾਰ ਹੈ ਮਨ ਰੂਪੀ ਰਾਜਾ। ਉਹਨੂੰ ਜਿੱਤਣਾ ਹੀ ਤੇ ਜੀਵਨ ਦਾ ਮਕਸਦ ਹੈ। ਔਰ ਜਦੋਂ ਆਪਾਂ ਸਾਧਨਾ ਕਰਦੇ ਜਾਂਦੇ ਹਾਂ ਹਰ ਦਿਨ, ਉੱਥੇ ਕਹਿ ਨਹੀਂ ਕਿ ਬਾਣੀ ਚ ਪੂਰਾ ਸੋ ਪਹਿਚਾਨੀ ਜੋ ਲੜੇ ਦੀਨ ਕੇ ਹੀ, ਉਹ ਮਤਲਬ ਉਹ ਲੜਨਾ ਪੈਣਾ ਹੈ ਸਾਨੂੰ। ਸਾਹਿਬ ਬਿਲਕੁਲ ਲੜਨਾ ਪੈਣਾ ਹੈ, ਬਿਲਕੁਲ ਲੜਨਾ ਪੈਣਾ, ਔਰ ਰੋਜ਼ ਜਿਹੜਾ ਹੈਗਾ ਕਰਨਾ ਪੈਣਾ ਇਹ ਕੰਮ। ਹਾਂ, ਕਹਿੰਦੇ ਪੁਰਜਾ ਕੱਟ ਮੇਰੇ ਕਬੂ ਨਾ, ਉਹਨੂੰ ਲੜਨਾ ਪਊਗਾ। ਦੀਨ ਦਾ ਮਤਲਬ ਕੀ ਹੈ? ਚੰਗਿਆਈ ਦੇ ਨਾਲ ਆਪਾਂ ਜੋ ਦੋਸਤੀ ਪਾਉਣੀ ਆ, ਤੇ ਬੁਰਾਈ ਤੋਂ ਆਪਾਂ ਆਪਣੇ ਆਪ ਨੂੰ ਮੁਕਤ ਕਰਨਾ। ਸਭ ਤੋਂ ਪਹਿਲਾਂ ਤੇ ਪਤਾ ਕੀ ਹੈ, ਆਪਾਂ ਕਿਸੇ ਲਈ ਕੀ ਲੜਨਾ ਹੈ ਤੇ ਬਹੁਤ ਵੱਡੀ ਗੱਲ ਆ। ਸਭ ਤੋਂ ਪਹਿਲਾਂ ਤੇ ਸਾਨੂੰ ਖੁਦ ਲਈ ਲੜਨਾ ਪਊਗਾ। ਨਿੱਜਰ ਸਾਹਿਬ ਦੂਜੇ ਦੀ ਟੈਨਸ਼ਨ ਨਾ ਲਓ, ਉਹ ਛੱਡ ਦੋ, ਤੁਸੀਂ ਆਪਣੀ ਟੈਨਸ਼ਨ ਲੈ ਲਓ, ਤੇ ਇਹ ਵੀ ਬੜੀ ਵੱਡੀ ਗੱਲ ਹੈ। ਜਿੱਦਾਂ ਜਹਾਜ਼ 'ਚ ਬਹਿਦਾ ਹੈ ਨਾ, ਉਹ ਪਤਾ ਕੀ ਕਹਿੰਦੇ ਆ? ਕਹਿੰਦਾ ਫਾਸਟਨ ਯੂਰ ਸੀਟ ਬੈਲਟ ਬਿਫੋਰ ਹੈਲਪ ਅਦਰ। ਕਹਿੰਦਾ ਤੇਰਾ ਬੱਚਾ ਵੀ ਲੱਗ ਗਿਆ ਹੈਗਾ ਨਾ, ਉਹਦੀ ਬੈਲਟ ਨਹੀਂ ਤੂੰ ਪਹਿਲਾਂ ਲਾਉਣੀ, ਸਭ ਤੋਂ ਪਹਿਲਾਂ ਤੂੰ ਆਪਣੀ ਬੈਲਟ ਲਾਉਣੀ, ਕਿਉਂਕਿ ਤੂੰ ਹੀ ਤੇ ਮੁਸੀਬਤ 'ਚ ਫਸਿਆ।
ਜੇ ਤੂੰ ਉੱਥੇ ਹਿੱਲ ਗਿਆ ਤੇ ਦੂਜੇ ਦੀ ਕੀ ਹੈਲਪ ਕਰਨੀ ਆ? ਤੂੰ ਦੂਜੇ ਲਈ ਮੁਸੀਬਤ ਖੜੀ ਕਰੇਗਾ। ਇਸ ਲਈ ਬਾਣੀ ਵੀ ਸਾਨੂੰ ਕੀਤੀ ਆ, ਤੂੰ ਆਪਣਾ ਧਿਆਨ ਆਪਣੇ ਆਲੇ ਲੈ ਆ। ਇਹ ਨਾ ਹੋਵੇ ਕਿ ਦੂਜਿਆਂ ਦੇ ਚੱਕਰ 'ਚ ਤੂੰ ਭੁੱਖਾ ਹੀ ਰਹਿ ਜਾਏ ਤੇ ਤੇਰਾ ਤਾਂ ਸਮਾਂ ਜਾ ਰਿਹਾ ਹੈ, ਔਰ ਦੂਜਿਆਂ ਨੇ ਵੀ ਆਪਣੀ ਲੋੜ ਨੂੰ ਤੇਰੇ ਲਈ ਵੇਖ ਕੇ ਵੀ ਆ ਜਾਣਗੇ, ਪਰ ਤੂੰ ਨਾ ਉਹਨਾਂ ਦੇ ਚੱਕਰ 'ਚ ਆਪਣਾ ਸਮਾਂ ਬਰਬਾਦ ਕਰ। ਨਿੱਜੋ ਸਭ ਅੱਜ ਵਿਚਾਰੇ ਸੀ। ਹਾਂਜੀ ਵੀਰ ਜੀ, ਬਹੁਤ ਵਧੀਆ। ਉਹ ਅਰਦਾਸ ਕਰ ਦੇਣਾ ਜੀ ਉਹਨਾਂ ਦੀ, ਉਹ ਦਵਿੰਦਰ ਕੌਰ ਜੀ ਦੀ। ਹਾਂਜੀ ਹਾਂਜੀ, ਦਵਿੰਦਰ ਕੌਰ ਤੇ ਕੁਲਵਿੰਦਰ ਕੌਰ ਦੀ, ਉਹਨਾਂ ਦੀ ਮਾਤਾ ਦੀ ਅਰਦਾਸ। ਇੱਕ ਓਂਕਾਰ ਸਤਿਨਾਮ। ਹਾਂਜੀ ਵਰਿੰਦਰ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਭਾਈ ਮੈਂ ਨਾ ਇੱਕ ਕੁਐਸਚਨ ਪੁੱਛਣਾ ਸੀ ਕਿ ਜਦੋਂ ਮੈਂ ਵਾਦਾ ਰਾਤ ਨੂੰ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਨਾ, ਤੇ ਉਹ ਮੇਰਾ ਨਾ ਸਰੀਰ ਬਹੁਤ ਹਿਲਦਾ ਵਾ, ਤੇ ਜਦੋਂ ਜ਼ਿਆਦਾ ਹਿੱਲਣ ਲੱਗਦਾ ਫਿਰ ਮੈਂ ਬੰਦ ਕਰ ਦਿੰਦਾ, ਅੰਦਰ ਅੱਗੇ ਜਾ ਕੇ ਨਾ ਤੇ ਡਰ ਜਿਹਾ ਲੱਗਣ ਲੱਗਦਾ। ਉਹ ਨੀ ਕੋਈ ਗੱਲ ਨੀ, ਉਹ ਥੋੜਾ ਥੋੜਾ ਸਰੀਰ ਤੇ ਹਿੱਲਣਾ ਹੀ ਆ ਵੀਰ ਜੀ। ਜਦੋਂ ਪ੍ਰਾਣ ਊਰਜਾ ਪ੍ਰਗਟ ਹੁੰਦੀ ਹੈ ਨਾ, ਸਰੀਰ ਨੇ ਕੰਬਣਾ ਵਾ ਤੁਹਾਡੇ ਨੇ। ਹਾਂਜੀ ਉਹ ਕੋਈ ਨੀ, ਉਹ ਤੁਸੀਂ ਉਹ ਬਸ ਲੰਮੇ ਪੈ ਕੇ ਸਾਧਨਾ ਕਰ ਲਿਆ ਕਰੋ, ਬਹਿ ਕੇ ਨਾ ਕਰਿਆ ਕਰੋ। ਠੀਕ ਹੈ। ਤੇ ਇੱਕ ਭਾਈ ਗੱਲ ਇਹ ਜਿੱਦਾਂ ਮੰਨ ਲਓ ਕਿ ਮੈਂ ਜਿੱਦਾਂ ਕੋਈ ਪਾਠ, ਜਿੱਦਾਂ ਸਵੇਰੇ ਮੈਂ ਜਪਜੀ ਦਾ ਪਾਠ ਕਰਕੇ ਜਦੋਂ ਮਾੜਾ ਜਿਹਾ ਲੇਟਦਾ ਨਾ 2 ਮਿੰਟ ਦੇ ਵਿੱਚ, ਜਿੱਦਾਂ ਕੋਈ ਚੀਜ਼, ਜਿੱਦਾਂ ਕੋਈ ਕੁੱਤਾ ਪੈ ਗਿਆ, ਏਦਾਂ ਮਾੜਾ ਜਿਹਾ ਮਤਲਬ ਕਿ ਝਟਕਾ ਪੈਂਦਾ ਵਾ, ਜਿੱਦਾਂ ਸੁਪਨਾ ਜਿਹਾ ਆ ਜਾਂਦਾ ਵਾ, ਕੁੱਤਾ ਹੀ ਲੱਭਦਾ ਹਰ ਵਾਰੀ। ਉਹ ਕੋਈ ਨੀ, ਉਹ ਤੁਹਾਡੇ ਦਿਮਾਗ ਦੀ ਸਮਿਰਤੀ ਫਸੀ ਹੋਈ ਕਿਸੇ ਜਗ੍ਹਾ ਤੇ। ਅੱਛਾ ਅੱਛਾ। ਹਾਂ, ਉਹ ਕੋਈ ਗੱਲ ਨੀ, ਉਹ ਇੱਕੋ ਹੀ ਗੱਲ ਰਿਪੀਟ ਹੋ ਰਹੀ ਹੈ ਸੱਤਿਆ। ਹਾਂਜੀ ਹਾਂਜੀ। ਨਹੀਂ ਇਹ ਮੈਨੂੰ ਹੁਣ ਤਾਂ ਨਹੀਂ ਹੋਇਆ, ਮਤਲਬ ਕਿ ਜਦੋਂ ਮੈਂ ਪਾਠ ਕਰਕੇ ਏਦਾਂ ਬਹਿਨਾ ਨਾ, ਮੈਨੂੰ 5-6 ਵਾਰੀ ਏਦਾਂ ਹੋ ਚੁੱਕਾ ਵਾ। ਕੁੱਤਾ ਦੇਖਦਾ ਕੁੱਤਾ ਹੀ ਪੈਂਦਾ ਵਾ, ਮਤਲਬ ਕਿ ਤਾਂ ਕੁਛ ਸੈਕਿੰਡ ਦੇ ਵਿੱਚ ਏਦਾਂ ਹੋ ਜਾਂਦਾ ਜੀ, ਫਿਰ ਮੈਂ ਤੜਕੇ ਉੱਠ ਜਾਂਦਾ। ਉਹ ਕੋਈ ਨੀ ਠੀਕ ਹੋ ਜਾਏਗਾ। ਠੀਕ ਹੈ। ਬਾਕੀ ਉਹਦਾ ਕੋਈ ਨੁਕਸਾਨ ਨਹੀਂ, ਉਹ ਚੀਜ਼ ਤੇ ਪ੍ਰੈਸ਼ਰ ਨਹੀਂ ਪਾਉਣਾ ਦਿਮਾਗ ਤੇ। ਠੀਕ ਹੈ, ਆਪੇ ਸਾਥ। ਠੀਕ ਹੈ ਜੀ।